ਤੁਸੀਂ ਸੁਣ ਰਹੇ ਹੋ ਕਿਤਾਬ ਕਦੀਮ ਤਵਾਰੀਖੀ ਸ਼ਹਿਰ ਪੱਟੀ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾਲ। ਪਹਿਲੇ ਭਾਗ ਵਿੱਚ ਸੁਣੋ ਕਦੀਮ ਤਵਾਰੀਖੀ ਸ਼ਹਿਰ ਪੱਟੀ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੱਟੀ ਨਿਵਾਸੀ ਮੇਰੇ ਇੱਕ ਵਿਦਵਾਨ ਸੱਜਣ ਨੇ ਪੱਟੀ ਦੇ ਸੰਬੰਧ ਵਿੱਚ ਇੱਕ ਵੇਰਾ ਲਿਖਿਆ ਸੀ। ਆਸਲਾਂ ਦੀ ਜੱਟੀ ਜਿਹਨੇ ਸ਼ਹਿਰ ਵਸਾਇਆ ਪੱਟੀ। ਪੱਟੀ ਦੇ ਆਲੇ ਦੁਆਲੇ ਵਸਣ ਵਾਲੇ ਪਿੰਡ ਠੱਕਰਪੁਰ, ਬੱਠੇ ਭੈਣੀ, ਕੈਰੋਂ ਵਾਂਗ ਆਂਸਲ ਵੀ ਪੱਟੀ ਦੇ ਦੱਖਣ ਵਿੱਚ ਨਾਲ ਹੀ ਲੱਗਦਾ ਹੈ ਅਤੇ ਆਸਲ ਵਾਸੀਆਂ ਦੀ ਗੋਤ ਧਾਰੀਵਾਲ ਹੈ। ਬਾਕੀ ਦੱਸੇ ਗਏ ਪਿੰਡਾਂ ਦੀਆਂ ਅੱਡ-ਅੱਡ ਗੋਤਾਂ ਹਨ। ਪਿੰਡ ਚੂਸਲੇਵਾਲ ਜੋ ਪੱਟੀ ਦੇ ਪੱਛਮ ਵੱਲ ਹੈ, ਇਸ ਦੇ ਪੱਛਮ ਦੱਖਣ ਵਿੱਚ ਪਿੰਡ ਧਾਰੀਵਾਲ ਸਾਰਾ ਧਾਲੀਵਾਲ ਗੋਤ ਦਾ ਹੈ। 1947 ਦੀ ਦੇਸ਼ ਵੰਡ ਤੋਂ ਪਹਿਲਾਂ ਪੱਟੀ ਵਿੱਚ ਕੋਈ ਵਿਰਲਾ ਟਾਵਾਂ ਹੀ ਜੱਟ ਸਿੱਖ ਵੱਸਦਾ ਸੀ। ਫਿਰ ਪਾਕਿਸਤਾਨੋਂ ਉੱਜੜ ਕੇ ਆਏ ਜਿਨ੍ਹਾਂ ਨੂੰ ਇੱਥੇ ਜ਼ਮੀਨ ਅਲਾਟ ਹੋਈ ਹੈ, ਉਹਨਾਂ ਵਿੱਚ ਨਾ ਮਾਤਰ ਵੀ ਧਾਲੀਵਾਲ ਨਜ਼ਰ ਨਹੀਂ ਆਉਂਦਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਂਸਲਾਂ ਤੋਂ ਧਾਲੀਵਾਲ ਗੋਤ ਦੀ ਜੱਟੀ ਜਿਹਨੇ ਪੱਟੀ ਸ਼ਹਿਰ ਵਸਾਇਆ, ਉਹ ਇਕੱਲੀ ਤਾਂ ਆਈ ਨਹੀਂ ਹੋਣੀ, ਸਗੋਂ ਆਪਣੇ ਸ਼ਰੀਕੇ ਭਾਈਚਾਰੇ 'ਚੋਂ ਕਈਆਂ ਨੂੰ ਨਾਲ ਲਿਆਈ ਹੋਵੇਗੀ। ਉਹ 1947 ਤੋਂ ਪਹਿਲਾਂ ਕਿੱਧਰ ਗਏ? ਇਸ ਦੇ ਅਤੇ ਇਸ ਤੱਥ ਉੱਤੇ ਜਦ ਉਸ ਵਿਦਵਾਨ ਸੱਜਣ ਨੂੰ ਪੁੱਛਿਆ ਗਿਆ ਤਾਂ ਉਹਨਾਂ ਪੂਰਨ ਖਾਮੋਸ਼ੀ ਅਖਤਿਆਰ ਕਰ ਲਈ ਅਤੇ ਪੱਟੀ ਸ਼ਹਿਰ ਕਦੋਂ ਦਾ ਵਸਿਆ ਸੀ ਇਸ ਬਾਰੇ ਵੀ ਉਹਨਾਂ ਚੁੱਪ ਧਾਰੀ ਰੱਖੀ। ਇਤਿਹਾਸਕ ਚਾਨਣ ਵਿੱਚ ਦੇਖਿਆ ਜਾਵੇ ਤਾਂ ਪੱਟੀ ਸ਼ਹਿਰ ਜੋ ਕਿਤੇ ਇੱਕ ਮਾਮੂਲੀ ਜਿਹਾ ਅਤੇ ਨਿੱਕਾ ਜਿਹਾ ਕੁਝ ਘਰਾਂ ਦਾ ਪਿੰਡ ਹੁੰਦਾ ਸੀ, ਇਸ ਦਾ ਵਾਸ ਸਿਕੰਦਰ ਤੋਂ ਵੀ ਪਹਿਲਾਂ ਦਾ ਹੈ। ਸਗੋਂ ਇਹ ਕਹਿਣਾ ਮੁਨਾਸਬ ਹੋਵੇਗਾ ਕਿ ਮਹਾਤਮਾ ਬੁੱਧ ਤੋਂ ਵੀ ਬਹੁਤ ਪਹਿਲੋਂ ਦਾ ਹੈ। ਇਸ ਦੇ ਪੂਰਬ ਵੱਲ ਵਗਣ ਵਾਲੀ ਰੋਹੀ ਹੀ ਕਿਸੇ ਜ਼ਮਾਨੇ ਵੱਡਾ ਦਰਿਆ ਨਾਲਾ ਹੁੰਦਾ ਸੀ ਜੋ ਪਿੰਡ ਸੀਤੋ ਹਿਠਾੜ ਲਾਗੇ ਦਰਿਆ ਸਤਲੁਜ ਵਿੱਚ ਮਿਲ ਜਾਂਦਾ। ਬਰਸਾਤੀ ਮੌਸਮ ਵਿੱਚ ਇਹ ਇੱਕ ਨਿੱਕਾ ਜਿਹਾ ਦਰਿਆ ਬਣ ਜਾਂਦਾ। ਨਹਿਰਾਂ, ਰੇਲਾਂ, ਸੜਕਾਂ ਦੇ ਬਣ ਜਾਣ ਨਾਲ ਇਸ ਵਿੱਚ ਪੈਣ ਵਾਲੇ ਕਈ ਨਿੱਕੇ-ਨਿੱਕੇ ਨਾਲੇ ਆਪਣੇ ਰਾਹ ਬਦਲ ਗਏ। ਇਸ ਦੇ ਕੰਢੇ ਵਸਣ ਵਾਲੇ ਪਿੰਡਾਂ, ਕਸਬਿਆਂ, ਸ਼ਹਿਰਾਂ ਦਾ ਪਾਣੀ ਤਾਂ ਇਸ ਵਿੱਚ ਆਉਂਦਾ ਹੈ, ਪਰ ਇਸ ਦੀ ਪਹਿਲਾਂ ਵਾਲੀ ਚੜ੍ਹਤ ਨਹੀਂ ਰਹੀ। ਕਿਸੇ ਵੇਲੇ ਕਿਸੇ ਮੌਸਮ ਵਿੱਚ ਬਾਰਿਸ਼ਾਂ ਦੇਰੀ ਨਾਲ ਹੋਣ ਕਰਕੇ ਇਹ ਸੁੱਕ ਵੀ ਜਾਂਦੀ ਹੈ। ਪਹਿਲਾਂ ਲੋਕ ਰੂਹੀ ਨਾਲੇ ਵਿੱਚ ਦੀ ਤੁਰ ਕੇ ਬਲਦਾਂ ਦੀਆਂ ਹਨਾੜੀਆਂ ਤੇ ਪਸ਼ੂ ਡੰਗਰ ਵਿੱਚ ਦੀ ਲੰਘਾਉਂਦੇ ਸਨ। ਹੁਣ ਪੱਟੀ ਦੇ ਸਾਹਮਣੇ ਪੂਰਬ ਵਿੱਚ 2 ਪੁਲ ਬਣ ਗਏ ਹਨ। ਦਿਨ ਰਾਤ ਆਵਾਜਾਈ ਲੱਗੀ ਰਹਿੰਦੀ ਹੈ। ਪੱਟੀ ਦੇ ਪੂਰਬ ਵਿੱਚ ਰੋਹੀ ਦੇ ਸੱਜੇ ਕੰਢੇ ਨਾਲ ਇੱਕ ਉੱਚਾ ਟਿੱਲਾ ਹੈ ਜਿਸ ਉੱਤੇ ਸ਼ਿਵਜੀ ਮਹਾਰਾਜ ਦਾ ਮੰਦਰ ਸੁਭਾਇਮਾਨ ਹੈ। ਇੱਥੋਂ ਇੱਕ ਉੱਚੀ ਜਿਹੀ ਧਰੋੜ ਵੀ ਹੌਲੀ-ਹੌਲੀ ਖੁਰਦੀ ਗਈ ਤੇ ਅਲੋਪ ਹੋ ਗਈ। ਉਂਝ ਇੱਥੇ ਇੱਕ ਬੜੀ ਤਕੜੀ ਸੜਕ ਬਣੀ ਹੋਈ ਹੈ ਜੋ ਪੱਟੀ ਨੂੰ ਉੱਤਰ ਵਾਲੇ ਪਹਿਲੇ ਪੁਲ ਨਾਲ ਮਿਲਾਉਂਦੀ ਹੈ। ਅਗਲਾ ਪੁਲ ਨੰਬਰ 2 ਇਸ ਪਹਿਲੇ ਪੁਲ ਨਾਲੋਂ ਪੌਣਾ ਕੁ ਕਿਲੋਮੀਟਰ ਥੱਲੇ ਹੈ। ਉਸ ਦੀ ਪਟੜੀ ਵਾਲੀ ਸੜਕ ਪੱਟੀ ਨੂੰ ਹਰੀਕਿਆਂ ਰੋਡ ਨਾਲ ਜੋੜਦੀ ਹੈ। 1947 ਦੇਸ਼ ਵੰਡ ਤੋਂ ਪਹਿਲਾਂ ਪੱਟੀ ਦਾ ਵਾਸ ਰੋਹੀ ਤੇ ਰੇਲਵੇ ਲਾਈਨ ਦੇ ਦਰਮਿਆਨ ਇੱਕ ਲੰਬੂਤਰੀ ਜਿਹੀ ਸ਼ਕਲ ਦਾ ਉੱਤਰੋਂ ਦੱਖਣ ਵੱਲ ਸੀ, ਪਰ ਹੁਣ ਪੱਟੀ ਨੇ ਆਪਣਾ ਪੇਟ ਫੁਲਾ ਲਿਆ ਹੈ ਜੋ ਪਿੰਡ ਕੈਰੋਂ ਉੱਤਰ ਦਿਸ਼ਾ ਵੱਲ ਨੂੰ ਵਧੀ ਹੈ। ਦੱਖਣ ਵਿੱਚ ਪਿੰਡ ਆਂਸਲਾਂ ਵੱਲ ਫੈਲ ਰਹੀ ਹੈ। ਇੱਧਰਲੇ ਪਾਸੇ ਵੀ ਗਵਰਨਮੈਂਟ ਡਿਗਰੀ ਕਾਲਜ, ਸਰਕਾਰੀ ਹਸਪਤਾਲ, ਪੰਜਾਬ ਰੋਡਵੇਜ਼ ਦੀ ਵਰਕਸ਼ਾਪ, ਪੱਛਮ ਵਿੱਚ ਕਾਲਜ ਦੇ ਸਾਹਮਣੇ ਸੜਕ ਉੱਤੇ ਰੇਲਵੇ ਲਾਈਨ ਦਰਮਿਆਨ ਦਾਣਾ ਮੰਡੀ ਸਥਿਤ ਹੈ। 1947 ਤੱਕ ਰੇਲਵੇ ਲਾਈਨਾਂ ਤੋਂ ਪੱਛਮ ਵਾਲੇ ਪਾਸੇ ਸਿਰਫ ਤੇ ਸਿਰਫ BD ਡਿਸਟ੍ਰਿਕਟ ਬੋਰਡ ਹਾਈ ਸਕੂਲ ਇਮਾਰਤ ਅਤੇ ਚੜ੍ਹਦੇ ਪਾਸੇ ਨਾਲ ਲਗਵੀਂ ਇਮਾਰਤ ਸੀ ਡਾਕ ਬੰਗਲਾ, ਰੈਸਟ ਹਾਊਸ। ਬਾਕੀ ਸਭ ਖੇਤ ਹੀ ਖੇਤ ਸਨ ਜਾਂ ਰੇਲਵੇ ਸਟੇਸ਼ਨ ਪੱਟੀ ਤੇ ਕਸੂਰ ਤੋਂ ਆਉਂਦੀਆਂ ਜਾਂਦੀਆਂ ਗੱਡੀਆਂ ਦੇ ਆਊਟਰ ਸਿਗਨਲ ਦੇ ਸਾਹਮਣੇ ਪੱਛਮ ਵਾਲੇ ਪਾਸੇ ਕੁਝ ਪੁਰਾਣੇ ਮਜ਼ਾਰ ਸਨ ਜਿਨ੍ਹਾਂ ਵਿੱਚੋਂ ਕਈ ਬੇਆਬਾਦ ਹੋ ਚੁੱਕੇ ਸਨ। ਪੱਟੀ ਤੋਂ ਤਰਨਤਾਰਨ ਵੱਲ ਜਾਂ ਅੰਮ੍ਰਿਤਸਰ ਵੱਲ ਕੋਈ ਸੜਕ ਨਹੀਂ ਸੀ ਜਾਂਦੀ। ਪੱਟੀ ਤੋਂ ਲਾਹੌਰ ਜਾਣ ਵਾਲੀਆਂ ਸੜਕਾਂ ਜ਼ਰੂਰ ਸਨ। ਅੱਜ ਜੋ ਕੁਝ ਬਣਿਆ ਹੈ, ਮਕਾਨ ਜਾਂ ਸੜਕਾਂ, ਇਹ 47 ਤੋਂ ਬਾਅਦ ਦੀ ਖੇਡ ਹੈ। ਸਿਕੰਦਰ ਹਮਲਾ ਕਰਕੇ ਪੱਟੀ ਤੱਕ ਆਣ ਪਹੁੰਚਿਆ। ਬਿਆਸ ਅਤੇ ਸਤਲੁਜ ਨੂੰ ਪਾਰ ਕਰਕੇ ਹਿੰਦੁਸਤਾਨ ਦੇ ਅਗਲੇ ਹਿੱਸੇ ਨੂੰ ਜਿੱਤਣ ਲਈ ਪੱਟੀ ਅਤੇ ਜੰਡਿਆਲਾ ਗੁਰੂ ਦੋਹਾਂ ਥਾਈਂ ਫੌਜਾਂ ਦੀ ਖੁਰਾਕ
ਜ਼ਖਮੀਆਂ ਦੇ ਇਲਾਜ ਲਈ ਅਤੇ ਘੋੜਿਆਂ ਵਾਸਤੇ ਦਾਣਾ ਪੱਠਾ ਢੇਰਾਂ ਦੇ ਢੇਰ ਇਕੱਠਾ ਕਰ ਲਿਆ। ਰੋਜ਼-ਰੋਜ਼ ਘੋੜਸਵਾਰ ਪਿੰਡਾਂ ਵਿੱਚੋਂ ਇਹ ਸਾਰੀਆਂ ਚੀਜ਼ਾਂ ਲੁੱਟ-ਮਾਰ ਨਾਲ ਇਕੱਠੀਆਂ ਕਰਕੇ ਲਿਆ ਜ਼ਖੀਰਾ ਕਰੀ ਜਾਂਦੇ। ਸਿਕੰਦਰ ਦੇ ਨਾਲ ਦਿਆਂ ਕੁਝ ਸਿਆਣਿਆਂ ਬੰਦਿਆਂ ਜਿਵੇਂ ਅਰਸਤੂ, ਜੋ ਸਿਕੰਦਰ ਦਾ ਗੁਰੂ ਵੀ ਸੀ, ਉਹਨਾਂ ਦੇਖਿਆ ਦਾਣਾ ਫੱਕਾ ਇਕੱਠਾ ਕਰਨ ਗਏ ਕਈ ਘੋੜਸਵਾਰ ਵਾਪਸ ਨਹੀਂ ਆਉਂਦੇ, ਸਿਰਫ ਖਾਲੀ ਘੋੜੇ ਹੀ ਆਉਂਦੇ। ਜਦੋਂ ਉਹਨਾਂ ਬੜੀ ਬਰੀਕੀ ਨਾਲ ਸੂਹ ਕੱਢੀ ਤਾਂ ਪਤਾ ਲੱਗਾ ਕਿ ਪੇਂਡੂ ਬੰਦੇ ਜਨਾਨੀਆਂ ਸਵਾਰਾਂ ਨੂੰ ਧੂ ਕੇ ਥੱਲੇ ਸੁੱਟ ਲੈਂਦੇ, ਮਾਰ ਕੇ ਘੋੜੇ ਕਾਬੂ ਕਰ ਲੈਂਦੇ ਹਨ। ਪਰ ਜਿਹੜਾ ਕੋਈ ਘੋੜਾ ਉਹਨਾਂ ਤੋਂ ਛੁੱਟ ਜਾਵੇ ਉਹ ਮੁੜ ਕੇ ਕੈਂਪ ਵਾਲੇ ਸਥਾਨ ਆ ਜਾਂਦਾ ਹੈ। ਅਰਸਤੂ ਦਾ ਮੱਥਾ ਠਣਕਿਆ ਕਿ ਇਹ ਵਿਹਾਰਾ ਕਰਨ ਵਾਲੇ ਲੋਕ ਉਹੋ ਜਿਹੇ ਹੀ ਹਨ ਜਿਨ੍ਹਾਂ ਨਾਲ ਜੇਲਮ ਦੇ ਕੰਢੇ ਸਾਡਾ ਵਾਹ ਪਿਆ ਸੀ। ਉੱਥੇ ਜੋ ਸਾਡੀ ਰਹਿ ਆਈ ਸੀ ਤਾਂ ਮੀਂਹ ਪੈਣ ਸਦਕਾ ਗਿੱਲੀ ਹੋਈ ਜ਼ਮੀਨ ਵਿੱਚ ਉਸ ਦੇ ਫੌਜੀਆਂ ਦੀਆਂ ਵੱਡੀਆਂ ਤੇ ਭਾਰੀਆਂ ਕਮਾਨਾਂ ਨਹੀਂ ਸਨ ਟਿਕ ਸਕੀਆਂ। ਜੇ ਉਹਨਾਂ ਨੂੰ ਇਹ ਔਕੜ ਨਾ ਆਉਂਦੀ ਤਾਂ ਸਾਡੀ ਜਿੱਤ ਨਹੀਂ ਸੀ ਹੋਣੀ। ਜ਼ੇਲਮ ਤੋਂ ਅੱਗੇ ਪੂਰਬ ਵਾਲੇ ਪਾਸੇ ਇਹਨਾਂ ਲੋਕਾਂ ਨੂੰ ਜਿੱਤਣ ਵਾਸਤੇ ਸਿਕੰਦਰ ਦੀ ਸਹਾਇਤਾ ਕਰਨੋਂ ਉਸ ਨੇ ਇਨਕਾਰ ਕਰ ਦਿੱਤਾ ਸੀ। ਪੰਜਾਬ ਦਾ ਇਹ ਖਿੱਤਾ ਜਿਸ ਨੂੰ ਮਾਝਾ ਕਿਹਾ ਜਾਂਦਾ ਹੈ। ਫੁੱਟਨੋਟ: ਸਮੁੱਚਾ ਪੰਜਾਬ ਹੀ ਹਰ ਪੱਖੋਂ ਬੜਾ ਮਜ਼ਬੂਤ ਅਤੇ ਬਾ-ਬਰਕਤ ਇਲਾਕਾ ਹੈ। ਬੈਰੂਨੀ ਹਮਲਾਵਰਾਂ ਜੋ ਅਗਾਂਹ ਦਿੱਲੀ ਵਾਲੇ ਪਾਸਿਓਂ ਮਾਲ ਤੇ ਸੁੰਦਰਤਾ ਲੁੱਟ ਕੇ ਵਾਪਸ ਮੁੜਦੇ ਸਨ, ਇਹ ਲੋਕ ਉਹਨਾਂ ਨੂੰ ਸੁੱਕਾ ਨਹੀਂ ਸੀ ਲੰਘਣ ਦਿੰਦੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ੍ਰੀ ਕਲਗੀਧਰ ਜੀ ਨੇ ਪੰਜਾਬ ਵੱਲ ਤੋਰਦਿਆਂ ਇਹ ਤਾਕੀਦ ਕੀਤੀ ਸੀ ਕਿ ਜਿੰਨਾ ਚਿਰ ਤੇਰੇ ਨਾਲ ਮਝੈਲ ਨਾ ਰਲਣ, ਸਰਹਿੰਦ ਉੱਤੇ ਹਮਲਾ ਨਾ ਕਰੀ, ਤੇ ਜਦ ਆ ਮਿਲਣ ਤੇ ਫਿਰ ਪਲ ਨਹੀਂ ਲਗਾਉਣਾ, ਨਤੀਜਾ ਖੁਦ ਵੇਖ ਲਵੀਂ। ਦੁਆਬੇ ਮਾਲਵੇ ਦੇ ਸਿੰਘਾਂ ਦੀ ਕੋਈ ਘਾਟ ਨਹੀਂ, ਪਰ ਮਝੈਲ ਹੀ ਹਨ। ਫਿਰ ਵੀ ਮਲਵਈ ਦੁਆਬੀਆਂ ਨੂੰ ਕਮਜ਼ੋਰ ਨਹੀਂ ਸਮਝਣਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜੋ ਜ਼ੁਲਮ ਸਿਤਮ ਇਹਨਾਂ ਮਾਝੇ ਦੇ ਲੋਕਾਂ ਉੱਤੇ ਢਾਏ ਗਏ, ਇਹਨਾਂ ਦੇ ਇਤਿਹਾਸ ਤੋਂ ਜਾਣੂ ਸੱਜਣ ਜਾਣਦੇ ਹਨ ਕਿ ਕਿਵੇਂ ਨਾਦਰਾਂ ਅਬਦਾਲੀਆਂ ਨੂੰ ਮਾਂਜਿਆ। ਦੋਹਾਂ ਘੱਲੂਘਾਰਿਆਂ ਵਿੱਚ ਇਹਨਾਂ ਨੂੰ ਮਾਰ ਮਕਾਉਣ ਦੀਆਂ ਵਿਉਂਤਾਂ ਸਿਰੇ ਨਾ ਚੜ੍ਹਨ ਦਿੱਤੀਆਂ। ਹਮਲਾਵਰਾਂ ਵੱਲੋਂ ਹਿੱਛ ਕੇ ਖੂਨੀ ਲਸ਼ਕਰ ਲੈ ਕੇ ਇਹਨਾਂ ਨੂੰ ਨੇਸਤੋ ਨਾਬੂਦ ਕਰਨ ਲਈ ਸਫਲਤਾ ਨਾ ਮਿਲੀ ਤਾਂ ਉਹਨਾਂ ਨੇ ਇਹਨਾਂ ਨਾਲ ਸੁਲ੍ਹਾ ਕਰਨ ਲਈ ਬੇਨਤੀ ਕੀਤੀ। ਆਗੂ ਸਿੰਘਾਂ ਦਾ ਜਵਾਬ ਸੀ ਕਿ ਅੱਗ ਤੇ ਬਰੂਦ ਦਾ ਕੀ ਮਿਲਾਪ, ਸੁਲ੍ਹਾ ਕਰਾਂਗੇ ਪਿਸ਼ਾਵਰ ਆਣ ਕੇ, ਆਪਣੀਆਂ ਤੇਗਾਂ ਨੂੰ ਕਲਮਾ ਬਣਾ ਕੇ, ਤੁਹਾਡੇ ਖੂਨ ਦੀ ਸਿਆਹੀ ਵਿੱਚ ਡੁਬੋ ਕੇ ਸ਼ਰਤਾਂ ਲਿਖਾਂਗੇ। ਤੂੰ ਆਪਣਾ ਸਾਰਾ ਟਿੱਲ ਲਗਾ ਕੇ ਆ, ਯੋਗ ਸਵਾਗਤ ਹੋਏਗਾ। ਅਬਦਾਲੀ 7ਵੇਂ ਹਮਲੇ ਸਮੇਂ ਕਲਾਤ ਦੇ ਬਲੋਚ ਨਵਾਬ ਨਸੀਰ ਖਾਂ ਦੇ 12,000 ਘੋੜਸਵਾਰ ਆਪਦੇ ਬੇਸ਼ੁਮਾਰ ਲਸ਼ਕਰ ਵਿੱਚ ਰਲਾ ਕੇ ਚੜ੍ਹਿਆ ਸਿੰਘਾਂ ਵਿਰੁੱਧ ਪੰਜਾਬ ਉੱਤੇ। ਨਸੀਰ ਖਾਂ ਆਪਣੇ ਕਾਜ਼ੀ ਨੂਰ ਮੁਹੰਮਦ ਨੂੰ ਨਾਲ ਲੈ ਕੇ ਆਇਆ ਤਾਂ ਜੋ ਉਹ ਸਾਡੇ ਸਿੰਘਾਂ ਨਾਲ ਯੁੱਧ ਵਿੱਚ ਹੱਥ ਵੇਖੇ ਤੇ ਸਾਡੀਆਂ ਵਾਰਾਂ ਲਿਖੇ। ਕਾਜ਼ੀ ਜੀ ਦੇ ਦਿਲ ਦਿਮਾਗ ਵਿੱਚ ਅਥਾਹ ਅਤੇ ਅਸੀਮ ਨਫ਼ਰਤ ਸਿੰਘਾਂ ਵਿਰੁੱਧ ਭਰੀ ਹੋਈ ਸੀ। ਆਤਸ਼ ਫਸ਼ਾਂ ਪਹਾੜ ਵਾਂਗੂ ਫੁੱਟੀ ਤੇ ਜੰਗਨਾਮਾ ਲਿਖਿਆ, ਪਰ ਸਿੰਘਾਂ ਦੇ ਉੱਚੇ ਇਖਲਾਕ, ਮਰਦਾਨਗੀ, ਹੌਸਲਾ, ਦਲੇਰੀ, ਅਜੀਬੋ ਗਰੀਬ ਤੇਗਜ਼ਨੀ, ਉੱਚੇ ਇਖਲਾਕ ਦੇ ਕਾਰਨਾਮੇ ਵੇਖ ਕੇ ਕਾਜ਼ੀ ਜੀ ਗਾਲਾਂ ਕੱਢਣੀਆਂ ਛੱਡ ਕੇ ਸਿੰਘਾਂ ਦੀਆਂ ਸਿਫਤਾਂ ਦਾ ਵਰਣਨ ਕਰਦਾ ਪੂਰਾ ਚੈਪਟਰ ਲਿਖ ਦਿੰਦਾ ਹੈ, ਜੋ ਜੰਗਨਾਮਾ 156-158 ਸਫ਼ੇ ਉੱਤੇ ਬਾਖੂਬੀ ਅੰਕਿਤ ਹਨ। ਸਵਰਗੀ ਸਰਦਾਰ ਕਰਮ ਸਿੰਘ ਹਿਸਟੋਰੀਅਨ ਬਗਦਾਦ ਤੋਂ ਮੁੜਦੇ ਇਹ ਜੰਗਨਾਮਾ ਕਾਪੀ ਕਰਵਾ ਕੇ ਲਿਆਏ। ਚੀਫ ਖਾਲਸਾ ਦੀਵਾਨ ਨੇ ਛਾਪਣੋਂ ਇਨਕਾਰ ਕਰ ਦਿੱਤਾ ਕਿ ਇਸ ਵਿੱਚ ਸਿੱਖਾਂ ਨੂੰ ਗਾਲਾਂ ਕੱਢੀਆਂ ਹਨ। ਸਰਦਾਰ ਕਰਮ ਸਿੰਘ 10 ਸਤੰਬਰ 1930 ਵਿੱਚ ਚੱਲ ਵਸੇ ਤੇ ਜਿਉਂਦੇ ਜੀ ਇਸ ਨੂੰ ਛਪਿਆ ਨਾ ਵੇਖ ਸਕੇ। ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਾਉਂਦਿਆਂ ਡਾਕਟਰ ਗੰਡਾ ਸਿੰਘ ਦੀ ਨਜ਼ਰ ਪਿਆ, ਉਹਨਾਂ ਛੁਪਵਾਇਆ। ਪਹਿਲੀ ਐਡੀਸ਼ਨ 1939 ਨੂੰ ਛਪੀ, ਮੁੱਲ ਰੱਖਿਆ ₹2.50। ਹੁਣ ਸਾਡੇ ਸਤਿਕਾਰਯੋਗ ਖਾਲਸਾ ਕਾਲਜ ਦੇ ਧੰਨਤਾਯੋਗ ਪ੍ਰਬੰਧਕਾਂ ਨੇ ਇਸ ਨੂੰ ਮੁੜ ਛਾਪਿਆ ਹੈ, ਪਰ ਇਸ ਦਾ ਮੁੱਲ ₹450 ਰੱਖ ਦਿੱਤਾ ਹੈ। ਜੇ ਹੋਰ ਵੀ ਅਣਛਪੀਆਂ ਪੁਸਤਕਾਂ ਛਪ ਜਾਣ ਤਾਂ ਫਿਰ ਕਹਿਣੇ ਹੀ ਕੀ। ਫੁੱਟਨੋਟ ਸਮਾਪਤ। ਪੰਜਾਬ ਦਾ ਇਹ ਖਿੱਤਾ ਜਿਸ ਨੂੰ ਮਾਝਾ ਕਿਹਾ ਜਾਂਦਾ ਹੈ, ਇਸ ਵਿੱਚ ਵਧੀਆ ਪਹਿਲਵਾਨ, ਸੌਚੀ, ਕੌਡੀ, ਕਬੱਡੀ ਦੇ ਖਿਡਾਰੀ, ਰੱਸਾ ਖਿੱਚਣ ਵਾਲੇ, ਹਾਕੀ, ਦੌੜਾਕ, ਗੋਲਾ ਅੰਦਾਜ਼,
ਜੈਵਲਿਨ ਥਰੋ ਵਾਲੇ, ਮੁੱਕੇਬਾਜ਼ੀ ਲਿਖਾਰੀ, ਨੇਜ਼ੇਬਾਜ਼, ਤੀਰ ਤਲਵਾਰ ਦੇ ਧਨੀ, ਤੀਰ ਅੰਦਾਜ਼ੀ ਦੇ ਮਾਹਰ, ਹਰ ਜੰਗ ਵਿੱਚ ਸਿਰ ਤਲੀ 'ਤੇ ਰੱਖ ਕੇ ਮੂਹਰਲੀਆਂ ਸਫਾਂ ਵਿੱਚ ਹੋ ਕੇ ਲੜਨ ਵਾਲੇ ਪੈਦਾ ਕੀਤੇ ਹਨ। ਇੱਕ ਗੱਲੋਂ ਹੀ ਰਹਿ ਗਏ ਹਨ ਕਿ ਇਤਿਹਾਸ ਤਾਂ ਸਿਰਜਿਆ ਪਰ ਨਾ ਲਿਖਿਆ ਤੇ ਨਾ ਪੜ੍ਹਿਆ। ਪਹਿਲੇ ਅਤੇ ਦੂਜੇ ਸੰਸਾਰ ਯੁੱਧ ਵਿੱਚ ਯੂਰਪ ਅਤੇ ਏਸ਼ੀਆ ਵਿੱਚ ਸਿੰਘਾਂ ਨੇ ਜੋ ਬੇਮਿਸਾਲ ਕਾਰਨਾਮੇ ਕੀਤੇ, ਪੁੱਛੋ ਉਹਨਾਂ ਨੂੰ ਜਿਨ੍ਹਾਂ ਲਈ ਕੀਤੇ। ਪਾਰਲੀਮੈਂਟ ਵਿੱਚ ਖਲੋ ਖਲੋ ਆਖਿਆ ਕਿ ਮੰਨਦੇ ਹਾਂ ਕਿ ਇਹ ਦੋਵੇਂ ਯੁੱਧ ਜਿੱਤਣ ਵਿੱਚ ਸਿੱਖਾਂ ਦਾ ਬਹੁਤ ਵੱਡਾ ਹੱਥ ਹੈ। ਸਾਰਾਗੜ੍ਹੀ ਦੀ ਲੜਾਈ ਵਿੱਚ ਆਖਰੀ ਗੋਲੀ ਤੱਕ ਸਿੰਘ ਜੂਝੇ ਅਤੇ ਸ਼ਹੀਦ ਹੋਏ। 10,000 ਪਠਾਣਾਂ ਨੂੰ ਗੜ੍ਹੀ ਦੇ ਲਾਗੇ ਨਹੀਂ ਆਉਣ ਦਿੱਤਾ ਤੇ ਇਹਨਾਂ ਸਿੱਖ ਸਿਪਾਹੀਆਂ ਦੀ ਗਿਣਤੀ ਸਿਰਫ 21 ਸੀ। 6 ਮੀਲ ਪਿੱਛੇ ਰਜ਼ਮਕ ਦੀ ਛਾਉਣੀ ਵਿੱਚ ਬੈਠੇ ਵੱਡੇ ਅੰਗਰੇਜ਼ ਅਫਸਰ ਜੋ ਸ਼ੀਸ਼ੇ ਝੰਡੇ ਦੀ ਮਦਦ ਨਾਲ ਕਿਹਾ ਜਾ ਰਿਹਾ ਐਮਿਊਨੀਸ਼ਨ ਨਾ ਕਿਸੇ ਕਲਾਇਆ। ਕਿਉਂ? ਕਿਉਂਕਿ ਸਾਰਾ ਗੜ੍ਹੀ ਨੂੰ ਘੇਰਾ ਪਿਆ ਸੀ। ਐਮਿਊਨੀਸ਼ਨ ਪਹੁੰਚਣਾ ਬੜਾ ਜੋਖਮ ਦਾ ਕੰਮ ਸੀ। ਅੰਗਰੇਜ਼ਾਂ ਹੌਸਲਾ ਨਾ ਕੀਤਾ। ਨਤੀਜਾ ਹੌਲਦਾਰ ਈਸ਼ਰ ਸਿੰਘ ਨੇ ਕਿਹਾ ਕਿ ਮੈਂ ਆਪਣੀ ਰਾਈਫਲ ਨੂੰ ਬੈਂਡ ਚੜ੍ਹਾ ਲਈ ਹੈ, ਗੋਲੀ ਕੋਈ ਨਹੀਂ, ਬੂਹਾ ਲਾ ਕੇ ਮੈਂ ਆਪਣੀ ਜਾਨ ਉੱਤੇ ਖੇਡਦਿਆਂ ਦੁਸ਼ਮਣ ਨਾਲ ਲੜਾਂਗਾ ਤੇ ਜੂਝ ਜਾਵਾਂਗਾ। ਮੇਰੇ 20 ਜਵਾਨ ਸ਼ਹੀਦ ਹੋ ਚੁੱਕੇ ਹਨ, 21ਵਾਂ ਮੈਨੂੰ ਗਿਣ ਲਓ। ਇਸ ਕੁਰਬਾਨੀ ਦੀ ਖਬਰ ਜਦ ਵਲਾਇਤ ਪਹੁੰਚੀ, ਅਖਬਾਰਾਂ ਵਿੱਚ ਛਪੀ ਤਾਂ ਲੋਕ ਆਛ-ਆਛ ਕਰ ਉੱਠੇ। ਪਾਰਲੀਮੈਂਟ ਦੇ ਇਤਿਹਾਸ ਵਿੱਚ ਇਹਨਾਂ ਸੂਰਮਿਆਂ ਨੂੰ 5 ਮਿੰਟ ਖੜੋ ਕੇ ਤਾੜੀਆਂ ਵਜਾ ਵਜਾ ਕੇ ਸ਼ਰਧਾਂਜਲੀ ਭੇਂਟ ਕੀਤੀ। 21 ਨੂੰ ਹੀ ਵਿਕਟੋਰੀਆ ਕਰਾਸ ਦਿੱਤਾ ਗਿਆ। ਫਿਰ ਨਾਲ 22ਵਾਂ ਸੇਵਾਦਾਰ ਅਲੀ ਮਰਦਾਨ, ਜਿਸ ਨੂੰ ਈਸ਼ਰ ਸਿੰਘ ਨੇ ਭਰਾਵਾਂ ਨਾਲ ਨਾ ਲੜਨ ਨੂੰ ਕਿਹਾ ਸੀ, ਉਸ ਦਾ ਜਵਾਬ ਸੀ, ਮੇਰੇ ਭਰਾ ਤੁਸੀਂ ਹੋ, ਤੁਹਾਡੇ ਨਾਲ ਹੀ ਜਾਨ ਦੇਵਾਂਗਾ। ਇੰਜ ਹੀ ਹੋਇਆ, ਪਰ ਉਸ ਨੂੰ ਵਿਕਟੋਰੀਆ ਕਰਾਸ ਪਰਮਵੀਰ ਚੱਕਰ ਨਾ ਮਿਲਿਆ ਕਿਉਂਕਿ ਉਹ ਪੱਕਾ ਫੌਜੀ ਨਹੀਂ ਸੀ। ਸੇਵਾ ਲਈ ਪ੍ਰਾਈਵੇਟ ਆਰਜੀ ਅਸਾਮੀ ਉੱਤੇ ਰੱਖਿਆ ਹੋਇਆ ਸੀ। ਉਸ ਨਾਲ ਇਨਸਾਫ ਨਹੀਂ ਹੋਇਆ, ਸਦ ਅਫਸੋਸ। ਚੀਨ ਅਤੇ ਪਾਕਿਸਤਾਨ ਨਾਲ ਹੋਏ ਯੁੱਧਾਂ ਵਿੱਚ ਦੋਹਾਂ ਧਿਰਾਂ ਨੂੰ ਹੀ ਸਿੱਖ ਜਰਨੈਲਾਂ, ਹੇਠਲੇ ਅਫਸਰਾਂ ਅਤੇ ਜਵਾਨਾਂ ਉਹ ਰੰਗ ਤਮਾਸ਼ੇ ਦਿਖਾਏ ਕਿ ਸਾਹਮਣੇ ਵਾਲਿਆਂ ਦੀਆਂ ਰੂਹਾਂ ਕੰਬ ਉੱਠੀਆਂ। ਕਾਰਗਿਲ ਦੀ ਲੜਾਈ ਨੂੰ ਅਜੇ ਬਹੁਤਾ ਚਿਰ ਨਹੀਂ ਹੋਇਆ। ਅਗਲਿਆਂ ਮੁਲਕਾਂ ਦੀਆਂ ਲੜਨ ਵਾਲੀਆਂ ਫੌਜਾਂ ਨੇ ਸਿੱਖਾਂ ਦੇ ਨਿਸ਼ਚੇ, ਹੱਠ, ਦਲੇਰੀ ਅਤੇ ਹੌਸਲੇ ਨੂੰ ਸਰਾਹਿਆ ਹੈ। ਉਹਨਾਂ ਨੂੰ ਇਹ ਵੀ ਚੰਗੀ ਤਰ੍ਹਾਂ ਅਹਿਸਾਸ ਹੈ ਕਿ ਓਲੰਪਿਕ ਦੀਆਂ ਖੇਡਾਂ ਵਿੱਚ ਸਿੱਖ ਖਿਡਾਰੀਆਂ ਨੇ ਅਦੁੱਤੀ ਇਤਿਹਾਸ ਰਚਿਆ ਹੈ। ਦੂਜੇ ਵਿਸ਼ਵ ਯੁੱਧ ਦੀ ਗੱਲ ਹੈ। ਇੱਕ ਜਗ੍ਹਾ ਹੈ ਅਲ-ਮਨੀਨ। ਦੁਨੀਆ ਦੇ ਮਹਾਨ ਜਰਨੈਲ ਆਮੋ ਸਾਹਮਣੇ ਸਨ। ਅੰਗਰੇਜ਼ਾਂ ਦਾ ਕਮਾਂਡਰ ਮਾਰਸ਼ਲ ਮੌਂਟਗੋਮਰੀ ਅਤੇ ਜਰਮਨੀ ਦਾ ਵੱਡਾ ਜਰਨੈਲ ਰੋਮੇਲ ਆਪਣਾ ਪੈਨ ਨਜ਼ਰ ਡਿਵੀਜ਼ਨ ਲੈ ਕੇ ਇਸ ਨੂੰ ਡੱਕੀ ਖੜਾ ਸੀ। ਮਾਰਸ਼ਲ ਮੌਂਟਗੋਮਰੀ ਆਪਣੀ ਕਿਤਾਬ ਬੈਟਲ ਆਫ ਅਲ-ਮਨੀਨ ਵਿੱਚ ਜ਼ਿਕਰ ਕਰਦਾ ਹੋਇਆ ਸਿੱਖ ਫੌਜੀਆਂ ਦੀ ਬੜੀ ਸ਼ਲਾਘਾ ਕਰਦਾ ਹੈ ਤੇ ਲਿਖਦਾ ਹੈ ਕਿ ਇਹਨਾਂ ਬਹਾਦਰਾਂ ਦੁਸ਼ਮਣਾਂ ਦਾ ਬਹੁਤ ਨੁਕਸਾਨ ਕੀਤਾ। ਜਰਮਨ ਫੌਜੀ ਕੈਪਚਰ ਕੀਤੇ, ਉਹਨਾਂ ਦੇ ਫੌਜੀ ਸਮਾਨ, ਹਥਿਆਰ, ਪੈਨ ਨਜ਼ਰ ਟੈਂਕ ਭੰਨੇ ਤੋੜੇ ਅਤੇ ਫੜੇ ਵੀ। ਮੋਰਚਿਆਂ ਵਿੱਚ ਲੜਦਿਆਂ ਨੇ ਕੋਈ ਰਿਲੀਫ ਨਹੀਂ ਮੰਗਿਆ, ਜਦ ਕਿ ਹੋਰ ਪਲਟਨਾਂ 3 ਦਿਨਾਂ ਤੋਂ ਬਾਅਦ ਫੌਰਨ ਰਿਲੀਫ ਮੰਗਦੀਆਂ ਸਨ। ਨਾ ਇਹਨਾਂ ਰਿਲੀਫ ਮੰਗਿਆ, ਨਾ ਹੀ ਕਮਜ਼ੋਰੀ ਦਿਖਾਈ। ਨਿਸ਼ਾਨਾ ਇਹ ਰੱਖਿਆ ਕਿ ਹੁਣ ਗੱਲ ਸਿਰੇ ਲਗਾ ਕੇ ਹੀ ਪਿਛਾਂ ਹਟਾਂਗੇ। ਮੈਨੂੰ ਇਹਨਾਂ 'ਤੇ ਬੜਾ ਮਾਣ ਹੈ। ਜ਼ਮੀਨ ਦੀ ਇੱਕ ਹੋਰ ਘਟਨਾ ਇਹ ਵੀ ਹੈ ਕਿ ਕਿਸੇ ਮੋਰਚੇ ਵਿੱਚ ਲੜ ਰਹੇ ਸਿੱਖ ਨੌਜਵਾਨ ਨੂੰ ਸੱਦਾ ਆਇਆ ਕਿ ਤੇਰਾ ਵਿਆਹ ਦਾ ਦਿਨ ਬੰਨ੍ਹਿਆ ਹੈ, ਪਰ ਉਸਨੇ ਮੋਰਚਾ ਛੱਡ ਕੇ ਜਾਣ ਲਈ ਇਨਕਾਰ ਕਰ ਦਿੱਤਾ। ਜਵਾਬ ਭੇਜਿਆ ਕਿ ਵਿਆਹ ਦੀ ਰਸਮ ਕਿਰਪਾਨ ਤੇ ਪੱਗ ਨਾਲ ਹੋਵੇ। ਇਵੇਂ ਹੀ ਹੋਇਆ, ਸਿੰਘ ਮੋਰਚਾ ਛੱਡ ਕੇ ਨਹੀਂ ਗਿਆ। ਪੱਟੀ ਨਾਂ ਦੇ ਕਈ ਸ਼ਹਿਰ ਹਨ। ਇੱਕ ਪੱਟੀ ਮਾਲਵੇ ਵਿੱਚ, ਹੋਰ ਪੱਟੀ ਯੂਪੀ ਵਿੱਚ, ਕਾਨਪੁਰ ਲਾਗੇ ਵੀ ਹੈ। ਪਾਕਿਸਤਾਨ ਵਿੱਚ ਵੀ ਪੱਟੀ ਨਾਮ ਦੇ ਨਗਰ ਹਨ। ਅੰਮ੍ਰਿਤਸਰ, ਤਰਨਤਾਰਨ ਵਿੱਚ ਦੀ ਪੱਟੀ ਦੇ ਨਾਲ ਸਿੱਧੀ ਫਿਰੋਜ਼ਪੁਰ ਤੋਂ ਨਸੀਰਾਬਾਦ ਦੇ ਵਿੱਚ ਦੀ ਸਿੱਧੀ ਸਮੁੰਦਰ ਵਿੱਚ ਉਤਰ ਜਾਂਦੀ ਹੈ। ਭੂਮੱਧ ਰੇਖਾ ਨੂੰ ਰਾਈਟ ਐਂਗਲ ਉੱਤੇ ਚੀਰ ਕੇ ਦੱਖਣੀ ਧਰੁਵ 'ਤੇ ਜਾ ਅੱਪੜਦੀ ਹੈ। ਮੁੱਢ ਕਦੀਮ ਤੋਂ ਹੀ ਨਾਮ ਢਲ ਕੇ ਪੱਟੀ ਕਿਵੇਂ ਬਣਿਆ, ਇਸ ਬਾਰੇ ਕਈਆਂ ਨੇ ਕਈ ਲੱਖਣ ਲਾਏ ਹਨ। ਕਈ ਤੱਪੇ ਤੋਂ, ਕੋਈ ਪੱਤੀ ਤੋਂ, ਕੋਈ ਪਾਤੀ ਤੋਂ ਸਮੇਂ ਨੇ ਘਸਾ ਕੇ ਪੱਟੀ ਬਣਾ ਦਿੱਤਾ। ਇਸ ਨੇ ਬੜੇ ਰਾਜਿਆਂ ਦੇ ਰਾਜ ਵੇਖੇ ਹਨ। ਪ੍ਰਿਥਵੀ ਰਾਜ ਚੌਹਾਨ ਦੇ ਹਾਰਨ ਤੋਂ ਬਾਅਦ
ਹਿੰਦੁਸਤਾਨ ਵਿੱਚ ਪੱਕੇ ਤੌਰ ਉੱਤੇ ਮੁਸਲਮਾਨ ਰਾਜ ਦੀ ਨੀਂਹ ਰੱਖੀ ਗਈ। ਬੇਸ਼ੱਕ ਇਸ ਤੋਂ ਕਈ ਸਦੀਆਂ ਪਹਿਲਾਂ 17 ਸਾਲਾ ਨੌਜਵਾਨ ਮੁਹੰਮਦ ਬਿਨ ਕਾਸਮ 710 ਈਸਵੀ ਵਿੱਚ ਸਿੰਧ ਦੇ ਰਾਜਾ ਦਾਹਰ ਉੱਤੇ ਹਮਲਾਵਰ ਹੋ ਕੇ ਉਸ ਦੀ ਰਾਜਸੀ ਹੋਂਦ ਨੂੰ ਤਬਾਹ ਕਰ ਗਿਆ ਸੀ ਅਤੇ 40 ਕੁ ਸਾਲ ਇਸਲਾਮ ਦਾ ਸੋਹਣਾ ਪ੍ਰਚਾਰ ਹੋਇਆ ਅਤੇ ਉਹਨਾਂ ਦਾ ਧਰਮ ਅਸਥਾਨ ਮਸੀਤਾਂ ਬਣਦੀਆਂ ਰਹੀਆਂ। ਫਿਰ ਸਭ ਕੁਝ ਪਹਿਲਾਂ ਵਾਂਗ ਹੀ ਹੋਣ ਲੱਗਾ। ਵਿਪਰਵਾਦ ਦਾ ਜ਼ੋਰ ਪਿਆ, ਪਰ ਮੁਹੰਮਦ ਗੌਰੀ ਨੇ ਪੂਰੀ ਤਰ੍ਹਾਂ ਨੱਪ ਕੇ ਇਹਨਾਂ ਨੂੰ ਭੰਨ ਤੋੜ ਕੇ ਆਪਣਾ ਰਾਜਸੀ ਇਸਲਾਮੀ ਝੰਡਾ ਗੱਡਿਆ ਤੇ ਫਿਰ 1947 ਅੰਗਰੇਜ਼ੀ ਰਾਜ ਦੀ ਵਿਦਾਇਗੀ ਸੀ। ਇੱਥੇ ਬਾਹਰ ਦੀ ਤਾਕਤ ਦਾ ਹੀ ਪੂਰੀ ਤਰ੍ਹਾਂ ਤੋਰਾ ਟਿੱਕਾ ਚੱਲਦਾ ਰਿਹਾ। ਪੱਟੀ ਦੀ ਵੀ ਜੋਗ ਪਰਵਿਸ਼ ਹੁੰਦੀ ਰਹੀ। ਲਾਹੌਰ ਦੀ ਪੱਟੀ ਭਾਵੇਂ ਹੋਰ ਵੀ ਸ਼ਹਿਰ ਹੈਗੇ ਸਨ, ਜਿਵੇਂ ਫਿਰੋਜ਼ਪੁਰ, ਕਲਾਨੌਰ, ਗੁਰਦਾਸਪੁਰ, ਜਲੰਧਰ, ਲੁਧਿਆਣਾ ਆਦਿ ਰਾਜ ਦੀ ਤਵੱਜੋ ਦਾ ਮਰਕਜ਼ ਰਹੇ। ਵਿਸਤਾਰ ਖੇਤਰਫਲ ਦੇ ਹਿਸਾਬ ਨਾਲ ਲਾਹੌਰ ਦੇ ਸਾਹਮਣੇ ਪੱਟੀ ਇੱਕ ਸੂਈ ਦੇ ਨੱਕੇ ਬਰਾਬਰ ਸੀ, ਪਰ ਫਿਰ ਵੀ ਇਸਲਾਮੀ ਰਾਜ ਵਿੱਚ ਪੱਟੀ ਦਾ ਥਾਂ ਵੀ ਵਿਸ਼ੇਸ਼ ਸੀ। ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਇਸ ਦੇ ਨਾਲ ਹੀ ਨਵੇਂ ਨਾਮ ਵੀ ਰੱਖੇ ਗਏ, ਪਰ ਨਾਵਾਂ ਨਾਲ ਪੱਟੀ ਵੀ ਜੁੜਦਾ ਵੱਧਦਾ ਗਿਆ। ਪੱਟੀ ਹੈਬਤਪੁਰ, ਪੱਟੀ ਮਹਾਵਤ ਖਾਂ, ਪੱਟੀ ਨੌਲੱਖੀ, ਮਾਝੇ ਦੀ ਧੁੰਨੀ ਪੱਟੀ। ਇੱਥੇ ਨੌਸ਼ਹਿਰਾ ਪਨੂਆ, ਚੌਧਰੀ ਦੇਵਾਂ, ਨੌਸ਼ਹਿਰਾ ਢਾਲਾ, ਨੌਸ਼ਹਿਰਾ ਪੜਾਣਾ ਇਸ ਵਕਤ ਪਾਕਿਸਤਾਨ ਵਿੱਚ ਹੈ। ਫੁੱਟਨੋਟ: ਸਾਹਿਬ ਰਾਏ ਸੰਧੂ ਦੀਆਂ ਘੋੜੀਆਂ ਨੇ ਫਸਲਾਂ ਦਾ ਨੁਕਸਾਨ ਕਰਨਾ ਤੇ ਫਿਰ ਦੁਖੀ ਕਿਸਾਨਾਂ ਨੂੰ ਬੜੇ ਅੱਖੜ ਜਵਾਬ ਨਾਲ ਜਲੀਲ ਕਰਨਾ। ਸਰਦਾਰ ਅਮਰ ਸਿੰਘ, ਸਰਦਾਰ ਬਘੇਲ ਸਿੰਘ ਭੁੱਸਿਆਂ ਵਾਲਿਆਂ ਘੋੜੀ ਅਤੇ ਵਿਸ਼ੇਰੀ ਫੜ ਕੇ ਸਰਦਾਰ ਲਖਬੀਰ ਸਿੰਘ ਸੰਧੂ ਘਰਿਆਲੇ ਨੂੰ ਜਾ ਫੜਾਈਆਂ। ਉਸ ਨੇ ਪਟਿਆਲੇ ਲਿਜਾ ਕੇ ਬਾਬਾ ਆਲਾ ਸਿੰਘ ਨੂੰ ਜਾ ਵੇਚੀਆਂ। ਰਕਮ ਲਿਆ ਕੇ ਬਾਬਾ ਤਾਰਾ ਸਿੰਘ ਵਾਂ ਦੇ ਲੰਗਰ ਵਿੱਚ ਪਾ ਦਿੱਤੀ। ਸਾਹਿਬ ਰਾਏ ਨੇ ਕਬੋਲਾਂ ਤੋਂ ਜੁੱਤੀਆਂ ਖਾਧੀਆਂ ਅਤੇ ਫਿਰ ਪੱਟੀਓਂ ਚੜ੍ਹਾ ਕੇ ਲਿਆਂਦਾ ਫੌਜੀ ਦਸਤਾ, ਉਸ ਦੇ ਕਈ ਬੰਦਿਆਂ ਦਾ ਮਰਨਾ ਤੇ ਫਿਰ ਲਾਹੌਰੋਂ ਫੌਜ ਚੜ੍ਹ ਕੇ ਆਈ। ਸਾਰਾ ਦਿਨ ਹੁੰਦੀ ਲੜਾਈ ਵਿੱਚ ਬਾਬਾ ਜੀ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ ਸ਼ਹੀਦ ਹੋਣਾ, ਸਾੜ ਫੂਕ ਦੇਣਾ ਸਾਰੀ ਗੱਲ ਦਾ ਨਤੀਜਾ ਸੀ। ਚੌਧਰੀ ਸਾਹਿਬ ਰਾਏ ਸੰਧੂ ਦੁਆਰਾ ਝਬਾਲ ਚੱਕ, ਫਿਰ ਗੁਰੂ ਚੱਕ, ਫਿਰ ਸ੍ਰੀ ਅੰਮ੍ਰਿਤਸਰ ਦਾ ਸਾਰਾ ਮਾਲੀਆ 9 ਲੱਖ ਰੁਪਏ ਪੱਟੀ ਵਿਖੇ ਇਕੱਠਾ ਹੁੰਦਾ ਸੀ। ਪੱਟੀ ਦਾ ਹਾਕਮ ਇਹ ਸਾਰੀ ਰਕਮ ਲਾਹੌਰ ਪਹੁੰਚਾਉਂਦਾ ਸੀ। ਉਸ ਵੇਲੇ ਪਨੂਆਂ ਦੀ ਬੜੀ ਤੁਰੀ ਵੱਜਦੀ ਸੀ। ਬੜੇ ਮਜ਼ਬੂਤ ਸੂਰਮਿਆਂ ਦਾ ਗੜ੍ਹ ਸੀ। ਕਦੀ ਕੋਈ ਇਹਨਾਂ ਨਾਲ ਆਡਾ ਨਹੀਂ ਸੀ ਲਗਾਉਂਦਾ। ਵਿਰਕ ਕਬੀਲਾ ਉਦੋਂ ਇਹਨਾਂ ਤਕੜਿਆਂ ਵਿੱਚ ਨਹੀਂ ਸੀ ਗਿਣਿਆ ਜਾਂਦਾ ਜਿੰਨਾ ਇਹ ਨਵਾਬ ਕਪੂਰ ਸਿੰਘ ਜੀ ਦੀ ਜਥੇਦਾਰੀ ਵੇਲੇ ਹੋ ਗਿਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰਚਾਰ ਫੇਰੀ ਵਿੱਚ ਜਦ ਉਹ ਮਾਝੇ ਵਿੱਚ ਵਿਚਰ ਰਹੇ ਸਨ, ਵਿਰਕਾਂ ਦੀ ਪੰਚਾਇਤ ਨੇ ਗੁਰੂ ਸਾਹਿਬ ਦਾ ਤਰਲਾ ਲਿਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡਾ ਪਨੂਆਂ ਨਾਲ ਏਕਾ ਕਰਵਾ ਦਿਓ, ਆਪੋ ਵਿੱਚ ਅਸੀਂ ਸਾਕ ਲੈ ਕੇ ਤਾਕਤ ਵਿੱਚ ਆ ਜਾਈਏ, ਸਾਡੀ ਵੀ ਭੱਲ ਬਣ ਜਾਵੇ। ਸਤਿਗੁਰੂ ਜੀ ਨੇ ਫਰਮਾਇਆ ਕਿ ਤੁਹਾਡੀ ਗੱਲ ਪਨੂਆਂ ਨਾਲ ਕੀਤੀ ਜਾਵੇਗੀ, ਪੁੱਛਾਂਗੇ ਜੇ ਉਹਨਾਂ ਪ੍ਰਵਾਨ ਕਰ ਲਈ ਤੁਹਾਡਾ ਜੋੜ ਜੁੜ ਜਾਵੇਗਾ। ਪਰ ਜਦ ਪਨੂਆਂ ਨਾਲ ਇਸ ਬਾਰੇ ਗੁਰੂ ਮਹਾਰਾਜ ਨੇ ਗੱਲ ਕੀਤੀ, ਉਹਨਾਂ ਨੂੰ ਆਪਣੇ ਜਾਹੋ ਜਲਾਲ ਦਾ ਅਵਮਾਨ ਸੀ। ਕਹਿਣ ਲੱਗੇ, ਸਤਿਗੁਰੂ ਜੀ ਇਹ ਵਿਚਾਰੇ ਕੌਣ ਹਨ? ਇਹ ਹਨ ਸਾਡੇ ਬਰਾਬਰ ਦੇ, ਇਹ ਤਾਂ ਸਾਡੇ ਪਰਛਾਵੇਂ ਵਿੱਚ ਬਹਿਣ ਜੋਗੇ ਨਹੀਂ। ਸਾਡਾ ਇਹਨਾਂ ਨਾਲ ਕਾਹਦਾ ਮੇਲ ਜੋਲ ਤੇ ਸਾਕਾਗਿਰੀ ਕਿਵੇਂ ਹੋ ਸਕਦੀ ਹੈ? ਆਪਣੀ ਔਕਾਤ ਵਿੱਚ ਹੀ ਰਹਿਣ, ਸਾਡੇ ਨਾਲ ਜੁੜਨ ਦੀ ਕਦੀ ਸੋਚਣ ਵੀ ਨਾ। ਫਿਰ ਕਾਫੀ ਸਮਾਂ ਲੰਘ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਜਦ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਹੋਈ ਤਾਂ ਸਿੱਖ ਰਾਜਸੀ ਤਾਕਤ ਖਿੱਲਰ ਪੁੱਲਰ ਗਈ। ਪਰ ਸਦਕੇ ਜਾਈਏ ਦੀਵਾਨ ਦਰਬਾਰਾ ਸਿੰਘ ਜੀ ਦੇ, ਜਿਸ ਨੇ ਲੱਭ ਲੱਭ ਕੇ ਸਿੱਖਾਂ ਨੂੰ ਜਥਿਆਂ ਦੀ ਸ਼ਕਲ ਵਿੱਚ ਜਥੇਬੰਦ ਕੀਤਾ। ਆਖਰ ਸਮਾਂ ਪਾ ਕੇ ਪੰਜਾਬ ਵਿੱਚ ਖਾਲਸਾ ਜੀ ਫਿਰ ਦਰਸ਼ਨ ਦੇਣ ਲੱਗੇ। ਭਾਵੇਂ ਮੁਗਲਾਂ ਦੇ ਜ਼ੁਲਮੋ ਸਿਤਮ ਵਿੱਚ ਕੁਝ ਥੋੜ੍ਹੀ ਜਿਹੀ ਕਰੜਾਈ ਘਟੀ, ਸਿੰਘ ਵੀ ਪੈਰਾਂ ਸਿਰ ਹੋਣ ਲੱਗੇ ਅਤੇ ਮਗਰ ਲੱਗੀਆਂ ਗਸ਼ਤੀ ਫੌਜਾਂ ਨਾਲ ਵੀ ਦੋ ਦੋ ਹੱਥ ਕਰਨ ਲੱਗੇ। ਪਹਿਲਾਂ ਵਾਲੀ ਕਮਜ਼ੋਰੀ ਅਲੋਪ ਹੋ ਗਈ। ਹੁਣ ਇਹ ਸਿੱਖ ਵੀ ਕਹਿੰਦਿਆਂ ਕਹਾਉਂਦਿਆਂ ਵਿੱਚ ਸਨ ਅਤੇ ਬਾਹੂਬਲ ਵੀ ਦਰਵਾਜ਼ਾ ਲੰਘ ਆਇਆ ਸੀ। ਵਿਰਕ ਉੱਠੇ ਤੇ ਉਹਨਾਂ ਪਨੂਆਂ ਨੂੰ ਨੱਪ ਲਿਆ। ਬਹੁਤ ਸਮਾਂ ਪਹਿਲਾਂ ਹੋਇਆ ਨਿਰਾਦਰ ਰੰਗ ਲਿਆਇਆ। ਵਿਰਕਾਂ ਨੇ ਨੌਸ਼ਹਿਰਾ ਪਨੂਆਂ ਦੀਆਂ ਹਵੇਲੀਆਂ ਢਾਹ ਕੇ ਪਹਿਲਾਂ ਪੱਟੀ ਦਾ ਕਿਲ੍ਹਾ ਬਣਵਾਇਆ, ਫਿਰ ਪਿੰਡਾਂ ਵਿੱਚ ਆਪਣੀਆਂ ਡਿਉੜੀਆਂ, ਜਿਨ੍ਹਾਂ ਦੇ ਨਿਸ਼ਾਨ ਪਿੰਡਾਂ ਵਿੱਚ ਅੱਜ ਵੀ ਹੈਗੇ ਹਨ, ਜਿਵੇਂ ਸੋਘਾ, ਫੈਜ਼ਲਪੁਰ, ਸਿੰਘਪੁਰਾ, ਫੱਤਾ ਖੋਜਾ ਵਿਖੇ
ਇਹਨਾਂ ਇੱਟਾਂ ਨਾਲ ਬਣੇ ਮਕਾਨ ਅਤੇ ਡਿਉੜੀਆਂ ਦੇ ਨਿਸ਼ਾਨ ਮੌਜੂਦ ਹਨ ਜੋ ਵੇਖੇ ਜਾ ਸਕਦੇ ਹਨ। ਸੋ ਚਾਰ ਚੁਫੇਰੇ ਵਸਦੇ ਮਝੈਲਾਂ ਵਿੱਚ ਜਿਸ ਦਾ ਅੰਤ ਇੱਕ ਗੈਰ ਸੁਖਾਵਾਂ ਖਤਰਾ ਬਣ ਗਿਆ ਸੀ ਨੂੰ ਭਾਂਪਦਿਆਂ ਸਿਕੰਦਰ ਦੇ ਉਸਤਾਦ ਅਰਸਤੂ ਦਾ ਕਹਿਣਾ ਕਿ ਇੱਥੋਂ ਬੜੀ ਸਿਆਣਪ ਨਾਲ ਬਚ ਕੇ ਮੁੜ ਜਾਣਾ ਹੀ ਤੇਰੀ ਬਹੁਤ ਵੱਡੀ ਜਿੱਤ ਹੋਵੇਗੀ। ਆਪਣੀ ਮਾਂ ਨਾਲ ਮੁੜ ਆਣ ਮਿਲਣ ਦਾ ਵਾਅਦਾ ਕਰਕੇ ਤੂੰ ਦੁਨੀਆ ਜਿੱਤਣ ਚੜ੍ਹਿਆ ਸੈਂ। ਇਸ ਥਾਂ ਨੂੰ ਦੁਨੀਆ ਦੀ ਆਖਰੀ ਹੱਦ ਸਮਝ ਲੈ ਅਤੇ ਵਾਪਸੀ ਦੇ ਕੂਚ ਦਾ ਹੁਕਮ ਦੇ ਦੇ। ਇਸ ਵਿੱਚ ਹੀ ਤੇਰੇ ਲਈ ਸੱਤੇ ਖੈਰਾਂ ਹਨ। ਸਿਕੰਦਰ ਦਿਲ ਦੀਆਂ ਦਿਲ ਵਿੱਚ ਲੈ ਕੇ ਹੀ ਵਾਪਸ ਤੁਰ ਗਿਆ। ਦਮਿਸ਼ਕ ਵਿੱਚ ਜਾ ਕੇ ਐਸਾ ਬਿਮਾਰ ਹੋਇਆ ਕਿ ਉੱਥੇ ਹੀ ਮੌਤ ਹੋ ਗਈ। ਕਾਰਨ ਇਹ ਹੋਇਆ ਕਿ ਗਰਮ ਹੋਏ ਸਰੀਰ ਨਾਲ ਨਦੀ ਵਿੱਚ ਛਾਲ ਮਾਰਨ ਨਾਲ ਭਾਵ ਗਰਮ ਸਰਦ ਹੋਣ ਕਰਕੇ ਉਸ ਦੀ ਮੌਤ ਹੋ ਗਈ। ਦੀਵਾਲੀ ਮੌਕੇ ਸ੍ਰੀ ਦਰਬਾਰ ਸਾਹਿਬ ਮਿਸਲਾਂ ਦਾ ਬਹੁਤ ਵੱਡਾ ਇਕੱਠ ਹੋਇਆ। ਪੰਥ ਵੱਲੋਂ ਮਤਾ ਪਾਸ ਹੋਇਆ ਕਿ ਕਾਬਲੀ ਬਿੱਲੇ ਭਾਵ ਅਹਿਮਦ ਸ਼ਾਹ ਅਬਦਾਲੀ ਦੇ ਮੁਖਬਰਾਂ ਤੇ ਸਹਾਇਕਾਂ ਨੂੰ ਸੋਧਿਆ ਜਾਵੇ। ਪਹਿਲਾ ਨੰਬਰ ਲੱਗਾ ਹਰਭਗਤ ਨਰਿੰਜਨੀਏ ਜੰਡਿਆਲੇ ਦਾ। ਮੁਲਾਣੇ ਤਾਂ ਪਿੰਡਾਂ ਵਿੱਚੋਂ ਭੱਜ ਕੇ ਲਾਹੌਰ ਜਾ ਵੜੇ, ਪਰ ਸਿੰਘਾਂ ਨੇ ਜੰਡਿਆਲੇ ਹੰਧਾਲੀਏ ਹਰਭਗਤ ਨਰਿੰਜਨੀਏ ਨੂੰ ਜਾ ਘੇਰਿਆ। ਇਹ ਬਾਹਰ ਨਿਕਲ ਕੇ ਸਿੰਘਾਂ ਦਾ ਸਾਹਮਣਾ ਤਾਂ ਕਰ ਨਹੀਂ ਸੀ ਸਕਦਾ, ਪਰ ਆਪਣੇ ਕਿਲ੍ਹੇ ਦੀਆਂ ਕੰਧਾਂ ਉੱਤੇ ਗਾਵਾਂ ਦੀਆਂ ਲੱਤਾਂ ਪੂਛਾਂ ਦੇ ਟੋਟੇ ਕਰਕੇ ਲਟਕਾ ਦਿੱਤੇ ਤਾਂ ਕਿ ਸਿੱਖ ਉਹਨਾਂ ਉੱਪਰ ਦੀ ਚੜ੍ਹ ਕੇ ਅੰਦਰ ਨਾ ਆ ਸਕਣ। ਫਿਰ ਨਾਲ ਲਗਵਾ ਉਸਨੇ ਦੂਸਰਾ ਕੰਮ ਇਹ ਕੀਤਾ, ਇੱਕ ਸਾਂਢਣੀ ਸਵਾਰ ਹਲਕਾਰਾ ਕਾਬਲ ਵੱਲ ਤੋਰਿਆ। ਅਬਦਾਲੀ ਅੱਗੇ ਜੋਦਰੀ ਕਰਨ ਲਈ ਕਿ ਅਸੀਂ ਤਾਂ ਸਦਾ ਤੇਰੇ ਹਾਂ, ਤੇਰੇ ਹੀ ਗੁਲਾਮ ਹਾਂ। ਇਸ ਵੇਲੇ ਪਈ ਬਿਪਤਾ ਤੋਂ ਤੂੰ ਹੀ ਸਾਨੂੰ ਬਚਾ ਸਕਦਾ ਹੈ। ਜਿੰਨੀ ਵੀ ਛੇਤੀ ਹੋ ਸਕਦੀ ਹੈ ਸਾਡੀ ਬੌੜੀ ਕਰ, ਨਹੀਂ ਤਾਂ ਇਸ ਪਏ ਘੇਰੇ ਨਾਲ ਸਾਡਾ ਨਾਮੋ ਨਿਸ਼ਾਨ ਵੀ ਖਤਮ ਹੋ ਜਾਵੇਗਾ। ਸਿੱਖ ਲੋਕ ਬਹੁਤੀ ਗਿਣਤੀ ਵਿੱਚ ਇੱਥੇ ਇਕੱਠੇ ਹੋਏ ਹਨ, ਤੂੰ ਹੀ ਇਹਨਾਂ ਦਾ ਨਿਬੇੜਾ ਕਰ ਸਕਦਾ ਹੈ। ਉਧਰ ਇਸ ਦੀ ਸਿੰਘਾਂ ਨੂੰ ਵੀ ਖਬਰ ਲੱਗ ਗਈ। ਉਹਨਾਂ ਬਾਲ ਬੱਚਾ ਸਤਲੁਜ ਦਰਿਆ ਪਾਰ ਲੰਘਾ ਕੇ ਪਿੰਡ ਗੁਰਮੇ ਦੀ ਜੂਹ ਵਿੱਚ ਜਾ ਬਿਠਾਇਆ। ਉਧਰ ਅਬਦਾਲੀ ਲਾਹੌਰ ਆਣ ਪਹੁੰਚਿਆ। ਸਿੰਘ ਘੇਰਾ ਛੱਡ ਕੇ ਦਰਿਆਓਂ ਪਾਰ ਹੋ ਗਏ ਤੇ ਕੋਪਰ ਹੀੜੇ ਵਾਲੇ ਪਾਸੇ ਜਾ ਟਿਕੇ। ਅਬਦਾਲੀ ਲਾਹੌਰ ਆ ਕੇ ਪੱਟੀ ਦੇ ਆਲੇ ਦੁਆਲੇ ਸ਼ਿਕਾਰ ਖੇਡ ਰਿਹਾ ਸੀ। ਜਦ ਉਸ ਨੂੰ ਇਹ ਖਬਰ ਮਿਲੀ ਕਿ ਸਿੰਘ ਦਰਿਆ ਪਾਰ ਕਰਕੇ ਕੋਪਰ ਹੀੜੇ ਪਰੇ ਪਿੰਡ ਗੁਰਮੇ ਵੱਲ ਇਕੱਤਰ ਹੋਏ ਹਨ, ਅਬਦਾਲੀ ਪੱਟੀਆਂ ਫੌਰਨ ਲਾਹੌਰ ਮੁੜਿਆ। 3 ਫਰਵਰੀ 1762 ਈਸਵੀ ਨੂੰ ਇਹ ਜੰਡਿਆਲੇ ਜਾ ਠਹਿਰਿਆ। ਜੰਡਿਆਲੀਏ ਨੇ ਵਹਿੜਾ ਵੱਛਿਆਂ ਨਾਲ ਜ਼ਿਆਫਤ ਕੀਤੀ। ਸਹਾਇਤਾ ਵਜੋਂ ਇੱਕ ਦੇਗ ਭਰ ਛਿੱਲੜਾਂ ਰੁਪਈਆਂ ਦੀ ਚੜ੍ਹ ਆਏ ਧਾੜਵੀਆਂ ਨੂੰ ਦਿੱਤੀ। ਇੱਥੋਂ ਉਸਨੇ ਤੇਜ਼ ਰਫ਼ਤਾਰ ਏਲਚੀ ਮਲੇਰਕੋਟਲੇ ਅਤੇ ਸਰਹਿੰਦ ਨੂੰ ਘਲਾਏ ਕਿ ਮੇਰੇ ਆਉਣ ਤੱਕ ਸਿੰਘਾਂ ਨੂੰ ਇੱਥੇ ਰੋਕੀ ਰੱਖੋ। ਮਲੇਰਕੋਟਲੇ ਦੇ ਭੀਖਣ ਖਾਂ ਅਤੇ ਸਰਹਿੰਦ ਦਾ ਜ਼ੈਨ ਉਲ ਆਬਦੀਨ, ਪੱਟੀ ਵਾਲਾ ਕਾਸਮ ਖਾਂ ਮੜਲ ਫੌਜਾਂ ਲੈ ਕੇ ਡਿਊਟੀ 'ਤੇ ਹਾਜ਼ਰ ਹੋ ਗਏ। ਇਹਨਾਂ ਨੂੰ ਸਿੰਘਾਂ ਨੂੰ ਰੋਕ ਕੇ ਰੱਖਣ ਦਾ ਹੁਕਮ ਸੀ, ਅਗਾਂਹ ਹੋ ਕੇ ਉਲਝਣ ਦਾ ਨਹੀਂ। ਪੰਥ ਵੱਲੋਂ ਸਰਦਾਰ ਸ਼ਾਮ ਸਿੰਘ ਨੂੰ ਆਖਿਆ ਗਿਆ ਕਿ ਕਾਸਮ ਖਾਂ ਮੜਲ ਦੀ ਖਬਰ ਲਵੇ। ਸਰਦਾਰ ਸ਼ਾਮ ਸਿੰਘ ਨੇ ਆਪਣੇ ਸਿੰਘ ਲੈ ਕੇ ਬਾਜ ਵਾਂਗੂ ਝਪਟਾ ਮਾਰਿਆ ਤੇ ਕਾਸਮ ਖਾਂ ਮੜਲ ਦੀਆਂ ਐਸੀਆਂ ਤਣਾਵਾਂ ਕੱਸੀਆਂ ਕਿ ਭਾਈਦੇ ਨੇ ਪਿੱਛਾ ਭੌਂ ਕੇ ਨਹੀਂ ਵੇਖਿਆ ਅਤੇ ਫਿਰ ਸਾਰਾ ਦਿਨ ਜੰਗ ਵਿੱਚ ਹਿੱਸਾ ਨਹੀਂ ਲਿਆ। 4 ਫਰਵਰੀ 1762 ਈਸਵੀ ਨੂੰ ਅਬਦਾਲੀ ਛੂਟ ਮਾਰ ਕੇ ਨੂਰ ਮਹਿਲ ਦੀ ਸਰਾਂ ਅੱਪੜ ਗਿਆ। 5 ਫਰਵਰੀ ਨੂੰ ਸਵਖਤੇ ਚੱਲ ਕੇ ਤਲਬਣੋਂ ਸਤਲੁਜ ਪਾਰ ਕਰਕੇ ਸਿੰਘਾਂ ਵੱਲ ਵਧਿਆ। ਉਸ ਦੇ ਕਜਲ ਬਾਸ਼ਾਂ ਦੀਆਂ ਲਾਲ ਟੋਪੀਆਂ ਵੇਖ ਸਿੰਘ ਕੇਸੂ ਦੇ ਫੁੱਲਾਂ ਦਾ ਭੁਲੇਖਾ ਖਾਧਾ, ਪਰ ਸਿੰਘਾਂ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਉਹ ਕਥਾਂ ਫਸ ਗਏ ਹਨ। ਵੱਡੇ ਘੱਲੂਘਾਰੇ ਦਾ ਆਰੰਭ ਹੋਇਆ। ਸਾਰਾ ਦਿਨ ਸਿੰਘਾਂ ਦਾ ਕਾਫਲਾ ਤੁਰਦਾ ਹੀ ਗਿਆ। ਤੀਰ ਤਲਵਾਰਾਂ ਨੇਜ਼ੇ ਬੰਦੂਕਾਂ ਦੁਵੱਲੇ ਖੂਬ ਚੱਲੇ, ਪਰ ਕਿਸੇ ਬੰਨੇ ਗੱਲ ਨਾ ਲੱਗੀ ਦੇਖ ਕੇ ਅਬਦਾਲੀ ਨੇ ਜ਼ੈਨ ਉਲ ਆਬਦੀਨ ਤੇ ਹੋਰਾਂ ਨੂੰ ਹੁਕਮ ਭੇਜਿਆ ਕਿ ਸਿੰਘਾਂ ਦੇ ਕਾਫਲੇ ਨੂੰ ਅੱਗਿਓਂ ਰੋਕਿਆ ਜਾਵੇ ਤਾਂ ਕਿ ਮੈਂ ਇਹਨਾਂ ਨੂੰ ਤਹਿ ਤੇਗ ਕਰ ਦੇਵਾਂ। ਜ਼ੈਨ ਉਲ ਆਬਦੀਨ ਦਾ ਜਵਾਬ ਸੀ ਕਿ ਹਜ਼ੂਰ, ਇਹਨਾਂ ਨੂੰ ਅੱਗੇ ਹੋ ਕੇ ਕੌਣ ਰੋਕ ਸਕਦਾ ਹੈ। ਜੇ ਮੇਰੀ ਗੱਲ ਦਾ ਯਕੀਨ ਨਾ ਹੋਵੇ, ਆਪ ਅੱਗੇ ਆ ਕੇ ਸਭ ਕੁਝ ਅੱਖੀਂ ਵੇਖ ਲਓ। ਸਾਰੇ ਦਿਨ ਦੇ ਲਹੂ ਵੀਟਵੀਂ ਜੰਗ ਵਿੱਚ ਕੋਈ ਜਿੱਤ ਹਾਰ ਨਾ ਹੋਈ। ਕਾਫਲਾ ਸੰਘੇੜੇ ਪਿੰਡ ਬਰਨਾਲੇ ਨਜ਼ਦੀਕ ਪਹੁੰਚ ਗਿਆ ਤੇ ਅਬਦਾਲੀ ਮਲੇਰਕੋਟਲੇ ਵਾਪਸ ਮੁੜ ਗਿਆ। ਕਿਹਾ ਜਾਂਦਾ ਹੈ ਕਿ ਇਸ ਘਮਸਾਣ ਦੇ ਯੁੱਧ ਵਿੱਚ 25 ਤੋਂ 30 ਹਜ਼ਾਰ ਦਰਮਿਆਨ ਸਿੰਘ ਸ਼ਹੀਦ ਹੋ ਗਏ।
ਜਿਨ੍ਹਾਂ ਵਿੱਚ ਬਹੁਤੇ ਨਿਆਣੇ, ਬਜ਼ੁਰਗ, ਮਾਈਆਂ ਬੀਬੀਆਂ ਅਤੇ ਬੇਹਥਿਆਰੇ ਸੇਵਾਦਾਰ ਸਨ। ਪਰ ਕਿਸੇ ਮਾਈ ਦੇ ਲਾਲ ਨੇ ਅੱਜ ਤੱਕ ਇਹ ਨਹੀਂ ਦੱਸਿਆ ਕਿ ਅਬਦਾਲੀ ਦੇ ਕਿੰਨੇ ਖਾਨ ਬਹਾਦਰ ਸਿੰਘਾਂ ਦੀ ਤੇਗ ਦੀ ਭੇਟ ਚੜ੍ਹ ਗਏ। ਅੱਜ ਤੀਕ ਇਸ ਭੇਦ ਦਾ ਪਤਾ ਨਹੀਂ ਲੱਗਾ। ਸੰਭਵ ਹੈ ਕਿ ਉਸ ਵੇਲੇ ਅਬਦਾਲੀ ਤੋਂ ਡਰਦਿਆਂ ਹੀ ਕਿਸੇ ਨੇ ਇਸ ਦੀ ਭਿਣਕ ਨਾ ਕੱਢੀ ਹੋਵੇ। ਇਤਿਹਾਸ ਪੜ੍ਹਨ ਵਾਲਿਆਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਬਦਾਲੀ ਨੂੰ ਲਲਕਾਰਦਾ ਹੈ ਕਿ ਮੇਰੇ ਸਾਹਮਣੇ ਆ ਕੇ ਮੇਰੇ ਨਾਲ 2 ਹੱਥ ਕਰ, ਪਰ ਅਬਦਾਲੀ ਜੈਨ ਖਾਂ, ਭੀਖਣ ਖਾਂ, ਕਾਸਮ ਖਾਂ ਆਦਿ ਸਾਹਮਣੇ ਨਹੀਂ ਆਉਂਦੇ। ਉਸ ਦੇ ਹੱਥ ਫੜੀ ਕਿਰਪਾਨ ਤੋਂ ਡਰਦੇ ਸੀ ਨਾ। ਜਿਹੜੇ ਉਸਦੇ ਵਰਗੇ ਹਜ਼ਾਰਾਂ ਹੋਰ ਸਨ, ਕਿ ਉਹਨਾਂ ਦੇ ਹੱਥਾਂ ਵਿੱਚ ਕਿਤੇ ਭੂਤ ਦੀਆਂ ਸ਼ਮਕਾਂ ਸਨ? ਇਹਨਾਂ ਦੀਆਂ ਕਿਰਪਾਨਾਂ ਜਿਨ੍ਹਾਂ ਨੂੰ ਵੱਜੀਆਂ 2 ਫਾੜ ਕਰ ਦਿੰਦੀਆਂ ਸਨ। ਕੀ ਮੋਮਨ ਮਰਦੇ ਨਹੀਂ ਸਨ? ਜੇ ਮਰਦੇ ਸਨ ਤਾਂ ਫਿਰ ਗਿਣਤੀ ਤੇ ਉਹਨਾਂ ਦੀ ਵੀ ਹੋਵੇਗੀ। ਵੈਸੇ ਲੇਖਕਾਂ ਨੇ ਗੱਲੀਂ ਬਾਤੀਂ ਤਾਂ ਉਸ ਨੂੰ ਏਸ਼ੀਆ ਦਾ ਅਜਿੱਤ ਜਰਨੈਲ ਬਣਾ ਧਰਿਆ ਹੈ, ਪਰ ਸਿੰਘਾਂ ਨੇ ਉਸੇ ਵਰੇ ਹੀ ਦੀਵਾਲੀ ਨੂੰ ਅੰਮ੍ਰਿਤਸਰ ਇਕੱਠਿਆਂ ਹੋ ਕੇ ਲਲਕਾਰਿਆ, ਪਰ ਦੁਪਹਿਰ ਤੱਕ ਵੀ ਮਸਾਂ ਹੀ ਅੜਿਆ। ਸਮੇਤ ਫੌਜ ਦੇ ਲਾਹੌਰ ਵੱਲ ਨੂੰ ਭੱਜਾ ਅਤੇ ਸਿੰਘ ਮਗਰੇ ਗੱਭੇ ਵਾਂਢ ਕਰਦੇ ਲਾਹੌਰ ਦੀਆਂ ਕੰਧਾਂ ਤੱਕ ਗਏ ਅਤੇ ਅਬਦਾਲੀ ਚੜ੍ਹੀ ਸਵਾਰੀ ਹੀ ਦਰਿਆ ਰਾਵੀ ਲੰਘ ਗਿਆ। ਇਹ ਆਪਣੇ ਚਾਚੇ ਸਰਬੁਲੰਦ ਖਾਂ ਨੂੰ ਸਰਦਾਰ ਚੜ੍ਹਤ ਸਿੰਘ ਦੀ ਕੈਦ ਚੋਂ ਕਿਉਂ ਨਾ ਛੁਡਾ ਸਕਿਆ। ਫਿਰ ਸਿੰਘਾਂ ਨੂੰ ਖੁਸ਼ਕ ਮੇਵਿਆਂ ਦੇ ਲੱਦੇ ਖੱਚਰ ਊਠ ਘਲਾ ਕੇ ਸੱਦਾ ਭੇਜਿਆ ਕਿ ਆਪਾਂ ਸੁਲ੍ਹਾ ਕਰ ਲਈਏ। ਸਿੰਘਾਂ ਦਾ ਜਵਾਬ, ਅੱਗ ਤੇ ਬਰੂਦ ਦਾ ਕੀ ਮਿਲਾਪ, ਹਾਂ ਸੁਲ੍ਹਾ ਕਰਾਂਗੇ। ਪਿਸ਼ਾਵਰ ਆਣ ਕੇ ਤੇਗਾਂ ਦੀਆਂ ਕਲਮਾਂ ਬਣਾ ਕੇ ਤੁਹਾਡੇ ਖੂਨ ਰੂਪੀ ਸਿਆਹੀ ਵਿੱਚ ਲਿਖਾਂਗੇ। ਫਿਰ ਇਹ ਵੀ ਹਾੜਾ ਹੈ ਕਿ ਮੈਂ ਪੰਜਾਬ ਵੇਚਦੀ ਨਹੀਂ ਲੰਘਦਾ, ਦਰਾ ਬੁਲਾਨ ਵੇਚਦੀ ਲੰਘ ਕੇ ਰਾਜਸਥਾਨ ਰਾਹੀਂ ਅਗਾਂਹ ਹਿੰਦੁਸਤਾਨ ਵੱਲ ਚਲਿਆ ਜਾਇਆ ਕਰਾਂਗਾ। ਸਿੰਘਾਂ ਦਾ ਕਹਿਣਾ, ਇੱਧਰ ਦੀ ਲੰਘਣਾ ਤਾਂ ਰਿਹਾ ਇੱਕ ਪਾਸੇ, ਅਸੀਂ ਇੱਧਰ ਤੈਨੂੰ ਝਾਕਣ ਵੀ ਨਹੀਂ ਦੇਵਾਂਗੇ। ਇਸ ਨੂੰ ਪੰਜਾਬ ਵਿੱਚ ਐਸਾ ਦੁਬੱਲਿਆ ਸੀ ਕਿ ਇਸ ਦਾ ਪੋਤਰਾ ਸ਼ਾਹ ਜਮਾਨ ਸ਼ੇਰੇ ਪੰਜਾਬ ਦੇ ਇੱਕ ਦਬਕੇ ਨਾਲ ਲਾਹੌਰ ਦਾ ਕਬਜ਼ਾ ਛੱਡ ਕੇ ਹਵਾ ਹੋ ਗਿਆ ਸੀ। ਮੁੜ ਕੇ ਫਿਰ ਕੋਈ ਹਮਲਾਵਰ ਪੰਜਾਬ ਵੱਲ ਨਾ ਦੇਖ ਸਕਿਆ। ਵਜ੍ਹਾ ਪੰਜਾਬ ਸ਼ੇਰਾਂ ਦੀ ਜੂਹ ਸੀ। ਆਪਣੀ ਜਾਨ ਦਾ ਵੈਰੀ ਹੀ ਇੱਧਰ ਕਦਮ ਪੁੱਟ ਸਕਦਾ ਸੀ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਪੱਟੀ 2 ਵਾਰ ਆਏ ਸਨ। ਇੱਕ ਵਾਰ ਰਾਤ ਟਿਕੇ ਸਨ, ਦੂਜੀ ਵਾਰ ਅਟਕਣ ਦਾ ਸੋਚਿਆ ਵੀ ਨਹੀਂ। ਪੱਟੀ ਵਾਲਿਆਂ ਨੇ ਪਹਿਲੀ ਵਾਰ ਚੱਜ ਨਾਲ ਜੀ ਆਇਆਂ ਨਹੀਂ ਆਖਿਆ ਸੀ। ਇਸ ਕਰਕੇ ਪੱਟੀ ਪ੍ਰਤੀ ਉਸ ਵੇਲੇ ਇੱਕ ਮੁਹਾਵਰਾ ਪ੍ਰਚਲਿਤ ਹੋਇਆ, ਪੱਟੀ ਦੇ ਲੋਕ ਐਸੇ ਡਿੱਠੇ, ਅੰਦਰੋਂ ਕੌੜੇ ਬਾਹਰੋਂ ਮਿੱਠੇ। ਪੱਟੀ ਦੀ ਆਬਾਦੀ ਵਿੱਚ ਬਹੁ ਗਿਣਤੀ ਮੁਸਲਮਾਨਾਂ ਦੀ ਸੀ। ਇੱਕ ਬੜਾ ਤਕੜਾ ਮੁਗਲ ਘਰਾਣਾ ਸੀ, ਹਮੀਦ ਉਲ ਬੇਗ, ਰਹਿਮਤ ਉੱਲਾ ਬੇਗ, ਅਮਾਨ ਉੱਲਾ ਬੇਗ। ਬੜੀ ਜਾਇਦਾਦ ਵਾਲੇ ਅਮੀਰ ਚੌਧਰੀ ਸਨ। ਥਾਣਾ ਪੱਟੀ ਵਿੱਚ ਵੀ ਇਹਨਾਂ ਦੀ ਹੀ ਚੱਲਦੀ ਸੀ। ਹਮੀਦ ਉੱਲਾ ਬੇਗ ਨੇ ਪੱਟੀ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਸਿਰ ਕੱਢ ਖਾੜਕੂ ਜੱਟਾਂ ਨਾਲ ਬੜੀ ਚੰਗੀ ਬਣਾਈ ਹੋਈ ਸੀ। ਇਸ ਦੇ ਨਿੱਕੇ ਜਿਹੇ ਇਸ਼ਾਰੇ ਉੱਤੇ ਇਸ ਦੇ ਪਿੱਛੇ ਸੈਂਕੜੇ ਡਾਂਗਾਂ ਖੜੀਆਂ ਹੋ ਜਾਂਦੀਆਂ ਸਨ। ਥਾਣਾ ਪੱਟੀ ਤੋਂ ਸਟੇਸ਼ਨ ਵੱਲ ਜਾਂਦਿਆਂ ਸੱਜੇ ਹੱਥ ਬਹੁਤ ਵੱਡਾ ਤੇ ਆਲੀਸ਼ਾਨ ਗੇਟ ਬਣਿਆ ਹੋਇਆ ਸੀ। ਪਿਛਲੇ ਪਾਸੇ ਬਾਗ ਅਤੇ ਕੋਠੀਆਂ ਸਨ। ਬਾਗਾਂ ਨੂੰ ਪਾਣੀ ਦੇਣ ਲਈ ਉਚੇਚੇ ਤੌਰ ਉੱਤੇ ਇੱਕ ਖਾਲ ਵੀ ਬਾਜ਼ਾਰ ਦੇ ਆਰ ਪਾਰ ਲੰਘ ਕੇ ਉਹਨਾਂ ਲਈ ਕਈ ਏਕੜਾਂ ਨੂੰ ਸੈਰਾਬ ਕਰਦਾ ਸੀ। ਗੇਟ ਦੇ ਐਨ ਸਾਹਮਣੇ ਅੰਦਰਵਾਰ ਵੱਡੇ ਅਤੇ ਸੋਹਣੇ ਤਰੀਕੇ ਨਾਲ ਬਣਿਆ ਫੂਸ ਬੰਗਲਾ ਟੱਪ, ਜਿਸ ਵਿੱਚ ਮੇਜ਼, ਕੁਰਸੀਆਂ ਅਤੇ ਵਿਸ਼ੇਸ਼ ਤੌਰ ਉੱਤੇ ਹੁੱਕੇ ਵੀ ਹੁੰਦੇ ਸਨ। ਆਓ ਭਗਤ ਲਈ ਹਰ ਵੇਲੇ ਇੱਕ ਖਿਦਮਤਗਾਰ ਹਾਜ਼ਰ ਰਹਿੰਦਾ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪੱਟੀ ਤੱਕ ਰੇਲਵੇ ਲਾਈਨ ਬਣੀ ਹੋਈ ਸੀ। ਇੱਥੋਂ ਹੀ ਗੱਡੀ ਵਾਪਸ ਮੁੜ ਜਾਂਦੀ ਸੀ। ਰੇਲਵੇ ਸਟੇਸ਼ਨ ਤੋਂ ਉੱਤਰ ਪੱਛਮ ਵਾਲੇ ਪਾਸੇ ਬਹੁਤ ਵੱਡੇ ਵੱਡੇ 2 ਤਲਾਅ ਸਨ, ਜਿਨ੍ਹਾਂ ਵਿੱਚ ਰਾਜਬਾਗ ਰਸੂਲਪੁਰ ਤੋਂ ਇੱਕ ਮੋਗੇ ਰਾਹੀਂ ਖਾਲ ਦਾ ਪਾਣੀ ਪੈਂਦਾ ਤੇ ਇਹ ਹਰ ਵਕਤ ਭਰੇ ਰਹਿੰਦੇ ਸਨ। ਰੇਲਵੇ ਸਟੇਸ਼ਨ ਦੇ ਐਨ ਸਾਹਮਣੇ ਇੱਕ ਛੋਟਾ ਜਿਹਾ ਪਲਾਂਟ ਲੱਗਾ ਹੁੰਦਾ ਸੀ, ਜੋ ਪਾਣੀ ਸਾਫ਼ ਕਰਕੇ ਰੇਲ ਦੇ ਇੰਜਣਾਂ ਨੂੰ ਅਤੇ ਰੇਲਵੇ ਦੇ ਕਰਮਚਾਰੀਆਂ ਨੂੰ ਸਟੇਸ਼ਨ ਉੱਤੇ ਪਾਣੀ ਦਿੰਦਾ ਸੀ। 1947 ਤੱਕ ਰੇਲਵੇ ਸਟੇਸ਼ਨ ਬੜਾ ਸਾਫ਼ ਸੁਥਰਾ ਅਤੇ ਫੁੱਲ ਬੂਟਿਆਂ ਨਾਲ ਸਜਿਆ ਹੋਇਆ ਕਾਬਲੇ ਦੀਦ ਸੀ। 1947 ਤੋਂ ਬਾਅਦ ਪਾਣੀ ਵਾਲੇ ਤਲਾਅ ਵੀ ਖਤਮ ਹੋ ਗਏ ਸਨ। ਵਾਟਰ ਪਲਾਂਟ ਵੀ ਨਾ ਰਿਹਾ ਤੇ ਇਹਨਾਂ ਨੂੰ ਪਾਣੀ ਦੇਣ ਵਾਲਾ ਹਾਈਡਰੈਂਟ ਪਲਾਂਟ ਵੀ ਪੁੱਟਿਆ ਗਿਆ। 1905 ਈਸਵੀ ਤੋਂ ਮਗਰੋਂ ਕਸੂਰ ਵੱਲ ਨੂੰ ਰੇਲਵੇ ਲਾਈਨ ਵਿਛਾਈ ਗਈ।
ਜਿਸ ਨਾਲ ਅੰਮ੍ਰਿਤਸਰ ਅਤੇ ਕਸੂਰ ਆਪਸ ਵਿੱਚ ਜੁੜ ਗਏ। ਚੜ੍ਹਾਊ ਤੇ ਮਾਲ ਗੱਡੀਆਂ ਦੀ ਆਮਦੋ ਰਫਤ ਵਧੀ। ਇੱਥੇ ਇਹ ਗੱਲ ਅਚੰਭੇ ਵਾਲੀ ਲਿਖਣੀ ਪੈਂਦੀ ਹੈ ਕਿ ਪੱਟੀ ਵਿੱਚ ਇੱਕ ਕਪਾਹ ਦਾ ਕਾਰਖਾਨਾ, ਜੋ ਹੁਣ ਨਹੀਂ ਹੈ, ਇੱਕ ਮੁੱਦਤ ਹੋਈ ਖਤਮ ਹੋ ਗਿਆ ਹੈ ਅਤੇ ਸਿਵਾਏ ਇੱਟਾਂ ਵਾਲੇ ਭੱਠੇ ਤੋਂ ਕੋਈ ਇੰਡਸਟਰੀ ਨਹੀਂ। ਪਾਕਿਸਤਾਨ ਬਣਿਆ ਤਾਂ ਸਾਰੇ ਮੁਸਲਮਾਨ ਪੱਟੀ ਛੱਡ ਕੇ ਚਲੇ ਗਏ। ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਕੋਈ ਵੇਲਾ ਸੀ ਜਦ ਹਾਜੀ ਲੱਕ ਲੱਕ ਵਰਗੇ ਨਾਮਵਰ ਸ਼ਾਇਰ ਪੱਟੀ ਦਾ ਸ਼ਿੰਗਾਰ ਹੁੰਦੇ ਸਨ। ਇੱਥੇ ਹੱਥ ਖੱਡੀਆਂ ਦਾ ਬੜਾ ਪਸਾਰ ਸੀ। ਇੱਥੋਂ ਦਾ ਉਣਿਆ ਹੋਇਆ ਕੱਪੜਾ ਸਾਹੀਵਾਲ, ਕੋਟਾ, ਮੁਲਤਾਨ ਤੱਕ ਜਾਂਦਾ ਰਿਹਾ ਹੈ। ਇੱਥੇ ਗਾਂ-ਕੁਸ਼ੀ ਭਾਵ ਗਾਂ ਵੀ ਹਲਾਲ ਹੁੰਦੀ। ਪੱਟੀ ਤੋਂ ਬਾਹਰ ਪਿੰਡਾਂ ਵਿੱਚ ਵੀ ਮਾਸ ਵਿਕਦਾ, ਪਰ ਮੋਟਾ ਮਾਸ ਕਹਿ ਕੇ। ਗੁਰਦੁਆਰਾ ਭੱਠ ਸਾਹਿਬ ਤੋਂ ਚੜ੍ਹਦੇ ਨੂੰ ਤੁਰਦੇ ਦੋ ਬਾਜ਼ਾਰ, ਇੱਕ ਕਾਜ਼ੀਆਂ ਵਾਲਾ ਅਤੇ ਇੱਕ ਆਲਮਾਂ ਵਾਲਾ ਸਨ, ਜੋ ਨਿਰੋਲ ਮੁਸਲਮਾਨਾਂ ਦੇ ਸਨ। ਮੁਸਲਮਾਨ ਇਹਨਾਂ ਬਾਜ਼ਾਰਾਂ ਵਿੱਚ ਦੀ ਸਿੱਖਾਂ ਅਤੇ ਹਿੰਦੂਆਂ ਨੂੰ ਲੰਘਣ ਨਹੀਂ ਸਨ ਦਿੰਦੇ, ਸਿਵਾਏ ਭਾਈ ਰਤਨ ਸਿੰਘ ਜੀ, ਜੋ ਕਿ ਡਾਕਟਰ ਅਮਰ ਸਿੰਘ ਜੀ ਅਤੇ ਦੁਨੀਆ ਦੇ ਨਾਮਵਰ ਗੁਰਦਾ ਮਾਹਰ ਡਾਕਟਰ ਕਿਰਪਾਲ ਸਿੰਘ ਜੀ ਦੇ ਪਿਤਾ ਸਨ ਤੇ ਬੜੇ ਹੀ ਨੇਕ ਅਤੇ ਦੇਸ਼ ਭਗਤ ਇਨਸਾਨ ਸਨ। ਸਿਰਫ ਉਹਨਾਂ ਨੂੰ ਲੰਘਣ ਤੋਂ ਕੋਈ ਰੋਕ ਨਹੀਂ ਸੀ। ਹਿੰਦੂ ਬੜੀ ਦੱਬੂ ਜਿਹੀ ਸਥਿਤੀ ਵਿੱਚ ਰਹਿੰਦੇ ਸਨ। ਫਿਰ ਇਹਨਾਂ ਇਸ ਦਬਾਅ ਹੇਠੋਂ ਨਿਕਲਣ ਦੀ ਸੋਚੀ ਕਿ ਕਿਸੇ ਤਕੜੇ ਦੀ ਓਟ ਲਈ ਜਾਵੇ। ਦੇਸ਼ ਵੰਡ ਤੋਂ ਪਹਿਲਾਂ ਸ੍ਰੀ ਤੇਲੂਮਲ ਜੀ, ਸ੍ਰੀ ਪੰਜੂ ਮੱਲ ਜੀ ਅਤੇ ਸ੍ਰੀ ਗੰਡੂ ਮੱਲ ਜੀ, ਕਪਾਹ ਦੇ ਕਾਰਖਾਨੇ ਵਾਲੇ ਅੱਬੀ ਗੋਤ ਦੇ ਖੱਤਰੀ, ਮਾਤਾ ਮੋਹਨ ਦੇਈ ਜੀ, ਜਿਨ੍ਹਾਂ ਦੇ ਨਾਮ ਉੱਪਰ ਬਣਿਆ ਮੰਦਰ ਮੋਹਨ ਦੇਈ ਮੰਦਰ ਹੈ, ਪੱਟੀ ਦੇ ਆਲੇ ਦੁਆਲੇ ਤੋਂ ਬੜੀ ਦੂਰੋਂ ਦਿਸਦਾ ਹੈ। ਕੁਝ ਸਿਆਣਿਆਂ ਬੰਦਿਆਂ ਨੂੰ ਨਾਲ ਲੈ ਕੇ ਇਹ ਵਫਦ ਬਣ ਕੇ ਬਾਬਾ ਸੋਹਣ ਸਿੰਘ ਦਲ ਵਿਧੀ ਚੰਦ ਜੀ ਪਾਸ ਸੁਰ ਸਿੰਘ ਹਾਜ਼ਰ ਹੋਏ। ਆਪਣੀ ਸਾਰੀ ਹਾਲਤ ਬਿਆਨ ਕੀਤੀ ਅਤੇ ਬੇਨਤੀ ਕੀਤੀ, ਤੁਸੀਂ ਗੁਰਦੁਆਰਾ ਭੱਠ ਸਾਹਿਬ ਆਣ ਕੇ ਪੱਕੇ ਤੌਰ 'ਤੇ ਕਿਆਮ ਕਰੋ। ਅਤੇ ਨਾਲ ਹੀ ਮਾਤਾ ਮੋਹਨ ਦੇਈ ਜੀ ਨੇ ਕਾਫੀ ਨਾਲ ਲਗਵਾਂ ਥਾਂ ਦੇਣ ਦਾ ਵਾਅਦਾ ਕੀਤਾ। ਬਾਬਾ ਸੋਹਣ ਸਿੰਘ ਜੀ ਉਸ ਵੇਲੇ ਚੜ੍ਹਦੀ ਜਵਾਨੀ ਵਿੱਚ ਸਨ ਤੇ ਛੇਤੀ ਆਉਣ ਦਾ ਵਾਅਦਾ ਕੀਤਾ ਅਤੇ ਦਲ ਲੈ ਕੇ ਆਏ ਵੀ। ਅਗਲੇ ਦਿਨ ਨਗਾਰਾ ਵਜਾਉਂਦੇ ਹੋਏ ਉਹਨਾਂ ਬਾਜ਼ਾਰਾਂ ਵਿੱਚ ਦੀ ਲੰਘੇ ਤੇ ਉਧਰ ਦੀ ਹੀ ਵਾਪਸ ਮੁੜੇ। ਹੁਣ ਗੁਰਦੁਆਰਾ ਭੱਠ ਸਾਹਿਬ ਦੇ ਨਾਲ ਲੱਗਵੇਂ ਥਾਂ ਦਲ ਨੇ ਟਿਕਾਣਾ ਕਰ ਲਿਆ ਤੇ ਰੋਜ਼ ਹੀ ਸਾਰੇ ਬਾਜ਼ਾਰਾਂ ਵਿੱਚ ਦੀ ਲੰਘਣ ਲੱਗ ਪਏ ਅਤੇ ਕਿਸੇ ਨੇ ਕੋਈ ਮਜ਼ਾਹਤ ਨਾ ਕੀਤੀ। ਬਿਨਾਂ ਕਿਸੇ ਰੋਕ ਟੋਕ ਤੋਂ ਕੁਝ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ। ਹੁਣ ਮੁਸਲਮਾਨਾਂ ਵਾਲੇ ਪਾਸਿਓਂ ਵੀ ਇੱਕ ਵਫਦ ਬਾਬੇ ਸੋਹਣ ਸਿੰਘ ਪਾਸ ਹਾਜ਼ਰ ਹੋਇਆ ਅਤੇ ਬੇਨਤੀ ਕੀਤੀ ਕਿ ਤੁਹਾਡੇ ਇਸ ਤਰ੍ਹਾਂ ਲੰਘਣ 'ਤੇ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਬਿਨਾਂ ਉਸ ਵੇਲੇ ਜਦ ਹੋ ਰਹੀ ਨਮਾਜ਼ ਵਿੱਚ ਵਿਘਨ ਪੈਂਦਾ ਹੋਵੇ। ਬਾਬਾ ਜੀ ਆਖਿਆ ਕਿ ਹੋ ਰਹੀ ਨਮਾਜ਼ ਵਿੱਚ ਕੋਈ ਮਸੀਤੋਂ ਬਾਹਰ ਆ ਕੇ ਦਲ ਨੂੰ ਇਸ਼ਾਰਾ ਕਰ ਦਿਆ ਕਰੇ ਤੇ ਦਲ ਖਾਮੋਸ਼ੀ ਨਾਲ ਲੰਘ ਜਾਇਆ ਕਰੇਗਾ। ਤੁਹਾਡੀ ਨਮਾਜ਼ ਵਿੱਚ ਕੋਈ ਵਿਘਨ ਨਹੀਂ ਪਵੇਗਾ। ਹਿੰਦੂਆਂ ਦੇ ਵਫਦ ਜਿਸ ਦਾ ਜ਼ਿਕਰ ਉੱਤੇ ਕੀਤਾ ਹੈ, ਉਸ ਨੇ ਪਹਿਲੀ ਬੇਨਤੀ ਦੇ ਨਾਲ ਬਾਬਾ ਸੋਹਣ ਸਿੰਘ ਜੀ ਨੂੰ ਦੂਸਰੀ ਬੇਨਤੀ ਇਹ ਵੀ ਕੀਤੀ ਕਿ ਜੋ ਮੁਸਲਮਾਨ ਇੱਥੇ ਗਾਂ ਹਲਾਲ ਕਰਦੇ ਹਨ, ਉਹਨਾਂ ਨੂੰ ਇਸ ਕੰਮੋਂ ਵਰਜਿਆ ਜਾਵੇ। ਬਾਬਾ ਸੋਹਣ ਸਿੰਘ ਦੇ ਕਹਿਣ ਉੱਤੇ ਮੁਸਲਮਾਨ ਇਸ ਕੰਮ ਤੋਂ ਬਾਜ਼ ਆਏ ਤੇ ਦੇਸ਼ ਵੰਡ ਤੱਕ ਇਹ ਕੰਮ ਬੰਦ ਹੀ ਰਿਹਾ। ਇਹਨਾਂ ਤੋਂ ਕੋਈ ਵੀ ਗਾਂ ਜ਼ਿਬਾ ਨਹੀਂ ਸੀ ਕਰਦਾ ਅਤੇ ਪੱਟੀ ਵਿੱਚ ਪੂਰਾ ਅਮਨ ਅਮਾਨ ਰਿਹਾ। ਮਾਝੇ ਵਿੱਚ ਲਾਹੌਰ ਭੰਗਾਲੀ, ਲਾਹੌਰ ਤੋਂ ਹਰੀਕੇ ਵਾਲੀ ਸੜਕ ਉੱਤੇ 8 ਮੀਲ ਪੂਰਬ ਪੜਾਣਾ, ਚੂੰਗ, ਬਰਕੀ, ਜਾਮਣ, ਘਵਿੰਡ, ਘਵਿੰਡੀ, ਖਾਲੜਾ, ਪਹੂਵਿੰਡ, ਡੱਲ, ਮਾੜੀ ਮੇਗਾ, ਪਹਿਲਵਾਨਾਂ ਵਾਲੀ ਮਾੜੀ ਅਤੇ ਮਾੜੀ ਕੰਬੋ ਕੀ, ਵਾਂ ਬਾਬਾ ਤਾਰਾ ਸਿੰਘ, ਰਾਜੋ ਕੇ, ਕਾਲੀਆਂ, ਸਨਕਤਰਾ, ਬਦਰਪੁਰ, ਜਠੌਲ, ਚਾਹਲ, ਹੇਰ, ਚੱਠਿਆਂ ਵਾਲਾ, ਵੇਗਲ, ਜੋਧੂ ਧੀਰ, ਕਾਨਾ ਕਾਸ਼ਾ, ਹੱਲੋਵਾਲ, ਰਾਏਵਿੰਡ, ਰਾਏ ਜੰਗ, ਦਫਤੋ, ਸਰਹਾਲੀ, ਆਸਲ, ਭੂਰੇ, ਵਲਟੋਹਾ, ਘਰਿਆਲਾ, ਸਵਰਾ, ਕਿਰਤੋਵਾਲ, ਚੂਸਲੇਵੜ, ਕੱਚਾ ਪੱਕਾ, ਮਨਿਹਾਲਾ, ਜੈ ਸਿੰਘ, ਮੁਗਲ, ਡਿਆਲ ਰਾਜਪੂਤਾਂ, ਸੁਰ ਸਿੰਘ, ਭਿੱਖੀਵਿੰਡ, ਸਿੰਘਪੁਰਾ, ਅਲਗੋਂ, ਪੂਲਾ, ਨੌਸ਼ਹਿਰਾ ਢਾਲਾ, ਸਾਹਿਬ ਰਾਏ ਸੰਧੂਵਾਲਾ, ਘੋੜੀਆਂ ਵਾਲਾ ਸਾਕਾ, ਸ਼ਹਾਦਤ ਭਾਈ, ਤਾਰਾ ਸਿੰਘ ਵਾਂ ਅਤੇ ਪੱਟੀ। ਇਹਨਾਂ ਸਾਰਿਆਂ ਲਾਹੌਰ ਦਿਆਂ ਅਹਿਮ ਪਿੰਡਾਂ, ਜਿਨ੍ਹਾਂ ਦੇ ਵੱਡੇ ਵੱਡੇ ਰਕਬੇ ਹਨ ਅਤੇ ਆਬਾਦੀ ਵੀ ਚੋਖੀ ਸੀ ਤੇ ਹੈ। ਪੱਟੀ ਭਾਵੇਂ ਬਹੁਤ ਪਹਿਲਾਂ ਪਿੰਡ ਤੋਂ ਕਸਬਾ ਬਣ ਗਿਆ, ਪਰ ਹੁਣ ਇੱਕ ਨਾਮਵਰ ਸ਼ਹਿਰ ਪੱਟੀ ਹੈ।
ਜੋ ਬੜੀ ਹੀ ਇਤਿਹਾਸਕ ਅਹਿਮੀਅਤ ਰੱਖਦਾ ਹੈ ਅਤੇ ਇਸ ਦੇ ਆਦਿ ਦਾ ਕਿਸੇ ਨੂੰ ਪਤਾ ਨਹੀਂ। 47 ਦੀ ਵੰਡ ਤੱਕ ਬੜਾ ਪੁਰ ਅਮਨ ਅਮਾਨ ਅਤੇ ਘੁੱਗ ਵਸਦਾ ਇਹ ਕਸਬਾ ਸ਼ਹਿਰ ਰਿਹਾ ਹੈ। ਜਦੋਂ ਅੰਗਰੇਜ਼ਾਂ ਨੇ ਪੰਜਾਬ ਹਥਿਆ ਲਿਆ ਤੇ ਲਾਹੌਰ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ, ਲਾਹੌਰ ਤੋਂ ਹਰੀਕੇ ਪੂਰੇ 48 ਮੀਲ ਹੈ। ਉਦੋਂ ਅੱਗੇ ਸੱਜੇ ਖੱਬੇ ਪਿੰਡਾਂ ਵਿੱਚ ਹੋਏ ਕਤਲਾਂ, ਸ਼ੱਕੀ ਮ੍ਰਿਤਕਾਂ ਦੀਆਂ ਲਾਸ਼ਾਂ ਗੱਡਿਆਂ ਉੱਤੇ ਲੱਦ ਕੇ ਪੋਸਟਮਾਰਟਮ ਲਈ ਲਾਹੌਰ ਲਿਆਂਦੀਆਂ ਜਾਂਦੀਆਂ ਸਨ। ਪੁਰਾਣੇ ਸਮੇਂ ਸੜਕਾਂ ਦੇ ਬਣਨ ਤੋਂ ਪਹਿਲਾਂ 50 ਮੀਲ ਦਾ ਸਫ਼ਰ ਤੁਰ ਕੇ ਲੋਕ ਅਦਾਲਤੀ ਤਰੀਕਾਂ ਭੁਗਤਣ ਲਈ ਆਉਂਦੇ ਤੇ ਫਿਰ ਇਸ ਤਰ੍ਹਾਂ ਹੀ ਵਾਪਸੀ। ਹੌਲੀ ਹੌਲੀ ਨਿੱਕੇ ਮੋਟੇ ਹਸਪਤਾਲਾਂ, ਬੰਦਿਆਂ ਅਤੇ ਪਸ਼ੂਆਂ ਦੀ ਸਹੂਲਤ ਕਿਸੇ ਕਿਸੇ ਪਿੰਡ ਵਿੱਚ ਅੰਗਰੇਜ਼ਾਂ ਨੇ ਦੇ ਦਿੱਤੀ, ਪਰ ਦੀਰਘ ਰੋਗਾਂ ਦੀ ਸਹੂਲਤ ਲਾਹੌਰ ਹੀ ਸੀ। ਪਸ਼ੂਆਂ ਦਾ ਤੇ ਬੰਦਿਆਂ ਦਾ ਇਹ ਨਿੱਕੇ ਨਿੱਕੇ 2 ਹਸਪਤਾਲ ਸਿਰਫ ਪੱਟੀ ਹੀ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੀ ਰਾਜਸੀ ਤਾਕਤ ਖੇਰੂ ਖੇਰੂ ਹੋ ਗਈ ਤਾਂ ਸਿੰਘਾਂ ਉੱਤੇ ਬੜਾ ਔਖ ਦਾ ਸਮਾਂ ਆਇਆ। ਉਹ ਸਮੇਂ ਦੀਆਂ ਬੜੀਆਂ ਦਿਲ ਕੰਬਾਊ ਘਟਨਾਵਾਂ ਰਵਾਇਤੀ ਰੂਪ ਵਿੱਚ ਪੱਟੀ ਨਾਲ ਬੱਝੀਆਂ ਹੋਈਆਂ ਹਨ। ਇਹ ਉਹ ਸਮਾਂ ਹੈ ਜਦ ਜ਼ਾਫਰ ਬੇਗ ਪੱਟੀ ਦਾ ਬੜਾ ਅੜਬ ਤੇ ਹੰਕਾਰੀ ਹਾਕਮ ਸੀ। ਇੱਥੋਂ ਰਹੀਮ ਬਖਸ਼ ਮਾਸ਼ੀ ਦੀ ਨੌਜਵਾਨ ਤੇ ਸੁੰਦਰ ਲੜਕੀ ਇਸ ਦੀ ਨਿਗਾਹ ਚੜ੍ਹ ਗਈ। ਰੋਹੀ ਵੱਲੋਂ ਘਰ ਨੂੰ ਆ ਰਹੀ ਸੀ। ਆਪਣੇ ਬੰਦਿਆਂ ਰਾਹੀਂ ਜਬਰੀ ਚੁਕਵਾ ਕੇ ਘਰ ਪਾ ਲਿਆ। ਰਹੀਮ ਬਖਸ਼ ਆਪਣੀ ਬਰਾਦਰੀ ਵਿੱਚੋਂ ਬੰਦੇ ਲੈ ਕੇ ਜ਼ਾਫਰ ਬੇਗ ਦੇ ਸਾਹਮਣੇ ਰੋਂਦਾ ਕਰਲਾਉਂਦਾ ਫਰਿਆਦੀ ਹੋਇਆ ਤੇ ਲੜਕੀ ਦੀ ਵਾਪਸੀ ਦੀ ਮੰਗ ਕੀਤੀ। ਜ਼ਾਫਰ ਬੇਗ ਵੱਲੋਂ ਜਵਾਬ ਮਿਲਿਆ ਕਿ ਮੇਰੇ ਘਰ ਤੋਂ ਵੱਧ ਚੰਗਾ ਕਿਹੜਾ ਘਰ ਲੱਭ ਲਵੇਂਗਾ। ਇਹ ਵੀ ਤੇ ਤੂੰ ਵੀ ਸੁਖੀ ਰਹੋਗੇ, ਵਾਪਸੀ ਦੀ ਤਾਂ ਸੋਚੋ ਵੀ ਨਾ। ਬਰਾਦਰੀ ਦੇ ਲੋਕ ਬੇਚਾਰੇ ਬੇਵਸ ਚੁੱਪ ਚਪੀਤੇ ਤੇ ਭਰੇ ਪੀਤੇ ਵਾਪਸ ਮੁੜੇ, ਪਰ ਰਹੀਮ ਬਖਸ਼ ਮਾਸ਼ੀ ਨੂੰ ਚੈਨ ਕਿੱਥੋਂ। ਫਰਿਆਦ ਕਰਨ ਲਈ ਲਾਹੌਰ ਵੱਲ ਪੈਦਲ ਤੁਰ ਪਿਆ। ਜ਼ਕਰੀਆ ਖਾਨ ਦੇ ਦਰਬਾਰ ਵਿੱਚ ਜਾ ਕੁੱਕਿਆ, ਸਾਰੀ ਵਿਥਿਆ ਸੁਣਾਈ। ਜ਼ਕਰੀਆ ਖਾਨ ਅਤੇ ਮੀਰ ਜ਼ਾਫਰ ਵਿਚਕਾਰ ਰਿਸ਼ਤੇਦਾਰੀ ਦੀ ਕੰਧ ਖੜੀ ਸੀ। ਕੋਈ ਨਿਆਂ ਦੇਣ ਦੀ ਥਾਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਕਹਿ ਦਿੱਤਾ ਕਿ ਮੇਰੀ ਬੇਵਸੀ ਹੈ, ਤੂੰ ਬਾਦਸ਼ਾਹ ਦਿੱਲੀ ਦੇ ਦਰਬਾਰ ਜਾ ਕੇ ਫਰਿਆਦ ਕਰ। ਇੱਥੇ ਸੋਚਣ ਵਾਲੀ ਗੱਲ ਹੈ ਕਿ ਇੱਕ ਬਾਪ ਜਿਸ ਦੀ ਧੀ ਚੁੱਕ ਲਈ ਗਈ ਹੋਵੇ ਤੇ ਜਦ ਨਿਆਂ ਦੀ ਆਸ ਨਾਲ ਪਹੁੰਚੇ ਨੂੰ ਅੱਗੋਂ ਬੇਨਿਆਈ ਦੀ ਠੋਕਰ ਵੱਜੀ ਹੋਵੇ, ਉਹ ਬੇਵਸ ਗਰੀਬ ਬਾਪ ਦੇ ਮਨ ਵਿੱਚ ਕੀ ਵਾਪਰੀ ਹੋਵੇਗੀ, ਸੂਝਵਾਨ ਪਾਠਕ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ। ਬੁੱਢਾ ਗਰੀਬ ਮਾਛੀ ਹਕੂਮਤੀ ਨਿਆਂ ਦੀ ਆਸ ਤੋਂ ਨਿਰਾਸ਼ ਹੋ ਧਾਹਾਂ ਮਾਰਦਾ ਪਿਛਾਂਹ ਮੁੜ ਪਿਆ। ਡਿੱਗਦਾ ਢਹਿੰਦਾ ਜਦ ਪੂਲੇ ਪਿੰਡ ਦੀ ਜੂਹ ਵਿੱਚ ਪੁੱਜਾ, ਸੂਰਜ ਆਪਣੀ ਲਾਲੀ ਪਿੱਛੇ ਛੱਡ ਕੇ ਆਪ ਅਲੋਪ ਹੋ ਚੁੱਕਾ ਸੀ। ਹੁਣ ਪੱਟੀ ਪਹੁੰਚਣ ਦੀ ਨਾ ਹਿੰਮਤ ਸੀ, ਨਾ ਤਾਕਤ ਤੇ ਨਾ ਹੀ ਸਮਾਂ। ਰਾਤ ਇੱਥੇ ਗੁਜ਼ਾਰਨ ਲਈ ਮਨ ਵਿੱਚ ਫੈਸਲਾ ਕਰਕੇ ਕਿਸੇ ਸਾਊ ਨੂੰ ਪੁੱਛਿਆ, ਇੱਥੇ ਕੋਈ ਰਾਤ ਦਾ ਟਿਕਾਣਾ ਮਿਲੂ? ਉਸ ਆਦਮੀ ਨੇ ਜਵਾਬ ਦਿੱਤਾ ਕਿ ਕਿਉਂ ਨਾ ਮਿਲੂਗਾ, ਵਸਦਾ ਪਿੰਡ ਹੈ, ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈ। ਭਾਈ ਤਾਰੂ ਸਿੰਘ ਆਏ ਗਏ ਨੂੰ ਚੱਲਦਾ ਹੈ, ਆਓ ਮੈਂ ਉਹਨਾਂ ਦੇ ਘਰ ਛੱਡ ਆਉਂਦਾ ਹਾਂ। ਭਾਈ ਤਾਰੂ ਸਿੰਘ ਜੀ ਨੇ ਬਜ਼ੁਰਗ ਦੀ ਥੱਕੀ ਟੁੱਟੀ ਹਾਲਤ ਵੇਖ ਕੇ ਜੀ ਆਇਆਂ ਕਿਹਾ, ਬਿਠਾਇਆ ਅਤੇ ਜਲ ਛਕਾਇਆ। ਬਾਬਾ ਜੀ ਨੂੰ ਕਰੇਦ ਕੇ ਉਹਨਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਅਤੇ ਬਾਬਾ ਰਹੀਮ ਬਖਸ਼ ਨੇ ਹੌਕੇ ਲੈ ਲੈ ਕੇ ਦੱਸਿਆ ਕਿ ਮੇਰੀ ਜਵਾਨ ਧੀ ਨੂੰ ਜ਼ਾਫਰ ਬੇਗ ਪੱਟੀ ਵਾਲੇ ਨੇ ਜ਼ਬਰਦਸਤੀ ਘਰ ਪਾ ਲਿਆ ਹੈ। ਬਰਾਦਰੀ ਵਿੱਚੋਂ ਬੰਦੇ ਲੈ ਕੇ ਅਸੀਂ ਜ਼ਾਫਰ ਬੇਗ ਦੇ ਪਾਸ ਜਾ ਕੇ ਬੱਚੀ ਨੂੰ ਛੱਡ ਦੇਣ ਦਾ ਤਰਲਾ ਲਿਆ, ਪਰ ਉਹ ਪਾਪੀ ਮੰਨਣ ਵਾਲਾ ਕਿੱਥੇ ਸੀ। ਸਾਨੂੰ ਦਬਕੇ ਮਾਰ ਕੇ ਵਾਪਸ ਮੋੜ ਦਿੱਤਾ। ਮੈਂ ਇੱਕ ਆਸ ਦਿਲ ਵਿੱਚ ਧਾਰ ਕੇ ਉੱਥੋਂ ਲਾਹੌਰ ਨੂੰ ਤੁਰ ਪਿਆ ਕਿ ਖਾਨ ਬਹਾਦਰ ਜ਼ਕਰੀਆ ਖਾਂ ਮੇਰੀ ਫਰਿਆਦ ਸੁਣੇਗਾ ਤੇ ਨਿਆਂ ਕਰੇਗਾ। ਜਦੋਂ ਦੂਜੇ ਦਿਨ ਜ਼ਕਰੀਆ ਖਾਨ ਦੇ ਪੇਸ਼ ਹੋਇਆ ਤੇ ਮੈਂ ਆਪਣੀ ਰੋ ਰੋ ਕੇ ਸਾਰੀ ਵਿਥਿਆ ਸੁਣਾਈ, ਅੱਗੋਂ ਜ਼ਕਰੀਆ ਖਾਨ ਨੇ ਆਪਣੀ ਲਾਚਾਰਗੀ ਪ੍ਰਗਟਾਉਂਦਿਆਂ ਕੋਈ ਨਿਆਂ ਦੇਣ ਦੀ ਗੱਲ ਨਾ ਕੀਤੀ ਅਤੇ ਮੈਨੂੰ ਹਦਾਇਤ ਕੀਤੀ ਕਿ ਦਿੱਲੀ ਜਾ ਕੇ ਬਾਦਸ਼ਾਹ ਦੇ ਮੂਹਰੇ ਅਰਜ਼ ਗੁਜ਼ਾਰਾਂ। ਹੁਣ ਭੁੱਖਾ ਧਿਆਇਆ ਤੇ ਪੈਂਡੇ ਦਾ ਭੰਨਿਆ ਡਿੱਗਦਾ ਢਹਿੰਦਾ ਸਰਦਾਰਾ ਤੇਰੇ ਦੁਆਰੇ ਤੇ ਆ ਡਿੱਗਾ। ਸਵੇਰੇ ਕਿਸੇ ਤਣ ਪੱਤਣ ਲੱਗਣ ਦੀ ਨਾ ਆਸ ਹੈ ਨਾ ਹਿੰਮਤ। ਮੇਰੇ ਲਈ ਸਵੇਰੇ ਹਨੇਰ ਹੀ ਹਨੇਰ ਹੈ। ਕੀ ਜਿਉਣਾ ਸਾਡੇ ਗਰੀਬਾਂ ਦਾ, ਖੌਰੇ ਰੱਬ ਨੂੰ ਐਵੇਂ ਹੀ ਮਨਜ਼ੂਰ ਹੋਵੇ। ਸਿੰਘ ਨੇ ਵੀ ਬੜੇ ਭਰੇ ਦਿਲ ਨਾਲ ਇਹ ਸਭ ਕੁਝ ਸੁਣਿਆ। ਬਾਬੇ ਨੂੰ ਕਿਹਾ ਕਿ ਵਾਹਿਗੁਰੂ ਬੇਨਿਆਜ਼ ਹੈ, ਸਾਨੂੰ ਹਮੇਸ਼ਾ ਉਸ ਦੇ ਨਿਆਂ ਉੱਤੇ ਆਸ ਰੱਖਣੀ ਚਾਹੀਦੀ ਹੈ।
ਖਾਲਸਾ ਜਿਉਂਦਾ ਹੈ। ਤੁਹਾਡੀ ਫਰਿਆਦ ਸੁਣ ਕੇ ਤੁਹਾਡੇ ਆੜੇ ਆਊ। ਲੰਗਰ ਪੱਕ ਰਿਹਾ ਸੀ। ਬਾਬਾ ਜੀ ਨੂੰ ਲੰਗਰ ਛਕਾ ਕੇ ਉਹਨਾਂ ਦੇ ਰਹਿਣ ਬਸੇਰੇ ਦਾ ਪ੍ਰਬੰਧ ਕਰਕੇ ਕਿਹਾ ਕਿ ਬਾਬਾ ਜੀ ਤੁਸੀਂ ਬਰਾਜੋ ਤੇ ਆਰਾਮ ਕਰੋ, ਕਿਉਂਕਿ ਲੰਗਰ ਤਿਆਰ ਹੋਣ ਵਿੱਚ ਸਮਾਂ ਲੱਗਾ ਸੀ ਤੇ ਹਨੇਰਾ ਵੀ ਪਸਰ ਗਿਆ ਸੀ। ਭਾਈ ਜੀ ਨੇ ਪ੍ਰਸ਼ਾਦਿਆਂ ਵਾਲਾ ਟੋਕਰਾ ਸਿਰ ਉੱਤੇ ਰੱਖਿਆ, ਹੱਥ ਵਿੱਚ ਦਾਲੇ ਵਾਲਾ ਭਾਂਡਾ ਫੜ ਕੇ ਖੇਤਾਂ ਵੱਲ ਆ ਗਏ। ਖੇਤ ਵੀ ਅੱਜ ਵਾਂਗ ਰੜਾ ਮੈਦਾਨ ਨਹੀਂ ਸਨ। ਸਾਰੇ ਝਾੜ ਬੂਟ ਰੁੱਖਾਂ ਨਾਲ ਘਿਰੇ ਹੋਏ ਹੁੰਦੇ ਸਨ। ਮਿੱਥੇ ਇਸ਼ਾਰੇ ਕਰਕੇ ਸਿੰਘ ਇਕੱਠੇ ਹੋਏ, ਪ੍ਰਸ਼ਾਦਾ ਵਰਤਾਇਆ ਗਿਆ ਅਤੇ ਨਾਲ ਦੀ ਨਾਲ ਹੀ ਭਾਈ ਜੀ ਨੇ ਬੁੱਢੇ ਮਾਛੀ ਵਾਲੀ ਸਾਰੀ ਵਿਥਿਆ ਸੁਣਾਈ। ਫਿਰ ਪ੍ਰਸ਼ਾਦਾ ਕਿਹਨੇ ਛਕਣਾ ਸੀ। ਫਿਰ ਸਾਰਿਆਂ ਨੇ ਪ੍ਰਸ਼ਾਦੇ ਵਾਲੀ ਟੋਕਰੀ ਪਾਸੇ ਰੱਖ ਦਿੱਤੀ ਅਤੇ ਸਾਰੇ ਭਾਈ ਤਾਰੂ ਸਿੰਘ ਤੋਂ ਵਿਦਾ ਲੈ ਕੇ ਪੱਟੀ ਵੱਲ ਚਾਲੇ ਪਾ ਗਏ। ਪੱਛਮ ਵਾਲੇ ਪਾਸੇ ਦਾ ਇੱਕ ਦਰਵਾਜ਼ਾ ਪਹਿਰੇਦਾਰਾਂ ਨੂੰ ਡਰਾ ਕੇ ਖੁਲਵਾਇਆ ਗਿਆ ਤੇ ਸਿੰਘਾਂ ਅੰਦਰ ਜਾ ਕੇ ਜਾਫਰ ਬੇਗ ਦੀ ਰਿਹਾਇਸ਼ੀ ਇਮਾਰਤ ਦੇ ਥੱਲੇ ਹੋ ਕੇ ਉਸ ਨੂੰ ਲਲਕਾਰਿਆ। ਜਾਫਰ ਬੇਗ ਅੱਬੜ-ਵਾਹ ਉੱਠਿਆ ਅਤੇ ਲਲਕਾਰਨ ਵਾਲਿਆਂ ਨੂੰ ਉੱਤੋਂ ਬਹੁਤ ਬੁਰਾ ਭਲਾ ਬੋਲਣ ਲੱਗਾ। ਹਨੇਰ ਵਿੱਚ ਹੀ ਥੱਲੇ ਝਾਕ ਕੇ ਬੜੀ ਮੰਦੀ ਭਾਸ਼ਾ ਵਰਤੀ। ਥੱਲਿਓਂ ਚੱਲਿਆ ਤੀਰ ਗਲ ਦੇ ਜ਼ਰਾ ਨੂੰ ਹੇਠਾਂ ਵੱਜਾ ਤੇ ਉੱਤੋਂ ਸਿਰ ਪਰਨੇ ਸਿੰਘਾਂ ਦੇ ਪੈਰਾਂ ਵਿੱਚ ਆਣ ਡਿੱਗਾ ਤੇ ਡਿੱਗਦੇ ਹੀ ਉਸਦੇ ਪ੍ਰਾਣ ਨਿਕਲ ਗਏ। ਸਿੰਘ ਦਰਵਾਜ਼ਾ ਤੋੜ ਕੇ ਅੰਦਰ ਲੰਘ ਕੇ ਉੱਪਰ ਚੜ੍ਹ ਗਏ। ਅੰਦਰਲੇ ਜੀਆਂ ਨੂੰ ਦਬਕਾ ਕੇ ਪੁੱਛਿਆ ਕਿ ਨਵੀਂ ਫੜ ਕੇ ਲਿਆਂਦੀ ਕੁੜੀ ਕਿੱਥੇ ਹੈ। ਜਦ ਸਲਮਾ ਆਈ ਤਾਂ ਸਿੰਘਾਂ ਨੇ ਕਿਹਾ ਕਿ ਬੀਬੀ ਹੁਣ ਜੋ ਕੁਝ ਇੱਥੋਂ ਬੰਨਣਾ ਹੈ ਬੰਨ੍ਹ ਲੈ, ਅਸੀਂ ਤੈਨੂੰ ਤੇਰੇ ਪਿਓ ਕੋਲ ਛੱਡ ਆਉਣਾ ਹੈ। ਰੌਲਾ ਤਾਂ ਪਿਆ, ਪਰ ਉਸਦੇ ਫੌਜੀ ਦਸਤਿਆਂ ਦੇ ਉੱਠਣ ਤੋਂ ਪਹਿਲਾਂ ਸਲਮਾ ਨੂੰ ਲੈ ਕੇ ਸਿੰਘ ਹਵਾ ਹੋ ਗਏ। ਬਾਬਾ ਜੀ ਨੂੰ ਚੂਲੇ ਆਣ ਉਠਾਇਆ ਤੇ ਪੁੱਛਿਆ, ਬਾਬਾ ਜੀ ਖਾਲਸਾ ਤੁਹਾਡੀ ਅਮਾਨਤ ਲੈ ਆਇਆ ਹੈ, ਹੁਣ ਅੱਗੇ ਦਾ ਵਿਚਾਰ ਦੱਸੋ। ਬਾਬਾ ਜੀ ਦੇ ਬੋਲ ਸੀ, ਮੇਰੀ ਕਸੂਰ ਰਿਸ਼ਤੇਦਾਰੀ ਹੈ, ਮੈਂ ਧੀ ਨੂੰ ਉੱਥੇ ਹੀ ਜਾ ਕੇ ਨਿਕਾਹੂੰਗਾ, ਭਾਵ ਵਿਆਹ ਕਰ ਦੇਵਾਂਗਾ। ਜੇ ਉੱਥੇ ਪਹੁੰਚਾ ਦਿਓ ਮੈਂ ਜ਼ਿੰਦਗੀ ਭਰ ਤੁਹਾਨੂੰ ਦੁਆਵਾਂ ਦੇਵਾਂਗਾ। ਅੱਲਾ ਦੀਆਂ ਬਖਸ਼ਿਸ਼ਾਂ ਤੁਹਾਡੇ ਉੱਤੇ ਹੋਣਗੀਆਂ। ਸਿੰਘਾਂ ਨੇ ਰਹੀਮ ਬਖਸ਼ ਦੀ ਗੱਲ ਸੁਣ ਕੇ ਪਿਓ ਧੀ ਨੂੰ ਲਿਜਾ ਕੇ ਕਸੂਰ ਦੀ ਜੂਹ ਵਿੱਚ ਛੱਡ ਕੇ ਆਪ ਅਲੋਪ ਹੋ ਗਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਘਟਨਾ ਹੈ ਤੇ ਕਾਬਲ ਵੱਲੋਂ ਆ ਰਹੀ ਸੰਗਤ ਗੁਰੂ ਦਰਬਾਰ ਵਿੱਚ ਭੇਟ ਕਰਨ ਲਈ ਬੜੇ ਕੀਮਤੀ ਦੁਸ਼ਾਲੇ ਲਿਆ ਰਹੀ ਸੀ। ਪੱਟੀ ਤੋਂ ਸੰਗਤ ਜਦ ਥੋੜੀ ਪਿਛਾਂਹ ਸੀ ਤਾਂ ਮੀਂਹ ਪੈਣ ਲੱਗ ਪਿਆ। ਕੋਈ ਅਰਤਲਾ ਕੋਈ ਛੱਤਿਆ ਸਹਾਰਾ ਨਾ ਹੋਣ ਕਰਕੇ ਸੰਗਤ ਪਾਸ ਜੋ ਵੀ ਚੀਜ਼ ਵਸਤ ਸੀ ਭਿੱਜ ਗਈ। ਧੁੱਪ ਲੱਗੀ ਤੋਂ ਸੰਗਤ ਨੇ ਦੁਸ਼ਾਲੇ ਬਾਹਰ ਕੱਢ ਕੇ ਸੁਕਾਉਣ ਲਈ ਢੁਕਵੀਂ ਥਾਂ ਉੱਤੇ ਵਿਛਾਏ ਤੇ ਬਦਕਿਸਮਤੀ ਨਜ਼ਰ ਪੈ ਗਏ ਕਿਸੇ ਮੁਗਲ ਅਧਿਕਾਰੀ ਦੀ। ਉਸ ਨੇ ਮਨ ਬਣਾ ਲਿਆ ਕਿ ਗੁਰੂ ਸਾਹਿਬ ਨੂੰ ਭੇਟ ਹੋਣ ਦੀ ਥਾਂ ਹਾਕਮ ਪੱਟੀ ਜਾਫਰ ਬੇਗ ਨੂੰ ਮਿਲਣੇ ਚਾਹੀਦੇ ਹਨ, ਨੇ ਜ਼ਬਰਦਸਤੀ ਖੋਹ ਲਏ। ਸੰਗਤ ਮਾਯੂਸ ਹੋ ਗਈ ਤੇ ਅੱਗੇ ਤੁਰ ਪਈ ਅਤੇ ਸਾਰੀ ਹੋਈ ਬੀਤੀ ਗੁਰੂ ਸਾਹਿਬ ਦੇ ਨਮਸਤਕ ਹੋ ਸੁਣਾਈ। ਗੁਰੂ ਸਾਹਿਬ ਨੇ ਫਰਮਾਇਆ ਕਿ ਤੁਹਾਡੀ ਭੇਟਾ ਪਹੁੰਚ ਗਈ ਹੈ, ਉਹ ਇੱਥੇ ਹੀ ਆਉਣਗੇ। ਸੰਗਤ ਵੱਲ ਇਸ਼ਾਰਾ ਕੀਤਾ। ਦੁਸ਼ਾਲੇ ਲਿਆਉਣ ਦੀ ਸੇਵਾ ਭਾਈ ਬਿਧੀ ਚੰਦ ਨੇ ਸਿਰ ਲਈ ਤੇ ਤੁਰ ਪਿਆ ਪੱਟੀ ਨੂੰ। ਰਸਤੇ ਵਿੱਚ ਵਿਉਂਤਾਂ ਬਣਾਉਂਦੇ ਬਣਾਉਂਦੇ ਪੱਟੀ ਪਹੁੰਚਿਆ। ਪੱਟੀ ਪਹੁੰਚ ਕੇ ਕੱਪੜਾ ਲੈ ਕੇ ਕਿਸੇ ਮੁਸਲਮਾਨ ਦਰਜੀ ਕੋਲ ਜਾ ਕੇ ਇਹ ਕਹਿ ਕੇ ਕਿ ਮੇਰਾ ਤੇ ਮੇਰੀ ਘਰਵਾਲੀ ਦਾ ਮੇਚ ਇੱਕੋ ਜਿਹਾ ਹੈ, ਤੁਸੀਂ ਮੇਚ ਲੈ ਕੇ ਬੁਰਕਾ ਸਿਉਂ ਦਿਓ। ਬੁਰਕਾ ਬਣਵਾਇਆ ਤੇ ਨਾਲ ਹੀ ਇੱਕ ਜਨਾਨਾ ਜੁੱਤੀ ਲਈ। ਇਹਨਾਂ ਨੂੰ ਪਹਿਨ ਕੇ ਜਿਸ ਵੇਲੇ ਜ਼ਾਫਰ ਖਾਂ ਕਚਹਿਰੀ ਵਿੱਚ ਗਿਆ ਹੋਇਆ ਸੀ ਉਸ ਦੇ ਹਰਮਾਂ ਵਿੱਚ ਜਾ ਵੜਿਆ। ਜਦ ਗੁਰੂ ਕਾ ਲਾਲ ਆਇਆ, ਸਿੱਖ ਦਾ ਜਾਹੋ ਜਲਾਲ ਵਾਲਾ ਚਿਹਰਾ ਵੇਖਿਆ, ਬੇਗਮ ਸਾਹਿਬਾਂ ਦਾ ਸਾਹ ਉਤਾਂ ਦਾ ਉਤਾਂ ਹੀ ਰਹਿ ਗਿਆ। ਭਾਈ ਬਿਧੀ ਚੰਦ ਨੇ ਕਿਹਾ, ਤੁਹਾਡਾ ਰੌਲਾ ਜੇ ਤੁਸਾਂ ਪਾਇਆ ਤੁਹਾਡੀ ਜਾਨ ਵੀ ਗਾਓ। ਚੁੱਪਚਾਪ ਖਾਨ ਸਾਹਿਬ ਦੇ ਲਿਆਂਦੇ ਦੁਸ਼ਾਲੇ ਫੜਾ ਦਿਓ। ਦੁਸ਼ਾਲੇ ਲਏ, ਉਹਨਾਂ ਨੂੰ ਅੰਦਰ ਤਾੜ ਬੁਰਕਾ ਪਾ ਕੇ ਬਾਹਰ ਨਿਕਲ ਗਿਆ। ਅੰਦਰ ਦੀ ਖਾਮੋਸ਼ੀ ਨੇ ਪਹਿਰੇ ਵਾਲੀਆਂ ਬੀਬੀਆਂ ਬੰਦਿਆਂ ਨੂੰ ਛੱਕ ਪਾਇਆ। ਜਦੋਂ ਉਹਨਾਂ ਜਾ ਕੇ ਬੂਹਾ ਖੋਲ੍ਹਿਆ, ਜੋ ਹੋਇਆ ਵਾਪਰਿਆ ਸੀ ਬੇਗਮਾਂ ਦੱਸਿਆ। ਜੰਗਲ ਦੀ ਅੱਗ ਵਾਂਗ ਰੌਲਾ ਪੈ ਗਿਆ। ਖਾਨ ਸਾਹਿਬ ਨੂੰ ਵੀ ਜਾ ਖਬਰ ਕੀਤੀ ਕਿ ਕੋਈ ਬੰਦਾ ਤੁਹਾਡੇ ਘਰੋਂ ਦੁਸ਼ਾਲੇ ਲੈ ਗਿਆ ਹੈ। ਖਾਨ ਸਾਹਿਬ ਨੇ ਗੁੱਸੇ ਵਿੱਚ ਆ ਕੇ ਆਖਿਆ ਕਿ ਸ਼ਹਿਰ ਦੇ ਦਰਵਾਜ਼ੇ ਬੰਦ ਕਰਕੇ ਤਲਾਸ਼ੀ ਲਓ ਤੇ ਬੰਦਾ ਫੜੋ। ਕਰਮਚਾਰੀਆਂ ਦਰਵਾਜ਼ੇ ਬੰਦ ਕਰਕੇ ਤਲਾਸ਼ੀ ਸ਼ੁਰੂ ਕਰ ਦਿੱਤੀ। ਸ਼ਹਿਰ ਵਿੱਚ ਲਾਲਾ ਲਾਲਾ ਸ਼ੁਰੂ ਹੋ ਗਈ।
ਇੰਨੇ ਨੂੰ ਭਾਈ ਬਿਧੀ ਚੰਦ ਪਹਿਲਾਂ ਹੀ ਤਿਆਰੀ ਵਿੱਚ ਸਨ। ਹੋਰ ਚੁਕੰਨੇ ਹੋ ਗਏ ਤੇ ਇਸ ਵੇਲੇ ਭਾਈ ਜੀ ਅਜੋਕੇ ਗੁਰਦੁਆਰਾ ਭੱਠ ਸਾਹਿਬ ਦੇ ਲਾਗੇ ਸਨ। ਭੜਪੂੰਜੇ ਨੂੰ ਕੋਈ ਅਵੱਲਾ ਥਾਂ ਪੁੱਛਿਆ ਜਿੱਥੇ ਲੁਕ ਕੇ ਉਹ ਬਚ ਸਕੇ। ਸੰਭਵ ਹੈ ਭਾਈ ਬਿਧੀ ਚੰਦ ਆ ਕੇ 1-2 ਦਿਨ ਇਸ ਕੋਲ ਰਿਹਾ ਹੋਵੇ ਅਤੇ ਫੜੇ ਜਾਣ ਦੇ ਸੰਸ਼ੇ ਤੋਂ ਉਸ ਨੂੰ ਪੁੱਛਿਆ ਹੋਵੇ। ਉਸ ਗਰੀਬ ਦੇ ਘਰ ਲੁਕਣ ਵਾਲਾ ਕਿਹੜਾ ਥਾਂ ਹੋ ਸਕਦਾ ਹੈ ਤੇ ਕਿਸੇ ਲਾਗਲੇ ਖੰਡਰ ਪਏ ਭੱਠ ਵੱਲ ਇਸ਼ਾਰਾ ਕਰਕੇ ਭਾਈ ਬਿਧੀ ਚੰਦ ਨੂੰ ਉਸ ਵਿੱਚ ਵਾੜ ਦਿੱਤਾ ਹੋਵੇ। ਅਗਲੀ ਸਵੇਰ ਬਿਧੀ ਚੰਦ ਸੂਰਜ ਚੜ੍ਹਨ ਤੋਂ ਪਹਿਲਾਂ ਇੱਕ ਕੁੱਬੇ ਲੱਕ ਵਾਲੀ ਮਾਈ ਦੇ ਭੇਸ ਵਿੱਚ ਜੰਗਲ ਪਾਣੀ ਜਾਣ ਦਾ ਬਹਾਨਾ ਕਰਕੇ ਬਿਧੀ ਚੰਦ ਪਹਿਰੇਦਾਰਾਂ ਨੂੰ ਚਕਮਾ ਦੇ ਗਿਆ। ਮੰਜ਼ਲੋਂ ਮੰਜ਼ਲੀ ਗੁਰੂ ਸਾਹਿਬ ਪਹੁੰਚ ਕੇ ਸਿਰ ਨਵਾਇਆ ਤੇ ਦੁਸ਼ਾਲੇ ਭੇਟ ਕੀਤੇ। ਮਹਾਰਾਜ ਦੀ ਖੁਸ਼ੀ ਦੀ ਹੱਦ ਨਾ ਰਹੀ। ਸੰਗਤ ਵਿੱਚ ਭਾਈ ਬਿਧੀ ਚੰਦ ਦੀ ਬਹੁਤ ਤਾਰੀਫ ਕੀਤੀ। ਪੱਟੀ ਤਹਿਸੀਲ ਦੇ 4 ਥਾਣੇ ਪੱਟੀ, ਭਿੱਖੀਵੰਡ, ਬਲਟੋਹਾ, ਖਾਲੜਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਹ ਥਾਣੇ ਨਹੀਂ ਸਨ ਹੁੰਦੇ। ਇਹ ਸਾਰਾ ਇਲਾਕਾ ਪੱਟੀ ਦੀ ਹਕੂਮਤ ਅਧੀਨ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਮਾਪਤੀ ਤੱਕ ਇਸ ਇਲਾਕੇ ਦਾ ਹੁਕਮ ਹਾਸਲ ਇਸ ਇਲਾਕੇ ਦਾ ਹਾਕਮ ਹੀ ਦਿੰਦਾ ਰਿਹਾ। ਅੰਗਰੇਜ਼ਾਂ ਨੇ ਆਪਣੀਆਂ ਚਾਲਾਂ ਨਾਲ ਆਪਣੇ ਮੁਖਬਰਾਂ, ਗਦਾਰਾਂ, ਡੋਗਰਿਆਂ ਤੇ ਬ੍ਰਾਹਮਣਾਂ ਨੂੰ ਵਰਤ ਕੇ ਸ਼ੇਰੇ ਪੰਜਾਬ ਦੇ ਖਾਨਦਾਨ ਤੇ ਰਾਜ ਦੀ ਸਮਾਪਤੀ ਕਰ ਦਿੱਤੀ। ਸ਼ੁਰੂ ਤੋਂ ਹੀ ਅੰਗਰੇਜ਼ਾਂ ਦੀ ਬਦਨੀਤੀ ਪੰਜਾਬ ਨੂੰ ਹਥਿਆ ਲੈਣ ਦੀ ਚਲੀ ਆ ਰਹੀ ਸੀ। ਸਿੱਖ 2 ਲੜਾਈਆਂ ਹਾਰ ਗਏ, ਜਿਨ੍ਹਾਂ ਦੀ ਹਾਰ ਵਿੱਚ ਗਦਾਰਾਂ ਦਾ ਬੜਾ ਵੱਡਾ ਹੱਥ ਸੀ। ਅੰਗਰੇਜ਼ ਆਪਣੀ ਦੁਸ਼ਟ ਨੀਤੀ ਵਿੱਚ ਕਾਮਯਾਬ ਹੋਏ। 29 ਮਾਰਚ 1849 ਨੂੰ ਪੰਜਾਬ ਤੇ ਸਭ ਸਿੱਖ ਰਿਆਸਤਾਂ ਜੋ ਪਹਿਲਾਂ ਹੀ ਅੰਗਰੇਜ਼ਾਂ ਅਧੀਨ ਕਰ ਲਈਆਂ ਹੋਈਆਂ ਸਨ, ਅੰਗਰੇਜ਼ਾਂ ਦੇ ਕਬਜ਼ੇ ਹੇਠ ਆ ਗਈਆਂ। ਭਾਵੇਂ ਪੰਜਾਬ ਕਿਸੇ ਦੀ ਟਹਿ ਨਹੀਂ ਮੰਨਦਾ ਤੇ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਹ ਪੱਟੀ ਦਾ ਇਲਾਕਾ, ਜਿਸ ਵਿੱਚ ਸੰਧੂ, ਬਾਠ, ਗਿੱਲ, ਚੀਮੇ, ਖਹਿਰੇ ਆਦਿ ਵਸਦੇ ਹਨ, ਬੜੇ ਕਰੜੇ ਸੁਭਾਅ ਵਾਲਿਆਂ ਲੋਕਾਂ ਦਾ ਖਿੱਤਾ ਹੈ। ਨਿੱਕੀ ਨਿੱਕੀ ਗੱਲ ਤੇ ਡਾਂਗ ਸੋਟਾ ਚੱਲ ਪੈਂਦਾ। ਸਰਕਾਰ ਦੇ ਕਰਮਚਾਰੀਆਂ, ਅਧਿਕਾਰੀਆਂ ਦੀ ਵੀ ਕੋਈ ਪਰਵਾਹ ਨਾ ਕਰਨੀ ਇਹਨਾਂ ਲੋਕਾਂ ਦਾ ਸੁਭਾਅ ਹੈ। ਅੰਗਰੇਜ਼ਾਂ ਨੇ ਲਾਹੌਰ ਨੂੰ ਤਾਂ ਰਾਜਧਾਨੀ ਰੱਖ ਲਿਆ, ਪਰ ਇਲਾਕੇ ਦੀ ਖੁਦਦਾਰੀ ਅੰਗਰੇਜ਼ਾਂ ਨੂੰ ਵੰਡ ਤੱਕ ਚੁਭਦੀ ਰਹੀ। ਅੰਗਰੇਜ਼ਾਂ ਦੇ ਰਾਜ ਦਾ ਸਦੀਵੀ ਵਿਰੋਧ ਕਰਨ ਵਾਲਿਆਂ ਵਿੱਚ ਇਹ ਇਲਾਕਾ ਮੂਹਰਲੀਆਂ ਸਫਾਂ ਵਿੱਚ ਸੀ। ਅੰਗਰੇਜ਼ ਸਰਕਾਰ ਪੂਰਾ ਟਿੱਲ ਲਗਾ ਕੇ ਵੀ ਇਹਨਾਂ ਨੂੰ ਨਿਵਾ ਨਾ ਸਕੀ। ਫਿਰ ਇਹ ਚਲਾਕ ਅੰਗਰੇਜ਼ ਸਰਕਾਰ ਨੇ ਥਾਣਿਆਂ ਨਾਲ ਇਲਾਕਾ ਸਿਉਂ ਦਿੱਤਾ, ਪਰ ਥਾਣਿਆਂ ਦੇ ਪਿੰਜਰੇ ਇਹਨਾਂ ਲੋਕਾਂ ਦੀ ਅਣਖ ਨੂੰ ਤੋੜ ਨਾ ਸਕੇ। ਇਹ ਲੋਕਾਂ ਵੱਲੇ ਵੀ ਵੇਖੋ, ਬੜੇ ਕੱਦਾਵਾਰ, ਮਿਹਨਤਕਸ਼, ਹਾੜ ਸਿਆਲ ਪਿੰਡਿਆਂ ਤੇ ਹੰਡਾਉਣ ਵਾਲੇ। ਅੰਗਰੇਜ਼ ਸਰਕਾਰ ਮੁੜ-ਮੁੜ ਇਹਨਾਂ ਨੂੰ ਨਿਹੱਥਿਆਂ ਕਰਦੀ ਰਹੀ। ਸਫੈਦ ਪੋਸ਼ਾਂ ਜੈਲਦਾਰਾਂ, ਮੁਖਬਰਾਂ, ਨੰਬਰਦਾਰਾਂ, ਕ੍ਰਿਸਚਨ ਮਿਸ਼ਨ ਦੇ ਪ੍ਰਚਾਰਕਾਂ ਰਾਹੀਂ ਇਹਨਾਂ ਲੋਕਾਂ ਨੂੰ ਜਰਜਰੇ ਕਰਨ ਦੇ ਦੁਸ਼ਟ ਵਿਹਾਰ ਵਿੱਚ ਲੱਗੀ ਰਹੀ। ਲੋਹੇ ਦੀ ਐਰਨ ਉੱਤੇ ਧਰ ਕੇ ਲੋਹਾ ਜਿਸ ਚੀਜ਼ ਨਾਲ ਉੱਤੇ ਵੱਜਦਾ ਹੈ, ਉਹ ਵੀ ਲੋਹੇ ਦੀ ਹੀ ਹੁੰਦੀ ਹੈ। ਜਿਸ ਨੂੰ ਗਰਮ ਤੇ ਲਾਲ ਕਰਕੇ ਕੋਈ ਸ਼ਕਲ ਤਾਂ ਬੇਸ਼ੱਕ ਦੇ ਦੇਵੇ, ਪਰ ਉਹ ਮਿੱਟੀ ਜਾਂ ਰੇਤ ਨਹੀਂ ਬਣਦਾ। ਪੱਟੀ ਦਾ ਇਲਾਕਾ ਬੜਾ ਬੇਬਰਕਤ ਤੇ ਜ਼ੋਰਾਵਰ ਕਿਸਮ ਦਾ ਹੈ। ਪੱਟੀ ਵਿੱਚ 9 ਲੱਖ ਮਾਲੀਆ ਮੁਸਲਮਾਨ ਬਾਦਸ਼ਾਹ ਵੇਲੇ ਇਕੱਠਾ ਤਾਂ ਹੋ ਜਾਂਦਾ ਸੀ, ਪਰ ਇੱਥੋਂ ਦੇ ਵਾਸੀਆਂ ਦੇ ਨਾ ਪੂਰਾ ਲਾਹੌਰ ਜਾਣ ਦਿੱਤਾ ਤੇ ਨਾ ਹੀ ਦਿੱਲੀ। ਵੇਰ ਕੇ ਖੋਹਦੇ ਲੁੱਟਦੇ ਰਹੇ। ਇਹਨਾਂ ਦੇ ਖੇਤੀਬਾੜੀ ਕਿੱਤੇ ਨੇ ਇਹਨਾਂ ਨੂੰ ਧੁਰੋਂ ਮਿਹਨਤਕਸ਼ ਬਣਾਇਆ ਹੈ। ਚੋਟੀ ਦੇ ਖਿਡਾਰੀ, ਸਿਰੇ ਦੇ ਪਹਿਲਵਾਨ ਜਿਵੇਂ ਫਤਿਹ ਸਿੰਘ ਬਲਟੋਹਾ, ਹਰਨਾਮ ਸਿੰਘ ਵਰਾਣਾ, ਕਿੱਕਰ ਸਿੰਘ, ਮੰਗਲ ਸਿੰਘ ਤਰਗਾ, ਕਬੱਡੀ ਦੇ ਖਿਡਾਰੀ ਨਰਿੰਜਨ ਸਿੰਘ ਦਿਲਾਵਰਪੁਰ, ਕਿਰਪਾਲ ਸਿੰਘ ਰਾਹਲ ਚਾਹਲ, ਗੰਡਾ ਸਿੰਘ ਜੌਹਲ, ਮਹਿੰਦਰ ਸਿੰਘ ਮਮਣਕੇ, ਹਰਬੰਸ ਸਿੰਘ, ਦਿਆਲ ਸਿੰਘ ਚੂਸਲੇਵੜ ਉਰਫ ਦਿਆਲਾ ਨਾੜੀ, ਸੁਰਿੰਦਰ ਸਿੰਘ ਗਿੱਲ ਤੇ ਉਸ ਦਾ ਪੁੱਤਰ ਜਸਕਰਨ ਸਿੰਘ ਗਿੱਲ। ਭਾਵੇਂ ਚੂਸਲੇਵੜ ਦਾ ਹੈ, ਪਰ ਜੱਸਾ ਪੱਟੀ ਨਾਂ ਵੱਜਦਾ ਹੈ। ਮੱਖਣ ਮੱਖੀ ਆਦਿ ਭਾਵੇਂ ਹੁਣ ਤੱਕ ਕੁਝ ਨਾਂ ਨੇ ਤੇ ਇਹ ਇਲਾਕਾ ਇਹੋ ਜਿਹਿਆਂ ਨਾਲ ਭਰਿਆ ਪਿਆ ਹੈ। ਗੱਲ ਅੱਗੇ ਚੱਲਦੀ ਹੈ। ਇਹਨਾਂ ਨਾਲ ਵੈਰ ਕਮਾਉਣ ਵਾਲੇ ਵੀ ਘੱਟ ਨਹੀਂ। ਹੋਰਨਾਂ ਦੀਆਂ ਕਾਂਗਾਂ ਆਈਆਂ ਪਈਆਂ ਨੇ। ਨਸ਼ਿਆਂ ਦੇ ਰੋੜ, ਚੋਰੀ ਚਕਾਰੀ, ਲੁੱਟ ਖੋਹ, ਔਰਤਾਂ ਬੱਚਿਆਂ ਦੀ ਬੇਪਤੀ, ਕੁੜੀ ਮਾਰਨੀ ਆਦਿ ਲਾਹਨਤਾਂ ਦੇ ਬੱਦਲ, ਬੇਰੁਜ਼ਗਾਰੀ ਦਾ ਕਹਿਰ,
ਬਾਹਰਲਿਆਂ ਦੇਸ਼ਾਂ ਨੂੰ ਭੱਜਣ ਦੀ ਕੋਹੜ, ਫਰੌਤੀਆਂ ਉੱਤੇ ਕਤਲ ਅਤੇ ਹੋਰ ਇਹੋ ਜਿਹੀਆਂ ਮੰਦੀਆਂ ਕਰਤੂਤਾਂ ਦੀ ਦੂਜੇ ਇਲਾਕਿਆਂ ਵਾਂਗ ਭਰਮਾਰ ਹੈ। ਪਰ ਫਿਰ ਵੀ ਪੱਟੀ ਪੱਟੀ ਹੈ। ਪੰਜਾਬ ਦੇ ਮੁਕਟ ਵਿੱਚ ਪੱਟੀ ਤੇ ਪੱਟੀ ਦੀ ਜੂਹ ਨੂੰ ਜੋ ਮਾਝੇ ਦਾ ਬੇਸ਼ਕੀਮਤੀ ਹਿੱਸਾ ਹੈ, ਇਹ ਇੱਕ ਬਹੁਮੁੱਲਾ ਨਗੀਨਾ ਹੀ ਸਮਝਣਾ ਚਾਹੀਦਾ ਹੈ। ਪੱਟੀ ਨਾਲ ਸੰਬੰਧਿਤ ਘਟਨਾਵਾਂ, ਗੁਣ ਔਗਣ ਵੀ ਅਮੁੱਕ ਹਨ। ਜ਼ਿਆਦਾ ਵਿਸਥਾਰ ਤੋਂ ਬਚਣ ਦਾ ਸੰਕੋਚ ਹੀ ਕੀਤਾ ਜਾਵੇਗਾ। ਐਸਾ ਨਾ ਹੋਵੇ ਇਸ ਅਲੂਣੇ ਜਿਹੇ ਵਰਣਨ ਨੂੰ ਪੜ੍ਹਦੇ ਹੋਏ ਵੀ ਸਤਿਕਾਰਯੋਗ ਪਾਠਕ ਅੱਕ ਥੱਕ ਕੇ ਉੱਠ ਕੇ ਗਲ ਹੀ ਨਾ ਪੈ ਜਾਣ। ਪੱਟੀ ਦਾ ਇੱਕ ਬਹੁਤ ਵੱਡਾ ਮੁਗਲ ਘਰਾਣਾ ਬਹੁਤ ਵੱਡੀ ਜ਼ਮੀਨੀ ਜਾਇਦਾਦ ਤੇ ਜਾਹੋ ਜਲਾਲ ਦਾ ਮਾਲਕ ਸੀ। ਇਹਨਾਂ ਨੂੰ ਚਾਰ ਚੁਫੇਰੇ ਵਸਦੇ ਪਿੰਡਾਂ ਨਾਲ ਬੜਾ ਸਨੇਹ ਸੀ ਅਤੇ ਉਹਨਾਂ ਦਾ ਬਾਜੂਬਲ ਅਤੇ ਸਦਾ ਤਿਆਰ ਡਾਂਗਾਂ ਉੱਤੇ ਬੜਾ ਮਾਣ ਵੀ ਸੀ। ਪਰਿਵਾਰ ਦੇ ਇੱਕ ਵਿਆਹ ਵੇਲੇ ਬੜਾ ਇਕੱਠ ਹੋਇਆ। ਕਸੂਰ ਦੇ ਮੌਲਵੀ ਮਲਾਣੇ ਤੇ ਹੋਰ ਚੁਫੇਰੇ ਦੇ ਮੁਸਲਮਾਨਾਂ ਤੋਂ ਬਿਨਾਂ ਬਹੁਤ ਸਾਰੇ ਸਿੱਖ ਸਰਦਾਰ ਵੀ ਹਾਜ਼ਰ ਸਨ। ਵਲੀਮੇ, ਵਿਆਹ ਤੋਂ ਮਗਰੋਂ ਦਾਵਤ ਵਿੱਚ ਹੋਰ ਪਕਵਾਨਾਂ ਦੇ ਨਾਲ ਬੱਕਰੇ ਵੀ ਹਲਾਲ ਕਰਕੇ ਗੋਸ਼ਤ ਵੀ ਪੱਕਿਆ। ਸਿੱਖਾਂ ਹਲਾਲ ਤਾਂ ਖਾਣਾ ਨਹੀਂ ਸੀ, ਉਹਨਾਂ ਨੂੰ ਝਟਕਾਉਣ ਲਈ ਬੱਕਰੇ ਦਿੱਤੇ ਗਏ। ਉਹਨਾਂ ਆਪਣੀ ਦੇਗ ਚਾੜ ਲਈ। ਮੌਲਵੀ ਮੁਲਾਣੇ ਹੋਣੇ ਕਿਵੇਂ ਜਰਨ, ਮਨਾਂ ਵਿੱਚ ਸ਼ਰ੍ਹਾ ਦੇ ਭਾਂਬੜ ਮੱਚ ਉੱਠੇ। ਬੜਾ ਰੋਸ ਕੀਤਾ ਤੇ ਊਲ ਜਲੂਲ ਵੀ ਬਕੇ। ਮਿਰਜ਼ਾ ਸਾਹਿਬਾਨ ਨਾਲ ਕੁਰਖਤੀ ਵਿੱਚ ਬੋਲਚਾਲ ਹੋਇਆ ਤੇ ਇਤਰਾਜ਼ ਕੀਤਾ ਕਿ ਇੱਥੇ ਝਟਕਾ ਕਿਉਂ ਹੋਇਆ। ਮਿਰਜ਼ਾ ਹਮੀਦੁੱਲਾ ਨੇ ਮੁਲਾਣਿਆਂ ਨੂੰ ਪੁੱਛਿਆ ਕਿ ਤੁਹਾਨੂੰ ਕਾਹਦੀ ਤਕਲੀਫ ਹੋਈ ਹੈ। ਵਾਹ ਮਿਰਜ਼ਾ ਸਾਹਿਬ, ਮੁਸਲਮਾਨ ਹੋ ਕੇ ਤੁਸੀਂ ਇਹ ਕੀ ਗੱਲ ਕਰ ਰਹੇ ਹੋ? ਸ਼ਰ੍ਹਾ ਝਟਕੇ ਦੀ ਆਗਿਆ ਨਹੀਂ ਦਿੰਦੀ। ਮਿਰਜ਼ਾ ਸਾਹਿਬ ਅੱਗੇ ਬੋਲਦੇ ਹਨ, ਉਹਨਾਂ ਦੀ ਸ਼ਰ੍ਹਾ ਤੁਹਾਡੇ ਹਲਾਲ ਨੂੰ ਨਹੀਂ ਮੰਨਦੀ। ਉਹ ਤੁਹਾਡੇ ਹਲਾਲ ਨੂੰ ਵੇਖਣਗੇ ਵੀ ਨਹੀਂ। ਉਹ ਝਟਕਾ ਕਰਨਗੇ ਤੇ ਝਟਕਾ ਹੀ ਖਾਣਗੇ। ਮੁਲਾਣੇ, ਸਾਡੇ ਹੁੰਦਿਆਂ ਝਟਕਾ ਨਹੀਂ ਹੋ ਸਕਦਾ। ਮਿਰਜ਼ਾ ਸਾਹਿਬ, ਹੈ ਤਾਕਤ ਉਹਨਾਂ ਨਾਲ ਦੋ ਹੱਥ ਕਰਨ ਦੀ। ਤਮਾਸ਼ਾ ਨਾ ਬਣਾਓ, ਆਪਣੇ ਬਣੇ ਪਦਾਰਥ ਤਨਾਵਲ ਫਰਮਾਓ। ਚੁੱਪ ਕਰਕੇ ਗੱਡੀ ਚੜ੍ਹੋ ਤੇ ਕਸੂਰ ਪਹੁੰਚੋ। ਪਰ ਜੇ ਤੁਸਾਂ ਝਟਕੇ ਹਲਾਲ ਦਾ ਤਮਾਸ਼ਾ ਵੇਖਣਾ ਹੀ ਹੈ ਤਾਂ ਮੈਂ ਕਹਿ ਦਿੰਦਾ ਹਾਂ, ਉਹ ਤੁਹਾਡੀ ਇਹ ਵੀ ਰੀਝ ਪੂਰੀ ਕਰ ਦੇਣਗੇ। ਸਰਦਾਰ ਹਰੀ ਸਿੰਘ ਭੰਗੀ ਨੇ ਕਸੂਰ ਦੇ ਖੇਸ਼ਗੀ ਖਾਨਾ ਦੇ ਕਿਵੇਂ ਤੱਪੜ ਰੋਲੇ ਸਨ, ਮੁਲਾਣਿਆਂ ਨੂੰ ਅਜੇ ਭੁੱਲੇ ਨਹੀਂ ਸਨ। ਮਿਰਜ਼ਾ ਸਾਹਿਬ ਨੂੰ ਖੁਦਾ ਹਾਫਿਜ਼ ਕਹਿ ਕੇ 9-2-11 ਹੋ ਗਏ। ਲਾਹੌਰ ਰੋਡ ਭੱਲਿਆਂ ਵਾਲੀ ਸੱਥ ਤੋਂ ਖੱਬੇ ਹੱਥ ਨੂੰ ਮੋੜ ਖਾਂਦੀ ਹੈ। ਇੱਥੋਂ ਇੱਕ ਰਾਹ ਭੱਟ ਸਾਹਿਬ ਨੂੰ ਚੜ੍ਹਦਾ ਹੈ ਤੇ ਇੱਕ ਰਾਹ ਦੱਖਣ ਵੱਲ ਨੂੰ ਜਾਂਦਾ ਹੈ। ਨਾਲ ਰੋਡਵੇਜ਼ ਦੀ ਵਰਕਸ਼ਾਪ ਦੇ ਨਾਲ ਹੀ ਖੱਬੇ ਹੱਥ ਸਰਕਾਰੀ ਹਸਪਤਾਲ, ਨਾਲ ਹੀ ਸਰਹਾਲੀ ਰੋਡ ਨੂੰ ਪਾਰ ਕਰਕੇ ਸਰਕਾਰੀ ਕਾਲਜ ਪੱਟੀ ਨੂੰ ਖੱਬੇ ਹੱਥ ਰੱਖ ਕੇ ਇੱਕ ਸੜਕ ਭੰਗੂਪੁਰ ਸੰਗਵਾਂ ਨੂੰ ਨਿਕਲ ਜਾਂਦੀ ਹੈ। ਭੱਲਿਆਂ ਵਾਲੀ ਸੱਥ ਹੁਣ ਵੀ ਚੱਲਦੀ ਹੈ। ਉੱਤਰ ਵੱਲ ਨੂੰ ਬਹੁਤ ਸਮਾਂ ਪਹਿਲਾਂ ਖੱਬੇ ਹੱਥ ਬੜਾ ਵੱਡਾ ਛੱਪੜ ਹੁੰਦਾ ਸੀ, ਜਿਸ ਦਾ ਨਾਮ ਮੀਰਾਂ ਵਾਲੀ ਸੀ। ਸੜਕ ਦਾ ਖੱਬਾ ਮੀਰਾਂ ਵਾਲੀ ਢਾਬ ਦਾ ਸੀ ਤੇ ਸੱਜੇ ਪਾਸੇ ਪੱਕੀਆਂ ਇਮਾਰਤਾਂ। ਇਹ ਸੜਕ ਖੱਬੇ ਕੰਢੇ ਉੱਤੇ ਬਣੇ ਜੈਨੀਆਂ ਦੇ ਸਕੂਲ, ਸਿਨੇਮਾ ਹਾਲ ਤੇ ਇਸ ਤੋਂ ਥੋੜ੍ਹਾ ਹਟ ਕੇ ਕਿਲ੍ਹਾ ਤੇ ਫਿਰ ਸਿੱਧੀ ਇਹ ਬਾਜ਼ਾਰ ਦੀ ਸ਼ਕਲ ਵਿੱਚ ਸਟੇਸ਼ਨ ਦੇ ਸੱਜੇ ਬੀਬੀ ਰਜਨੀ ਦਾ ਗੁਰਦੁਆਰਾ ਤੇ ਖੱਬੇ ਰੇਲਵੇ ਸਟੇਸ਼ਨ ਇੱਥੇ ਖਤਮ ਹੋ ਜਾਂਦੀ ਹੈ। ਕਿਲ੍ਹੇ ਲਾਗੋਂ ਖੱਬੇ ਪਾਸੇ ਪੱਛਮ ਨੂੰ ਸੜਕ ਜਾਂਦੀ ਹੈ, ਜਿਸ ਨੂੰ ਕੋਟ ਰੋਡ ਕਿਹਾ ਜਾਂਦਾ ਹੈ। ਬੀਬੀ ਰਜਨੀ, ਜਿਸ ਨੂੰ ਵਿਦਵਾਨਾ ਰਾਜ ਕੌਰ ਵੀ ਲਿਖਿਆ ਹੈ, ਇਸ ਦੀ ਦਾਸਤਾਨ ਬਾਰੇ ਆਲੇ ਦੁਆਲੇ ਦੇ ਆਮ ਸਿੱਖਾਂ ਅਨੁਸਾਰ ਇਹ ਪੱਟੀ ਦੇ ਰਾਜੇ ਦੁਨੀ ਚੰਦ ਦੀ ਛੋਟੀ ਧੀ ਸੀ। ਕਹਾਣੀ ਘੜਨ ਵਾਲਿਆਂ ਕਹਾਣੀ ਇਸ ਤਰ੍ਹਾਂ ਘੜੀ ਹੈ। ਦੁਨੀ ਚੰਦ ਨੇ ਵਾਰੀ-ਵਾਰੀ ਆਪਣੀਆਂ ਧੀਆਂ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਪਿਆਰ ਕਰਦੀਆਂ ਹੋ। ਜਦੋਂ ਉਹਨਾਂ ਹਾਂ ਕਿਹਾ ਤਾਂ ਦੁਨੀ ਚੰਦ ਪੁੱਛਦਾ ਹੈ ਕਿ ਕਿਹੜੀ ਗੱਲੋਂ? ਤੁਸੀਂ ਸਾਡੇ ਪ੍ਰਤਪਾਲਕ ਹੋ। ਸਾਡੇ ਖਾਣ ਪੀਣ, ਲੀੜੇ ਲੱਤੇ, ਘਰ ਘਾਟ ਦਾ ਤੁਹਾਨੂੰ ਫਿਕਰ ਹੈ। ਤੁਸੀਂ ਸਾਡੇ ਬਾਪ ਵੀ ਹੋ, ਪ੍ਰਤਪਾਲਕ ਵੀ ਹੋ। ਪਰ ਜਦੋਂ ਬੀਬੀ ਰਜਨੀ ਨੂੰ ਪੁੱਛਿਆ ਤਾਂ ਉਸ ਦਾ ਜਵਾਬ ਸੀ ਕਿ ਬਾਪ ਦੇ ਨਾਮ ਉੱਤੇ ਮੇਰਾ ਤੁਹਾਡੇ ਨਾਲ ਪਿਆਰ ਵੀ ਮੇਰੀਆਂ ਭੈਣਾਂ ਵਰਗਾ ਹੈ। ਮੇਰਾ ਪ੍ਰਤਪਾਲਕ ਅਕਾਲ ਪੁਰਖ ਹੈ ਤੇ ਉਹ ਤੁਹਾਡਾ ਵੀ ਪ੍ਰਤਪਾਲਕ ਹੈ। ਇਹ ਗੱਲ ਦੁਨੀ ਚੰਦ ਨੂੰ ਚੰਗੀ ਨਾ ਲੱਗੀ। ਨਾਰਾਜ਼ ਹੋ ਕੇ ਪੁੱਛਿਆ ਕਿ ਪੁੱਤਰੀ, ਤੂੰ ਇਸੇ ਗੱਲ ਤੇ ਪੱਕੀ ਹੈ ਕਿ ਮੈਂ ਤੇਰਾ ਪ੍ਰਤਪਾਲਕ ਨਹੀਂ? ਉਸਨੇ ਕਿਹਾ ਕਿ ਹਾਂ, ਗੱਲ ਸੱਚੀ ਵੀ ਹੈ। ਤੁਸੀਂ ਮੇਰੇ ਪ੍ਰਤਪਾਲਕ ਦਾ ਜ਼ਰੀਆ ਹੋ। ਤੁਸੀਂ ਧੰਨਤਾਯੋਗ ਹੋ, ਸਤਿਕਾਰਯੋਗ ਹੋ, ਪਰ ਅਸਲ ਵਿੱਚ ਮੇਰਾ ਅਤੇ ਤੁਹਾਡਾ ਪ੍ਰਤਪਾਲਕ ਅਕਾਲ ਪੁਰਖ ਹੈ। ਦੁਨੀ ਚੰਦ ਦਾ ਕ੍ਰੋਧ ਉਬਾਲਾ ਖਾ ਗਿਆ। ਕੜਕ ਕੇ ਬੋਲਿਆ,
ਅਜੇ ਵੀ ਸੋਚ ਲੈ, ਤੂੰ ਗਲਤੀ ਉੱਤੇ ਹੈ। ਜਦ ਉਹ ਲੜਕੀ ਨੇ ਦਿਲ ਮਨ ਦੀ ਪਕਿਆਈ ਨਾਲ ਇਸ ਉੱਤੇ ਦ੍ਰਿੜ ਰਹਿਣ ਦੀ ਗੱਲ ਕੀਤੀ, ਫਿਰ ਦੁਨੀ ਚੰਦ ਨੂੰ ਕਹਿਣ ਵਾਲਿਆਂ ਦੇ ਕਹਿਣ ਉੱਤੇ ਕਿਸੇ ਕੋੜੀ ਜਾਂ ਪਿੰਗਲੇ ਕੋਈ ਬਿਮਾਰੀ ਦਾ ਖਾਧਾ ਆਦਮੀ ਬਿਮਾਰੀ ਖੁਰਦਾ ਆਦਮੀ ਨਾਲ ਵਿਆਹ ਕੇ ਪੱਟੀ ਤੋਂ ਕੱਢ ਦਿੱਤਾ। ਇਹ ਵਿਚਾਰੀ ਦੋ ਜੀਆਂ ਦੇ ਪੇਟ ਪੂਰਤੀ ਲਈ ਮੰਗਦੀ ਡਿੱਗਦੀ ਢਹਿੰਦੀ ਇੱਕ ਢਾਬ ਕਿਨਾਰੇ, ਜੋ ਤੁੰਗ ਪਿੰਡ ਤੋਂ ਬਹੁਤ ਸਾਰੀ ਜ਼ਮੀਨ 700 ਰੁਪਏ ਦੇ ਕੇ ਗੁਰੂ ਰਾਮਦਾਸ ਸਾਹਿਬ ਜੀ ਵੱਲੋਂ ਖਰੀਦੀ ਹੋਈ, ਜੋ ਬਾਅਦ ਵਿੱਚ ਅੰਮ੍ਰਿਤਸਰ ਸਰੋਵਰ ਬਣਾਇਆ, ਜਿਸ ਵਿੱਚ ਇੱਕ ਢਾਬ ਵੀ ਸੀ ਤੇ ਵਿਚਕਾਰ ਸੁਭਾਏਮਾਨ ਦਰਬਾਰ ਸਾਹਿਬ ਆਣ ਕੇ ਉੱਥੇ ਆਪਣੀ ਖਾਰੀ ਰੱਖੀ ਤੇ ਕਿਸੇ ਲਾਗਲੇ ਪਿੰਡ ਵਿੱਚੋਂ ਮੰਗਣ ਵਾਸਤੇ ਗਈ। ਜਦ ਆਈ, ਪਤਾ ਨਹੀਂ ਕੀ ਸ਼ੱਕ ਪਿਆ ਕਿ ਉਹ ਆਪਣੇ ਪਤੀ ਨੂੰ ਪਤੀ ਮੰਨਣ ਨੂੰ ਤਿਆਰ ਨਹੀਂ ਹੋਈ। ਗੁਰੂ ਰਾਮਦਾਸ ਜੀ ਪਾਸ ਇਹ ਝਗੜਾ ਗਿਆ। ਉਹਨਾਂ ਸਭ ਕੁਝ ਸੁਣ ਕੇ ਬੜੇ ਪਿਆਰ ਨਾਲ ਬੀਬੀ ਨੂੰ ਸਮਝਾਇਆ ਕਿ ਪੁੱਤਰੀ, ਇਹ ਤੇਰਾ ਪਤੀ ਹੈ। ਵਿਚਾਰ ਨੰਬਰ 1, ਮੁਹੰਮਦ ਗੌਰੀ ਤੋਂ ਲੈ ਕੇ ਤੈਮੂਰਾਂ ਮੁਗਲਾਂ ਦੇ ਆਖਰੀ ਬਾਦਸ਼ਾਹ ਤੱਕ ਪੱਟੀ ਵਿੱਚ ਕੋਈ ਹਿੰਦੂ ਰਾਜਾ ਨਹੀਂ ਹੋਇਆ। ਸੰਭਵ ਹੈ ਕਿ ਦੁਨੀ ਚੰਦ ਕੋਈ ਬਹੁਤ ਅਮੀਰ ਆਦਮੀ ਹੋਵੇਗਾ। ਨੰਬਰ 2, ਕੋਈ ਬਾਪ ਕਦੀ ਆਪਣੀ ਲੜਕੀ ਨੂੰ ਕਿਸੇ ਬਿਮਾਰੀ ਗ੍ਰਸਤ ਜਾਂ ਕੋੜੇ ਨਾਲ ਨਹੀਂ ਵਿਆਹੁੰਦਾ। ਇਹ ਕਹਾਣੀ ਘੜਨ ਵਾਲੇ ਦੀ ਦਿਮਾਗ ਦੀ ਉਡਾਰੀ ਹੈ। ਨੰਬਰ 3, ਪੱਟੀ ਦੀ ਵਸੋਂ ਵਿੱਚ ਦੁਨੀ ਚੰਦ ਦੀ ਔਲਾਦ ਅੱਗੇ ਤੁਰੀ ਹੋਵੇ ਤੇ ਕੋਈ ਕਹਿ ਦੇਵੇ ਕਿ ਮੈਂ ਉਸ ਘਰਾਣੇ ਵਿੱਚੋਂ ਹਾਂ, ਕੋਈ ਸੁਰ ਪਤਾ ਨਹੀਂ ਲੱਗਦਾ ਤੇ ਇਤਿਹਾਸ ਖਾਮੋਸ਼ ਹੈ। ਨੰਬਰ 4, ਅਗਲੀ ਕਹਾਣੀ ਕਾਮਾਂ ਤੋਂ ਹੰਸ ਬਣਨ ਵਾਲੀ ਰੋਗ ਗ੍ਰਸਤ ਬੰਦੇ ਦਾ ਢਾਬ ਵਿੱਚ ਨਹਾ ਕੇ ਰਾਜੀ ਹੋ ਜਾਣਾ, ਉਸ ਨੂੰ ਆਪਣਾ ਪਤੀ ਨਾ ਮੰਨਣ ਉੱਤੇ ਝਗੜਾ, ਗੁਰੂ ਜੀ ਦਾ ਇਸ ਝਗੜੇ ਨੂੰ ਨਿਬੇੜਨਾ, ਵਿਦਵਾਨਾਂ ਦੀ ਸੋਚ, ਮੁੱਦੇ ਦੀ ਦੀਰਘ ਪਰਖ ਖੋਜ ਹੋਵੇ, ਸੱਚ ਉੱਤੇ ਪਹੁੰਚ ਕੇ ਸਿੱਖ ਪੰਥ ਨੂੰ ਜਾਗਰੂਕ ਕੀਤਾ ਜਾਵੇ। ਝਬਾਲ ਵਾਲੀ ਬੀਬੀ ਭਾਗ ਕੌਰ ਲਾਲ ਲੰਗਾਹ ਦੀ ਪੁਸ਼ਤ ਵਿੱਚੋਂ ਝੰਬਾਲ ਦਾ ਚੌਧਰੀ, ਉਸ ਦੀ ਅੰਸ਼ ਬੰਸ਼ ਵਿੱਚੋਂ ਨਿਧਾਨ ਸਿੰਘ ਵਾਸੀ ਪੱਟੀ ਨਾਲ ਵਿਆਹੀ ਹੋਈ ਸੀ। ਝਬਾਲੋਂ ਮਕਾਨ ਪੱਟੀ ਗਈ ਤੇ ਉੱਥੇ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮੋਗੇ ਤੋਂ ਅੱਗੇ ਦੀਨੇ ਕਾਂਗੜ ਵਾਲੇ ਪਾਸੇ ਵਿਚਰ ਰਹੇ ਸਨ, ਮਾਝੇ ਦੇ ਕੁਝ ਸਿੰਘ ਉਹਨਾਂ ਦੇ ਦਰਸ਼ਨਾਂ ਨੂੰ ਉਹਨਾਂ ਪਾਸ ਪਹੁੰਚੇ। ਉਹਨਾਂ ਗੱਲਾਂ ਵਿੱਚ ਕਿਹਾ ਕਿ ਹੇ ਮਹਾਰਾਜ, ਹੁਣ ਆਨੰਦਪੁਰ ਸਾਹਿਬ ਵਾਲਾ ਆਨੰਦਮਈ ਸਮਾਂ ਤਾਂ ਨਹੀਂ ਰਿਹਾ। ਬਹੁਤ ਸਿੰਘ, ਚਾਰੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਸ਼ਹੀਦ ਹੋ ਚੁੱਕੇ ਹਨ। ਮੁਗਲ ਬਾਦਸ਼ਾਹ ਨਾਲ ਆਪਾਂ ਸੁਲ੍ਹਾ ਕਰ ਲਈਏ। ਗੁਰੂ ਪਾਤਸ਼ਾਹ ਫਰਮਾਇਆ ਕਿ ਸੁਲ੍ਹਾ ਦੀ ਗੱਲ ਤੁਹਾਨੂੰ ਬੜੇ ਸਮੇਂ ਸਿਰ ਸੁੱਝੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਵੇਲੇ ਤੁਹਾਡੇ ਵੱਡੇ ਵਡੇਰਿਆਂ ਨੂੰ ਕਿਉਂ ਨਾ ਸੁੱਝੀ? ਛੇਵੇਂ ਪਾਤਸ਼ਾਹ ਦੇ ਜੰਗਾਂ ਯੁੱਧਾਂ ਤੇ ਕਸ਼ਟਾਂ ਵੇਲੇ ਕਿਉਂ ਨਾ ਖਿਆਲ ਆਇਆ? ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਚਾਂਦਨੀ ਚੌਂਕ ਵਿੱਚ ਸ਼ਹਾਦਤ, ਉਹਨਾਂ ਦੇ 3 ਸਿੱਖ ਸ਼ਹੀਦ ਸੰਗੀ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ, ਅਕੈ ਤੇ ਅਸਹਿ ਭਰੇ ਤਸੀਹਾਂ ਬਾਰੇ ਕਿਉਂ ਤੁਸੀਂ ਸਭ ਕੁਝ ਭੁੱਲ ਗਏ? ਅਕਾਲ ਪੁਰਖ ਦੀ ਰਜ਼ਾ ਵਿੱਚ ਆਨੰਦਪੁਰ ਸਾਹਿਬ ਦੇ ਸੁੱਖ ਤੇ ਬੇਸ਼ੁਮਾਰ ਸਿੰਘਾਂ ਦੀਆਂ ਕੁਰਬਾਨੀਆਂ ਸਮੇਤ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ, ਮਾਤਾ ਜੀ ਦੀ ਸ਼ਹਾਦਤ ਨੂੰ ਭੁਲਾ ਕੇ ਹੁਣ ਮੁਗਲਾਂ ਨਾਲ ਕਿਸ ਲਈ ਸੁਲ੍ਹਾ ਕਰ ਲਈ ਜਾਵੇ? ਇਹ ਨਹੀਂ ਹੋ ਸਕਦਾ। ਬਦਬਖਤੀ ਨੇ ਸਿੰਘਾਂ ਦੇ ਦਿਮਾਗ ਨੂੰ ਜਕੜਿਆ ਹੋਇਆ ਸੀ। ਉਹ ਫੁੱਟ ਪਏ। ਮਹਾਰਾਜ, ਤੁਸਾਂ ਹਰ ਰੋਜ਼ ਹਰ ਸਮੇਂ ਯੁੱਧਾਂ ਵਿੱਚ ਹੀ ਰੁੱਝੇ ਰਹਿਣਾ ਹੈ। ਇਸ ਵਰਤਾਰੇ ਵਿੱਚ ਸੁੱਖ ਕਿੱਥੋਂ? ਇਸ ਤੋਂ ਅੱਗੇ ਚੱਲਣਾ ਸਾਡੇ ਲਈ ਬਹੁਤ ਔਖਾ ਹੈ। ਸਾਨੂੰ ਜਾਣ ਦੀ ਆਗਿਆ ਦਿੱਤੀ ਜਾਵੇ। ਮਹਾਰਾਜ ਨੇ ਕਿਹਾ, ਠੀਕ ਹੈ, ਪਰ ਇਹ ਗੱਲ ਲਿਖ ਕੇ ਦੇ ਜਾਓ ਕਿ ਤੁਸੀਂ ਸਾਡੇ ਲਈ ਨਹੀਂ ਤੇ ਅਸੀਂ ਤੁਹਾਡੇ ਨਹੀਂ। ਇਹ ਕਾਗਜ਼ ਉੱਤੇ ਲਿਖ ਕੇ ਆਪਣੇ ਨਾਮ ਦਰਜ ਕਰਕੇ ਗੁਰੂ ਪਾਤਸ਼ਾਹ ਨੂੰ ਦੇ ਆਏ। ਇਸ ਘਟਨਾ ਦਾ ਜਦ ਬੀਬੀ ਭਾਗੋ ਨੂੰ ਪਤਾ ਲੱਗਾ ਤਾਂ ਤੜਫ ਉੱਠੇ ਤੇ ਪੱਲਾ ਫੇਰ ਕੇ ਤੁਰ ਪਏ ਤੇ ਲਲਕਾਰਿਆ ਕਿ ਸਮਾਂ ਹੈ ਹੁਣ ਗੁਰੂ ਮਹਾਰਾਜ ਦੇ ਸੰਗ ਜੁੜਨ ਦਾ ਤੇ ਆਪਣੇ ਆਪ ਨੂੰ ਨਿਸ਼ਾਵਰ ਕਰਨ ਦਾ। ਇਹਨਾਂ ਲੋਕਾਂ ਦੇ ਨਾਲ ਜੋ ਉਧਰ ਨੂੰ ਗਏ, ਮੁਕਤਸਰ ਸਾਹਿਬ ਚੱਲ ਰਹੀ ਜੰਗ ਵਿੱਚ ਸ਼ਾਮਲ ਹੋਏ। ਢਾਬ ਰੋਕਣ ਵਾਲੇ ਸਿੰਘਾਂ ਵਿੱਚ ਵੀ ਇਹ ਜਥਾ ਸ਼ਾਮਲ ਸੀ। ਇਹਨਾਂ ਸ਼ਹੀਦਾਂ ਵਿੱਚ ਹੀ ਭਾਈ ਮਾਹ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਸੀ। ਜਦ ਜੰਗ ਜਿੱਤਣ ਤੋਂ ਬਾਅਦ ਗੁਰੂ ਪਾਤਸ਼ਾਹ ਸ਼ਹੀਦਾਂ ਨੂੰ ਵੇਖਦੇ ਵੇਖਦੇ ਇਸ ਪਾਸੇ ਆਏ ਤਾਂ ਇਹ ਸਿੰਘ ਆਖਰੀ ਸਾਹਾਂ ਉੱਤੇ ਸੀ। ਦੂਜਿਆਂ ਜ਼ਖਮੀਆਂ ਵਾਂਗ ਇਸ ਦਾ ਵੀ ਚਿਹਰਾ ਸਾਫ਼ ਕੀਤਾ ਤੇ ਪੁੱਛਿਆ, ਸਿੰਘਾ, ਜੋ ਮੰਗੇਗਾ ਅਕਾਲ ਪੁਰਖ ਦੀ ਦਰਗਾਹੋਂ ਮਿਲੂ। ਸਿੰਘ ਦਾ ਸਿਦਕ ਵੇਖੋ, ਬੇਦਾਵੇ ਵਾਲਿਆਂ ਵਿੱਚ ਨਾ ਹੁੰਦਿਆਂ ਹੋਇਆਂ ਵੀ ਮੰਗਿਆ, ਸੱਚੇ ਪਾਤਸ਼ਾਹ, ਮਾਝੇ ਨੂੰ ਮੁੜ ਜੋੜੋ, ਅਸੀਂ ਸਦਾ ਹੀ ਤੇਰੇ ਹਾਂ।
ਕਲਗੀਧਰ ਪਾਤਸ਼ਾਹ ਬਖਸ਼ਿਸ਼ ਦੇ ਘਰ ਵਿੱਚ ਆਏ। ਉਸ ਦੇ ਸਾਹਮਣੇ ਬੇਦਾਵਾ ਪਾੜ ਕੇ ਸੁੱਟ ਦਿੱਤਾ। ਇਸ ਦੇ ਨਾਲ ਹੀ ਮਾਹ ਸਿੰਘ ਸੰਸਾਰ ਨੂੰ ਆਖਰੀ ਫਤਿਹ ਬੁਲਾ ਗਿਆ। ਬੀਬੀ ਭਾਗ ਕੌਰ ਜ਼ਖਮੀ ਤਾਂ ਬਹੁਤ ਬੁਰੀ ਤਰ੍ਹਾਂ ਸੀ, ਪਰ ਅਜੇ ਜ਼ਿੰਦਾ ਸੀ, ਜਿਸ ਦਾ ਇਲਾਜ ਚੱਲਿਆ। ਨਵੰਬਰ 9 ਹੋ ਕੇ ਫਿਰ ਨੰਦੇੜ ਸਾਹਿਬ ਤੱਕ ਦਸ਼ਮੇਸ਼ ਪਿਤਾ ਦੀ ਫੌਜ ਵਿੱਚ ਰਹੇ। ਬੜੇ ਚਾਅ ਨਾਲ ਗੁਰੂ ਪਾਤਸ਼ਾਹ ਦੁਆਲੇ ਪਹਿਰੇ ਉੱਤੇ ਡਿਊਟੀ ਦਿੰਦੇ। ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬੀਬੀ ਭਾਗ ਕੌਰ ਜੀ ਬਿਦਰ ਕਰਨਾਟਕਾ ਵੱਲ ਚਲੇ ਗਏ ਅਤੇ ਉੱਧਰ ਹੀ ਅਕਾਲ ਚਲਾਣਾ ਕਰ ਗਏ। ਇੱਕ ਵਾਰ ਰਾਵਲਪਿੰਡੀ ਤੋਂ 4 ਸਿੱਖ ਬੀਬੀਆਂ ਪੱਟੀ ਆਈਆਂ। ਇਹ ਵਾਰਤਾ 1947 ਤੋਂ ਪਹਿਲਾਂ ਦੀ ਹੈ। ਉਹਨਾਂ ਚੁਬਾਰਾ ਸਾਹਿਬ ਦੇ ਦਰਸ਼ਨ ਕਰਨੇ ਸਨ। ਉਸ ਸਮੇਂ ਭਾਈ ਰਤਨ ਸਿੰਘ ਜੀ ਪੂਰਨ ਗੁਰਸਿੱਖ ਸਿੱਖੀ ਨੂੰ ਪਰਨਾਏ ਹੋਏ ਸਨ। ਉਹਨਾਂ ਨਾਲੋਂ ਵੱਡਾ ਇਤਿਹਾਸ ਦਾ ਜਾਣਕਾਰ ਕੌਣ ਹੋ ਸਕਦਾ ਸੀ। ਉਹ ਇਹਨਾਂ ਬੀਬੀਆਂ ਨੂੰ ਨਾਲ ਲੈ ਕੇ ਦਸੌਂਦਾ ਸਿੰਘ ਜੀ ਹੈੱਡ ਮਾਸਟਰ ਸਮੇਤ ਹੈੱਡ ਮਾਸਟਰ ਦੇਸ਼ ਵੰਡ ਤੋਂ ਮਗਰੋਂ ਬਣੇ ਸਨ। ਬੜੇ ਵਿਦਵਾਨ ਅਤੇ ਜਾਣਕਾਰ ਇਨਸਾਨ ਸਨ। ਇਹਨਾਂ ਬੀਬੀਆਂ ਨੂੰ ਉਹਨਾਂ ਚੁਬਾਰਾ ਸਾਹਿਬ ਅਤੇ ਗੁਰਦੁਆਰਾ ਭੱਟ ਸਾਹਿਬ ਦੇ ਦਰਸ਼ਨ ਕਰਵਾਏ। ਇਹ ਚੁਬਾਰਾ ਸਾਹਿਬ ਵਾਲੀ ਇਮਾਰਤ ਦਾ ਸਿੱਖ ਇਤਿਹਾਸ ਵਿੱਚ ਬੜਾ ਜ਼ਿਕਰ ਹੈ। ਉਹਨਾਂ ਨੂੰ ਵਿਖਾਇਆ ਤੇ ਇਸ ਬਾਰੇ ਦੱਸਿਆ ਵੀ। ਇਹ ਬੱਚੀਆਂ ਆਪਣੀ ਤਸੱਲੀ ਕਰਕੇ ਵਾਪਸ ਪਰਤੀਆਂ। ਇਹਨਾਂ ਜੋ ਵੇਖਿਆ ਜਾਣਿਆ ਉਸ ਦੇ ਬਾਰੇ ਲਿਖ ਕੇ ਭਾਈ ਰਤਨ ਸਿੰਘ ਨੂੰ ਦੇ ਗਈਆਂ। ਕਾਗਜ਼ ਕਿਉਂ ਤੇ ਕਿਵੇਂ ਗੁੰਮ ਹੋ ਗਏ ਫਿਰ ਨਹੀਂ ਲੱਭੇ। ਚੁਬਾਰਾ ਸਾਹਿਬ ਵਾਲੀ ਇਮਾਰਤ ਮਿਰਜ਼ਾ ਅਕਬਰ ਬੇਗ ਦਾ ਘਰ ਸੀ। ਮਿਰਜ਼ਾ ਅਕਬਰ ਬੇਗ ਜੀ ਕਿਸੇ ਵਜ੍ਹਾ ਕਰਕੇ ਇੱਕ ਅੱਖ ਦੀ ਰੌਸ਼ਨੀ ਗਵਾ ਚੁੱਕੇ ਸਨ। ਕਾਲੀ ਐਨਕ ਲਗਾ ਕੇ ਰੱਖਦੇ, ਬੜੇ ਲੰਬੇ ਤੇ ਜਵਾਨ, ਸਲਵਾਰ ਕਮੀਜ਼, ਸਿਰ ਉੱਤੇ ਕੁੱਲੇ ਵਾਲੀ ਪੱਗ ਬੰਨ੍ਹਦੇ ਸਨ। ਮਿਊਂਸਪਲ ਕਮੇਟੀ ਪੱਟੀ ਦੇ ਮੁਲਾਜ਼ਮ ਤੇ ਸਫਾਈ ਕਰਮਚਾਰੀਆਂ ਦੀ ਨਿਗਰਾਨੀ। ਹੱਥ ਵਿੱਚ ਦਾਤਣਾ ਲਈ ਹੱਥ ਕੋ ਲੰਬੀ ਕਿੱਕਰ ਦੀ ਪਤਲੀ ਜਿਹੀ ਸ਼ਮਕ ਵੇਖੀ ਜਾਂਦੀ ਸੀ। ਬੜੇ ਸਾਊ ਸੁਭਾਅ ਤੇ ਬੋਲੀ ਬਹੁਤ ਮਿੱਠੀ ਸੀ। DAV ਹਾਈ ਸਕੂਲ ਵਿਖੇ ਪੜ੍ਹਦਿਆਂ 1943-44 ਦੇ ਵੇਲੇ ਦੀ ਗੱਲ ਹੈ ਕਿ ਦਾਸਰਾ ਤੇ ਕਲਾਸ ਫੈਲੋ ਇਬਰਾਹਿਮ ਜਦ ਕਿਤੇ ਸਕੂਲੋਂ ਨਿਕਲ ਕੇ ਭੱਲਿਆਂ ਵਾਲੀ ਸੱਥ ਤੋਂ ਤੁਰਦੇ, ਬਾਜ਼ਾਰੋਂ ਪੈ ਕੇ ਸਟੇਸ਼ਨ ਵੱਲ ਨੂੰ ਕਲਮਾਂ, ਸਿਆਹੀ ਅਤੇ ਨਿੱਬ ਲੈਣ ਜਾਣਾ ਤਾਂ ਮਿਰਜ਼ਾ ਅਕਬਰ ਬੇਗ ਸਾਹਿਬ ਨੂੰ ਡਿਊਟੀ ਤੇ ਦੇਖਣਾ। ਜਦ ਅਸਾਂ ਕਹਿਣਾ ਮਿਰਜ਼ਾ ਜੀ ਸਲਾਮ, ਉਹਨਾਂ ਬੜੇ ਪਿਆਰ ਨਾਲ ਕਹਿਣਾ ਬੇਟਾ ਅੱਲਾ ਨਬੀ ਨੂੰ ਸਲਾਮ, ਖੁਸ਼ ਰਹੋ, ਉਮਰ ਦਰਾਜ਼। ਉਹਨਾਂ ਬਾਰੇ ਹੁਣ ਚੇਤਾ ਆਉਂਦਾ ਹੈ। ਉਹਨਾਂ ਵਿੱਚ ਫਿਰਕਾ ਪ੍ਰਸਤੀ ਜਾਂ ਅਜਾਈ ਘਿਰਣਾ ਦੀ ਕੋਈ ਗੱਲ ਨਹੀਂ ਸੀ ਹੁੰਦੀ। ਜਦ ਕੁੜੀਆਂ ਰਾਵਲਪਿੰਡੀ ਵਾਲੀਆਂ ਚੁਬਾਰਾ ਸਾਹਿਬ ਵੇਖਣ ਆਈਆਂ ਸਨ, ਉਦੋਂ ਕੁਝ ਸਿਆਣੇ ਸਿੱਖਾਂ ਦੇ ਮਨਾਂ ਵਿੱਚ ਇਹ ਫੁਰਨਾ ਫਿਰਿਆ ਕਿ ਘਰ ਖਰੀਦ ਕੇ ਗੁਰਦੁਆਰਾ ਭੱਟ ਸਾਹਿਬ ਦੇ ਤਹਿਤ ਕੀਤਾ ਜਾਵੇ ਤੇ ਉੱਥੇ ਸਿੱਖ ਰੋਹ ਰੀਤ ਦਾ ਪ੍ਰਵਾਹ ਚੱਲੇ। ਮਿਰਜ਼ਾ ਜੀ ਨਾਲ ਜਦ ਇਸ ਬਾਰੇ ਵਾਰਤਾ ਚੱਲੀ ਤਾਂ ਉਹਨਾਂ ਕਿਹਾ ਮੇਰਾ ਘਰ ਤੁਹਾਡੇ ਲਈ ਹਾਜ਼ਰ ਹੈ, ਪਰ ਮੇਰੀ ਇੰਨੀ ਕੁ ਬੇਨਤੀ ਹੈ, ਮੈਨੂੰ ਪੱਟੀ ਦੇ ਲਾਗੇ ਬੰਨੇ ਰਿਹਾਇਸ਼ ਲਈ ਘਰ ਬਣਾ ਦਿਓ। ਜਿਸ ਦਿਨ ਮੈਂ ਉਸ ਘਰ ਵਿੱਚ ਜਾਵਾਂਗਾ ਮੇਰਾ ਘਰ ਤੁਹਾਡਾ ਹੋ ਜਾਵੇਗਾ। ਪਾਕਿਸਤਾਨ ਬਣਨ ਦਾ ਰੌਲਾ ਪੈ ਚੁੱਕਿਆ ਸੀ। ਮੁਸਲਮਾਨ ਭਾਈ ਵੀ ਕਹਿੰਦੇ ਕਿ ਪਾਕਿਸਤਾਨ ਲੈ ਕੇ ਰਹਾਂਗੇ, ਪਾਕਿਸਤਾਨ ਬਣਾ ਕੇ ਰਹਾਂਗੇ। ਇੱਕ ਸਥਾਨ ਤੇ ਤਾਂ ਪਾਕਿਸਤਾਨ ਚੌਂਕ ਵੀ ਲਿਖ ਦਿੱਤਾ ਗਿਆ ਸੀ। ਵੰਡ ਦੇ ਰੌਲੇ ਕਾਰਨ ਮਿਰਜ਼ਾ ਜੀ ਨੂੰ ਘਰ ਬਣਾ ਕੇ ਦੇਣ ਵਾਲੀ ਗੱਲ ਵੱਲ ਧਿਆਨ ਕੁਝ ਘਟ ਗਿਆ। ਪਾਕਿਸਤਾਨ ਦੇ ਹੋਂਦ ਵਿੱਚ ਆ ਜਾਣ ਉੱਤੇ ਮੁਸਲਮਾਨ ਆਬਾਦੀ ਦੇ ਪਾਕਿਸਤਾਨ ਚਲੇ ਜਾਣ ਕਰਕੇ ਇਹ ਗੱਲ ਵਿੱਚ ਵਿਚਾਲੇ ਰਹਿ ਗਈ। ਸਮੇਂ ਨੇ ਕੁਝ ਇਹੋ ਜਿਹੀ ਮਰੋੜ ਖਾਧੀ ਕਿ ਕੁਝ ਦਾ ਕੁਝ ਹੋ ਗਿਆ। ਪੱਟੀ ਦਾ ਮੁਖਤਾਰਾ ਨਾਮੇ ਇੱਕ ਸੁਨਿਆਰਾ ਉੱਠਿਆ। ਉਸ ਦੇ ਮਨ ਵਿੱਚ ਇੱਕ ਭ੍ਰਿਸ਼ਟ ਨੀਚ ਕਿਸਮ ਦਾ ਵਰਤਾਰਾ ਛਾ ਗਿਆ। ਕਲਗੀਧਰ ਪਾਤਸ਼ਾਹ ਦਾ ਸਵਾਂਗ ਰਚਾ ਕੇ ਚੁਬਾਰਾ ਸਾਹਿਬ ਵਿੱਚ ਪਲੰਗ ਆਣ ਡਾਇਆ ਤੇ ਆਪਣੇ ਆਪ ਨੂੰ ਦਸ਼ਮੇਸ਼ ਪਿਤਾ ਜੀ ਦਾ ਸਾਬਤ ਸੂਰਤ ਸਰੂਪ ਦੱਸਣ ਲੱਗਾ। ਕੁਝ ਲੁੱਚੇ ਅਤੇ ਨਖਿੱਧ ਬਿਰਤੀ ਦੇ ਬੰਦੇ ਨਾਲ ਜੋੜ ਲਏ। ਲਾਹਣਤ ਅਤੇ ਨੀਚਤਾ ਦੀਆਂ ਹੱਦਾਂ ਟੱਪ ਗਿਆ। ਊਟ ਪਟਾਂਗ ਗੰਢ ਤੁੱਪ ਕਰਕੇ ਪਲੰਗ ਦੇ ਅੱਗੇ ਬਿਠਾ ਕੇ ਕਿਤੇ ਕਿਤੇ ਗਲੀ ਵਿੱਚ ਵੀ ਉੱਚੀ ਉੱਚੀ ਪੜ੍ਹਨ ਲੱਗ ਪਏ। ਆਪਣੀ ਬਜ਼ੁਰਗ ਮਾਤਾ ਨੂੰ ਗੁਜ਼ਰੀਏ ਕਹਿ ਕੇ ਸੰਬੋਧਨ ਕਰਦਾ ਤੇ ਇਹੋ ਜਿਹੇ ਕਈ ਕੁਝ ਉਹ ਊਲ ਜਲੂਲ ਬਕਦਾ। ਰੋਜ਼ ਦੀ ਕਿਰਿਆ ਇਉਂ ਬਣਾਈ, ਗੁਜ਼ਰੀਏ ਲੰਗਰ ਤਿਆਰ ਕਰ, ਸਿੰਘ ਗੋਦਾਵਰੀ ਦਾ ਇਸ਼ਨਾਨ ਕਰਨ ਚੱਲੇ ਆ। ਘਰੋਂ ਵਾਹੀ ਤਬਾਹੀ ਹਕਾਮਦੇ ਹੋਏ ਰੋਹੀ ਵੱਲ ਤੁਰ ਪੈਂਦੇ ਤੇ ਜਾ ਛਾਲਾਂ ਮਾਰਦੇ। ਪਾਣੀ ਚੋਂ ਨਿਕਲ ਫਿਰ ਉਸੇ ਤਰ੍ਹਾਂ ਹਾਲ ਹੂਲ ਕਰਦੇ ਵਾਪਸ ਆਪਣੇ ਖੁੱਡੇ ਵਿੱਚ ਆ ਕੇ ਪਲੰਗ ਉੱਤੇ ਬੈਠ ਜਾਂਦਾ। ਸਿੱਖ ਭਾਈਚਾਰੇ ਵਿੱਚ ਹਾਹਾਕਾਰ ਜਿਹਾ ਮੱਚਿਆ ਹੋਇਆ ਸੀ, ਪਰ ਕਿਸੇ ਨੇ ਅੱਗੇ ਹੋ ਕੇ ਉਸ ਨੂੰ ਵਰਜਿਆ ਨਾ।
ਉਸ ਦੇ ਇਸ ਨੀਚ ਵਿਹਾਰ ਨਾਲ ਉਛਾਲੀ ਗੰਦਗੀ ਦਾ ਅਸਰ ਪੱਟੀ ਦੇ ਸਿੱਖਾਂ ਤੇ ਬਾਹਰਲੇ ਪਿੰਡਾਂ ਵਿੱਚ ਵੀ ਕੋਝਾ ਅਸਰ ਹੋਣ ਲੱਗਾ। ਸਬੱਬ ਐਸਾ ਬਣਿਆ ਕਿ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜੋ ਅਗਸਤ 1977 ਵਿੱਚ ਇੱਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਏ, ਸਿੱਖੀ ਦੀ ਪ੍ਰਚਾਰ ਫੇਰੀ ਦੌਰਾਨ ਭੱਠ ਸਾਹਿਬ ਵਿਖੇ ਤਸ਼ਰੀਫ ਲਿਆਏ। ਉਹਨਾਂ ਦੇ ਵਿਖਿਆਨ ਸੁਣਨ ਲਈ ਲਾਗਲੇ ਪਿੰਡਾਂ ਦੇ ਲੋਕ ਵੀ ਆਉਣਾ ਸ਼ੁਰੂ ਕੀਤਾ। ਜਦ ਮੁਖਤਿਆਰੇ ਬਾਰੇ ਸੁਣਦੇ ਉਹਨਾਂ ਨੂੰ ਹੋਰ ਵੀ ਚਿੱਪ ਚੜ੍ਹਦੀ। ਕਈ ਅਲਾਉਂਦੇ ਕਿ ਮੁਖਤਿਆਰੇ ਨੂੰ ਸੋਧਿਆ ਜਾਵੇ, ਪਰ ਸੰਤਾਂ ਦਾ ਸ਼ਾਂਤ ਸੁਭਾਅ ਜਰਨ ਭਰਨ ਅਤੇ ਸਮਾਂ ਵਿਚਾਰਨ ਦਾ ਸੰਦੇਸ਼ ਦਿੰਦਾ ਸੀ। ਰੋਹ ਦੇ ਸਮੁੰਦਰ ਨੂੰ ਸ਼ਾਂਤ ਰੱਖ ਲੈਣਾ ਇਨਸਾਨੀ ਵੱਸੋਂ ਬਾਹਰ ਹੈ, ਪਰ ਸੰਤਾਂ ਦੇ ਪ੍ਰਚਾਰ ਤੇ ਉਹਨਾਂ ਦੀ ਹਾਜ਼ਰੀ ਨੇ ਠੰਡ ਤਾਂ ਬਹੁਤ ਵਰਤਾਈ, ਪਰੰਤੂ ਸੰਤਾਂ ਦੇ ਚਲੇ ਜਾਣ ਤੋਂ ਮਗਰੋਂ ਪਿੰਡਾਂ ਵਾਲਿਆਂ ਤੇ ਸਿੱਖਾਂ ਦਾ ਰੋਹ ਤੂਫਾਨ ਬਣ ਕੇ ਉੱਠਿਆ। ਸਰਦਾਰ ਮੇਜਰ ਸਿੰਘ ਬੁਰਜ ਰਾਏਕੇ ਦੀ ਅਗਵਾਈ ਵਿੱਚ ਪੰਥਕ ਜੋਸ਼ ਮੁਖਤਿਆਰੇ ਦੁਸ਼ਟ ਸਿਰ ਆਣ ਕੜਕਿਆ। ਮੱਜੇ ਤੋਂ ਧੂ ਕੇ ਉਲਟਾ ਕੇ ਹੇਠਾਂ ਮਾਰਿਆ। ਲੱਗ ਪਈਆਂ ਲੱਤਾਂ ਤੇ ਠੁੱਡਾਂ ਵਰਨ। ਕਈਆਂ ਨੇ ਛਿੱਤਰਾਂ ਨਾਲ ਵੀ ਰੀਝ ਪੂਰੀ ਕੀਤੀ। ਮਾਂ ਬੌੜੀ ਬੌੜੀ ਕਰਦੀ ਰਹੀ। ਸਿੱਖਾਂ ਨੇ ਮਾਤਾ ਨੂੰ ਕੋਈ ਬੁਰਾ ਬਚਨ ਨਹੀਂ ਬੋਲਿਆ ਜਾਂ ਕੋਈ ਦਿਲ ਦੁਖਾਵੀਂ ਹਰਕਤ ਨਹੀਂ ਕੀਤੀ। ਇੰਨਾ ਹੀ ਕਿਹਾ ਕਿ ਮਾਤਾ ਜੀ, ਤੁਸੀਂ ਬੇਵੱਸ ਸੀ, ਅਸੀਂ ਤਾਂ ਇਸ ਨੂੰ ਤੁਰ ਦਰਗਾਹ ਦਾ ਪਾਸ ਦੇਣਾ ਸੀ, ਪਰ ਇਸ ਪ੍ਰਤੀ ਤੁਹਾਡੀ ਮਮਤਾ ਸਾਨੂੰ ਰੋਕਦੀ ਹੈ। ਜੇ ਹੁਣ ਇਸ ਨੇ ਕੋਈ ਬੇਹੁਦਗੀ ਕੀਤੀ ਤਾਂ ਫਿਰ ਇਸ ਨੂੰ ਸੰਸਾਰ ਤੋਂ ਉਠਾ ਦਿੱਤਾ ਜਾਵੇਗਾ। ਪੱਟੀ ਤੋਂ ਕਈਆਂ ਵਾਲੇ ਬਾਜ਼ਾਰ ਪੈ ਕੇ ਸਿੱਧੇ ਰੋਹੀ ਵੱਲ ਆਈਏ ਤਾਂ ਅੱਗੇ ਪੁਲ ਬੰਨਿਆ ਹੋਇਆ ਹੈ। ਇਸ ਪੁਲ ਤੋਂ ਲਹਿੰਦੇ ਪਾਣੀ ਆਈਏ ਤਾਂ ਕਾਲਜ ਤੇ ਰੋਡਵੇਜ ਵਰਕਸ਼ਾਪ ਨਾਲ ਦੀ ਲੰਘ ਕੇ ਇਸ ਅਗਲੇ ਪੁਲ ਉੱਤੋਂ ਲੰਘ ਕੇ ਸੜਕ ਖੱਬੇ ਹੱਥ ਨੂੰ ਸਰਹਾਲੀ ਨੂੰ ਚਲੀ ਜਾਂਦੀ ਹੈ ਤੇ ਸਿੱਧੀ ਪੂਰਬ ਨੂੰ ਫੌਜ ਦੀ ਲੋਕੇਸ਼ਨ ਜਿੱਥੇ ਫੌਜ ਬੈਠਦੀ ਹੈ ਵਿੱਚ ਦੀ ਲੰਘ ਕੇ ਇਹ ਬੱਠੇ ਪੈਣੀ, ਫਿਰ ਇਸ ਤੋਂ ਅੱਗੇ ਸੱਜੇ ਖੱਬੇ ਹੁੰਦੀ ਹੋਈ ਹਰੀਕੇ ਪਹੁੰਚ ਜਾਂਦੀ ਹੈ। ਕਈਆਂ ਵਾਲੇ ਪੁਲ ਨੂੰ ਕਰਾਸ ਕਰਕੇ ਰੋਹੀ ਦੇ ਖੱਬੇ ਕੰਢੇ ਇੱਕ ਰਾਹ ਪਹਾੜ ਵੱਲ ਨੂੰ ਜਾਂਦਾ ਹੈ, ਲਗਭਗ 1 ਕਿਲੋਮੀਟਰ, ਅਤੇ ਪਿੰਡ ਸਰਹਾਰੀ ਵਾਲੇ ਪਾਸਿਓਂ ਪੱਛਮ ਵੱਲ ਨੂੰ ਆਉਂਦੀ ਰੋਹੀ ਰਾਈਟ ਐਂਗਲ ਬਣਾ ਕੇ ਇੱਕਦਮ ਦੱਖਣ ਵੱਲ ਨੂੰ ਹੋ ਜਾਂਦੀ ਹੈ ਤੇ ਇਸ ਨੁੱਕਰ ਵਿੱਚ ਬਣੇ ਮਜ਼ਾਰ ਨੂੰ ਪੱਟੀ ਵਾਲਿਆਂ ਦੀ ਬੋਲੀ ਵਿੱਚ ਪੀਰਾਂ ਸ਼ਹਾਬ ਕਿਹਾ ਜਾਂਦਾ ਹੈ। ਇਹ ਇੱਥੇ ਇੱਕ ਬੜੀ ਪੁਰਾਣੀ ਮਸੀਤ ਬਣੀ ਹੋਈ ਹੈ, ਜਿਸ ਦੀ ਖਸਤਾ ਹਾਲਤ ਧਿਆਨ ਮੰਗਦੀ ਹੈ ਕਿ ਇਸ ਰੱਬ ਦੇ ਘਰ ਦੀ ਵੀ ਸਾਂਭ ਸੰਭਾਲ ਵੱਲ ਪੂਰਾ ਧਿਆਨ ਦਿੱਤਾ ਜਾਵੇ। ਹੁਣ ਪੁਲ ਵੱਲੋਂ ਚੱਲਿਆਂ ਰਾਹ ਰੋਹੀ ਦੇ ਖੱਬੇ ਕੰਢੇ ਦੇ ਨਾਲ ਬੀਜਿਆਂ ਖੇਤਾਂ ਦੇ ਵਿਚਕਾਰ ਦੀ ਆ ਕੇ ਇਸ ਮਜ਼ਾਰ ਤੇ ਜਾ ਕੇ ਮੁੱਕ ਜਾਂਦਾ ਹੈ। ਪੀਰਾਂ ਸ਼ਹਾਬ ਦੇ ਬਾਰੇ ਬੜਾ ਕੁਰੇਦ ਕੇ ਪੁੱਛਣ ਉੱਤੇ ਵੀ ਕੋਈ ਯੋਗ ਜਾਣਕਾਰੀ ਨਹੀਂ ਮਿਲੀ। ਇੱਕ ਥਾਂ ਹੀ ਇੱਕ ਬੋਰਡ ਉੱਤੇ ਲਿਖਿਆ ਹੋਇਆ ਹੈ ਕਿ ਪੀਰ ਜੀ ਗੁਰੂ ਨਾਨਕ ਸਾਹਿਬ ਜੀ ਤੋਂ 40 ਸਾਲ ਪਹਿਲਾਂ ਹੋਏ ਹਨ। ਇਹ ਕੌਣ ਸਨ? ਇਹਨਾਂ ਦੇ ਮਾਂ-ਬਾਪ, ਜਨਮ ਸਥਾਨ, ਜਨਮ ਮਿਤੀ, ਇੱਥੇ ਕਿਵੇਂ ਆਏ, ਪੱਟੀ ਵਿੱਚ ਕਿਉਂ ਨਾ ਇਹਨਾਂ ਟਿਕਾਣਾ ਕੀਤਾ, ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ। ਪੀਰ ਜੀ ਦੀ ਫੌਤਗੀ ਤੋਂ ਬਾਅਦ ਪੱਟੀ ਦੇ ਕੌਣ ਮੁਸਲਮਾਨ ਲੋਕ ਸਨ ਜਿਨ੍ਹਾਂ ਨੇ ਪੀਰ ਜੀ ਦਾ ਮਜ਼ਾਰ ਬਣਾਇਆ? ਭਾਦਰੋਂ ਦੇ ਪਹਿਲੇ ਹਫ਼ਤੇ ਵਿੱਚ ਪਹਿਲੇ ਵੀਰਵਾਰ ਕਿਸੇ ਘਟਨਾ ਕਰਕੇ ਇੱਥੇ 2 ਦਿਨ ਦਾ ਮੇਲਾ ਸ਼ੁਰੂ ਹੋਇਆ, ਜੋ ਅੱਜ ਵੀ ਹਰ ਸਾਲ ਲੱਗਦਾ ਹੈ। ਸਾਰਾ ਸਾਲ ਹਰ ਵੀਰਵਾਰ ਕੀ ਹਿੰਦੂ ਕੀ ਸਿੱਖ ਇਸ ਦਰਗਾਹ ਉੱਤੇ ਹਾਜ਼ਰ ਹੁੰਦੇ ਹਨ, ਆਪਣੀ ਰਸਮ ਪੂਰੀ ਕਰਦੇ ਹਨ। ਇਹ ਸਭ ਕੁਝ ਸਾਰਾ ਸਾਲ ਹਰ ਵੀਰਵਾਰ ਹੁੰਦਾ ਹੈ। ਪੱਟੀ ਦੇ ਪੱਛਮ ਵਿੱਚ ਪਿੰਡ ਚੂਸਲੇਵੜ ਦੀ ਹੱਦ ਵਿੱਚ ਇੱਕ ਜਗ੍ਹਾ ਬਾਬੇ ਗੁੱਜਰ ਸਿੰਘ ਦੀ ਹੈ। ਉੱਥੇ ਵੀ ਹਰ ਹਫ਼ਤੇ ਇਕੱਠ ਹੁੰਦਾ ਹੈ। ਹਰ ਸੰਗਰਾਂਦ ਨੂੰ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਵੀ ਹਾਜ਼ਰੀਆਂ ਭਰਦੇ ਹਨ। ਪੱਟੀ ਵਾਸੀ ਵਹੀਰਾਂ ਕੱਤ ਕੇ ਇੱਧਰ ਵੀ ਆਉਂਦੇ ਵੇਖੇ ਜਾ ਸਕਦੇ ਹਨ। ਰਾਧਾ ਸੁਆਮੀਆਂ ਦੇ ਇੱਕ ਦਿਨ ਦਿਹਾੜ ਦੇ ਬਹੁ ਗਿਣਤੀ ਵਿੱਚ ਲੋਕ ਚਿੱਟੀਆਂ ਟੋਪੀਆਂ ਪਾ ਕੇ ਕਾਰਾਂ, ਮੋਟਰਾਂ ਸਾਈਕਲਾਂ 'ਤੇ ਇਸ ਪਿੰਡ ਵਿੱਚ ਆਣ ਜਮਾਵੜਾ ਕਰਦੇ ਹਨ। ਪੱਟੀ ਦੇ ਕੁਝ ਲੋਕ ਪੱਟੀਓਂ ਬਾਹਰ ਰੋਹੀ ਕੰਢੇ ਸ਼ਿਵ ਜੀ ਦੇ ਮੰਦਰ ਉੱਤੇ ਜੁੜਦੇ ਹਨ। ਭੰਗ ਖੂਬ ਘੁੱਟਦੀ ਹੈ। ਪ੍ਰੀਤਵਾਨ ਭਗਤ ਰੱਜ ਕੇ ਡੀਕਾਂ ਲਗਾਉਂਦੇ ਹਨ। ਪੀਰਾਂ ਸ਼ਹਾਬ ਦੀ ਕਮੇਟੀ ਨੇ ਇੱਕ ਕਿੱਲਾ ਜ਼ਮੀਨ ਹੋਰ ਖਰੀਦ ਕੇ ਮਜ਼ਾਰ ਦੇ ਪਹਿਲੇ 11 ਕਨਾਲਾਂ ਨਾਲ ਸ਼ਾਮਲ ਕਰ ਲਈ ਹੈ। ਹੋਣ ਵਾਲੇ ਇਕੱਠ ਲਈ ਇੰਨੀ ਕੁ ਥਾਂ ਵੀ ਹੋ ਸਕਦਾ ਪੂਰਾ ਨਾ ਪਟਾ ਸਕੇ। ਇੱਥੇ ਬੜੀਆਂ ਲੰਬੀਆਂ 2 ਕਬਰਾਂ ਸਨ। ਦੱਸਿਆ ਜਾਂਦਾ ਹੈ ਕਿ ਇੱਕ ਬਾਬਾ ਆਲਾ ਸਿੰਘ ਦੀ, ਇੱਕ ਮਾਤਾ ਰਾਜ ਕੌਰ ਦੀ ਹੈ।
ਇਹ ਲੋਕ ਕੌਣ ਸੀ ਅਤੇ ਦੱਬੇ ਇੱਥੇ ਕਿਸ ਵੇਲੇ ਗਏ, ਕਬਰਾਂ ਇੱਥੇ ਕਿਵੇਂ ਬਣ ਗਈਆਂ, ਕੋਈ ਵੀ ਤਸੱਲੀ ਬਖਸ਼ ਉੱਤਰ ਨਹੀਂ ਦਿੰਦਾ। ਆਮ ਲੋਕ ਕਹਿੰਦੇ ਸੁਣੀਦੇ ਹਨ ਕਿ 9 ਗਜ਼ਿਆਂ ਦੀਆਂ ਕਬਰਾਂ ਹਨ। ਫੁੱਟਨੋਟ: 9 ਗਜ਼ਾ ਸ਼ਬਦ 9 ਗਾਜ਼ੀ ਦਾ ਵਿਗੜਿਆ ਰੂਪ ਹੈ। ਕੋਈ ਗੈਰ ਮੁਸਲਮਾਨ ਕਿਸੇ ਡਰ ਤਹਿਤ ਜਾਂ ਰੀਝ ਨਾਲ ਇਸਲਾਮ ਧਰਮ ਵਿੱਚ ਪਰਿਵਰਤਿਤ ਹੁੰਦਾ ਸੀ ਤੇ ਨਵੇਂ ਆਏ ਵਿੱਚ ਜੋਸ਼ ਬਹੁਤ ਹੁੰਦਾ ਸੀ। ਮੁਲਾਣਿਆਂ ਦੇ ਟਹੇ ਚੜ੍ਹਿਆਂ ਹਰ ਵੇਲੇ ਜਹਾਦ ਕਰਨ ਲਈ ਤਤਪਰ ਰਹਿੰਦਾ ਹੈ। ਗੈਰ ਮੁਸਲਮਾਨਾਂ ਨਾਲ ਲੜਦਾ ਮਾਰਿਆ ਜਾਂਦਾ ਹੈ ਤਾਂ ਸ਼ਹੀਦੀ ਪਦਵੀ ਪਾਉਂਦਾ ਜਾਂ ਜਿੱਤ ਕੇ ਵਾਪਸ ਆਉਂਦਾ ਤੇ ਉਸ ਨੂੰ ਗਾਜ਼ੀ ਕਿਹਾ ਜਾਂਦਾ ਹੈ। ਪਰ ਚੂੰਕਿ ਹੋਰ ਨਵਾਂ ਇਸਲਾਮ ਕਬੂਲ ਕਰਕੇ ਆਇਆ ਹੁੰਦਾ ਸੀ, ਨਵਾਂ ਕਰਕੇ ਉਸ ਨੂੰ 9 ਗਾਜ਼ੀ ਦਾ ਖਿਤਾਬ ਮਿਲਦਾ। ਇਸ ਲਫ਼ਜ਼ ਨੂੰ ਸਮੇਂ ਨੇ ਇੰਨਾ ਮਲਿਆ ਮਰੋੜਿਆ ਕਿ 9 ਗਾਜ਼ੀ ਤੋਂ 9 ਗੱਜਾ ਬਣਾ ਦਿੱਤਾ। ਦੁਨੀਆ ਭਰ ਦੇ ਕਿਸੇ ਖਿੱਤੇ ਵਿੱਚ 9 ਗਜ 27 ਫੁੱਟ ਉੱਚਾ ਬੰਦਾ ਜਾਂ ਔਰਤ ਅੰਬੀਬਾ ਤੋਂ ਲੈ ਕੇ ਅੱਜ ਤੱਕ ਨਹੀਂ ਹੋਇਆ। ਪਾਕਿਸਤਾਨ ਵਿੱਚ ਆਲਮ ਚੰਨਾ ਨਾਮੀ ਗੱਭਰੂ 8 ਫੁੱਟ ਉੱਚਾ ਜ਼ਰੂਰ ਹੋਇਆ, ਜੋ ਹੁਣ ਨਹੀਂ ਰਿਹਾ। ਕੁਝ ਚਿਰ ਹੋਇਆ ਅੱਲਾ ਨੂੰ ਪਿਆਰਾ ਹੋ ਗਿਆ। ਕਿਸੇ ਖਿੱਤੇ ਵਿੱਚ 9 ਗਜ ਦਾ ਬੰਦਾ ਅੱਜ ਤੱਕ ਦੇਖਣ ਵਿੱਚ ਨਹੀਂ ਆਇਆ ਤੇ ਫਿਰ ਇਹ 9 ਗਜ਼ੇ ਕਿੱਥੇ? ਇਹ ਵੀ ਸਾਡੀ ਜਟਲ ਬੁੱਧੀ ਤੇ ਵਲਵਲਿਆਂ ਵਿੱਚ ਫਸਿਆ ਸ਼ਬਦ ਹੈ। ਬਹੁਤ ਸਾਰਿਆਂ ਪਿੰਡਾਂ ਦੇ ਵਿੱਚ 9 ਗਜ਼ਿਆਂ ਦੀਆਂ ਕਬਰਾਂ ਬਣੀਆਂ ਹੋਈਆਂ ਹਨ। ਅੰਨ੍ਹੇਵਾਹ ਲੋਕ ਮੱਥੇ ਟੇਕ ਨਾ ਹੋਣੀ ਚੀਜ਼ ਤੋਂ ਮੁਰਾਦਾਂ ਮੰਗਦੇ ਹਨ। ਅੱਜ ਜਦ ਲੋਕਾਂ ਦੀ ਸੋਚ ਤੇ ਪਹੁੰਚ ਤੋਂ ਚੰਦ ਮੰਗਲ ਵਰਗੇ ਗ੍ਰਹਿ ਵੀ ਦੂਰ ਨਹੀਂ ਤੇ ਹਰ ਪਾਸੇ ਗਿਆਨ ਵਿਗਿਆਨ ਨੇ ਹੱਦਾਂ ਟੱਪੀਆਂ ਹਨ। 9 ਗਜ਼ੇ ਦੀਆਂ ਕਬਰਾਂ ਅੱਜ ਵੀ ਮੌਜੂਦ ਹਨ। ਪੂਜਾ ਪ੍ਰਤਿਸ਼ਠਾ ਅੱਜ ਵੀ ਉਹਨਾਂ ਦੀ ਉਸੇ ਤਰ੍ਹਾਂ ਚੱਲ ਰਹੀ ਹੈ। ਪ੍ਰੋਫੈਸਰ ਪੂਰਨ ਸਿੰਘ ਹੋਣਾ ਦਾ ਕਹਿਣਾ ਹੈ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਪੱਟੀ ਵੀ ਤਾਂ ਉਸੇ ਪੰਜਾਬ ਵਿੱਚ ਹੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ ਗਿਆਨ ਦਾ, ਕਿਰਤ ਦਾ, ਵੰਡ ਛਕਣ ਦਾ, ਰੱਬ ਦਾ ਸਿਮਰਨ ਤੇ ਸ਼ਹਾਦਤਾਂ ਦੀ ਪਰੰਪਰਾ, ਵੱਡੇ ਕਸ਼ਟ ਝੱਲਣੇ, ਇਤਿਹਾਸ ਸਾਰੇ ਵਰਤਾਰੇ ਦਾ ਗਵਾਹ ਹੈ। ਸਤਿਗੁਰਾਂ ਦਾ ਫਰਮਾਨ ਹੈ ਕਿ ਡਰਨਾ ਵੀ ਨਹੀਂ ਤੇ ਡਰਾਉਣਾ ਵੀ ਨਹੀਂ, ਝੂਠ ਤੋਂ ਪਰਹੇਜ਼, ਸਦਾ ਸੱਚ ਦੇ ਲੜ ਲੱਗਣਾ ਹੈ, ਔਰਤ ਦਾ ਨਿਹਾਇਤ ਸਤਿਕਾਰ ਕਰਨਾ ਹੈ, ਮਜ਼ਲੂਮ ਤੇ ਬੇਕਸ ਦੀ ਬਾਂਹ ਫੜਨੀ ਹੈ। ਇਹ ਸਭ ਕੁਝ ਸਮਝਣ ਵਾਲਾ ਪੰਜਾਬ ਵਿੱਚ ਜੰਮ ਕੇ ਕਿ ਗੁਲਾਮੀ ਦੀ ਭੱਤ ਅਤੇ ਅਧੀਨਤਾ ਕਬੂਲ ਕਰ ਲਵੇਗਾ। ਹਕੂਮਤ ਭਾਵੇਂ ਮੁਗਲਾਂ ਦੀ ਹੋਵੇ, ਭਾਵੇਂ ਪਠਾਣਾਂ ਦੀ ਜਾਂ ਅੰਗਰੇਜ਼ਾਂ ਦੀ ਹੋਵੇ, ਗਦਾਰਾਂ ਕਰਕੇ ਇਹ ਲੋਕ ਕੁਝ ਸਮੇਂ ਲਈ ਤਾਂ ਦੱਬੇ ਬੇਸ਼ੱਕ ਜਾਣ, ਪਰ ਇਹਨਾਂ ਦੀ ਆਤਮਾ ਗੁਲਾਮੀ ਕਬੂਲ ਨਹੀਂ ਕਰੇਗੀ। ਨਿਆਂ, ਬਰਾਬਰੀ ਅਤੇ ਆਜ਼ਾਦੀ ਖਾਤਰ ਜੂਝਣ ਵਾਲਿਆਂ ਨੌਜਵਾਨਾਂ ਵਿੱਚ ਪੱਟੀ ਵਾਸੀ ਸੋਹਣ ਲਾਲ ਪਾਠਕ ਵੀ ਸੀ। ਆਜ਼ਾਦੀ ਘੁਲਾਟੀਆਂ ਦੀ ਪਾਲ ਵਿੱਚ ਖੜ ਗਿਆ ਤੇ ਹੋਰਨਾਂ ਸ਼ਹੀਦਾਂ ਵਾਂਗ ਸ਼ਹੀਦ ਹੋਇਆ। ਦੇਸ਼ ਵੰਡ ਤੋਂ ਪਹਿਲਾਂ ਇੱਕ ਕਬਰਸਤਾਨ ਆਜ਼ਾਦੀ ਤੋਂ ਬਾਅਦ ਜੋਸ਼ੋ ਖਰੋਸ਼ ਵਾਲਿਆਂ ਨੇ ਮੱਲ ਕੇ ਉਸ ਵਿੱਚ ਸੋਹਣ ਲਾਲ ਪਾਠਕ ਦਾ ਬੁੱਤ ਲਗਾ ਦਿੱਤਾ। ਕਿਸੇ ਹੋਰ ਥਾਂ ਲੱਗਦਾ ਤਾਂ ਵਧੀਆ ਗੱਲ ਸੀ। ਆਜ਼ਾਦੀ ਘੁਲਾਟੀਆਂ ਦੀ ਪੱਟੀ ਵਿੱਚ ਕੋਈ ਘਾਟ ਨਹੀਂ ਸੀ ਤੇ ਅੰਗਰੇਜ਼ਾਂ ਨੇ ਵੀ ਪੱਟੀ ਬਰਖਿਲਾਫ ਮਨ ਆਈਆਂ ਕੀਤੀਆਂ। ਕਿਸੇ ਵੇਲੇ ਪੱਟੀ ਦੇ ਤਹਿਤ ਆਲੇ ਦੁਆਲੇ ਦੇ ਪਿੰਡਾਂ ਨੇ ਹਕੂਮਤ ਨੂੰ ਕਰੜੇ ਹੱਥੀਂ ਲਿਆ। ਜਦ 1943-44 ਵਿੱਚ ਗੋਇਬਲਜ ਅਤੇ ਗੋਇਰਿੰਗ 52 ਵਾਰ ਬਰਲਨ ਰੇਡੀਓ ਤੋਂ ਸਰਦਾਰ ਟਹਿਲ ਸਿੰਘ ਸਭਰਾਵਾਂ ਵਾਲਿਆਂ ਦੀ ਵਡਿਆਈ ਤੇ ਅੰਗਰੇਜ਼ ਸਰਕਾਰ ਦੇ ਥੋਥੇ ਫੰਡ ਨੂੰ ਉਛਾਲ ਕੇ ਪੰਜਾਬੀਆਂ ਨੂੰ ਜਥੇਬੰਦਕ ਤਰੀਕਿਆਂ ਨਾਲ ਅੰਗਰੇਜ਼ਾਂ ਦੇ ਗਲ ਪੈਣ ਲਈ ਉਭਾਰਦੇ ਰਹੇ। ਅੰਗਰੇਜ਼ਾਂ ਦੀ ਛੱਟਾ ਦੇ ਕੇ ਬੀਜੀ ਗਦਾਰੀ ਤੇ ਮੁਖਬਰਾਂ ਦੀ ਫਸਲ ਦੇ ਹੱਥ ਠੋਕੇ ਨੇ ਅੱਗੇ ਟਹਿਲ ਸਿੰਘ ਨੂੰ ਦਰਿਆਓਂ ਪਾਰ ਸਾਜ਼ਿਸ਼ ਅਧੀਨ ਇੱਕ ਬਹਿਕ ਤੇ ਮਰਵਾ ਦਿੱਤਾ। ਇੱਕ ਨਖਿੱਧ ਜਿਹੇ ਥਾਣੇਦਾਰ ਦੀ ਬੱਲੇ ਬੱਲੇ ਹੋ ਗਈ। ਸਭਰਾ, ਸਰਹਾਲੀ, ਕਿਰਤੋਵਾਲ ਦੋਵੇਂ ਪਿੰਡ, ਚੂਸਲੇਵੜ, ਕੱਚਾ ਪੱਕਾ, ਮਰਗਿੰਦਪੁਰਾ, ਵੱਡੀ ਮੱਖੀ, ਨਾਰਲੀ, ਅੰਮੀ ਸ਼ਾਹ, ਘਵਿੰਡ ਘਵਿੰਡੀ, ਦੱਦੇਹਰ ਸਾਹਿਬ, ਮਾੜੀ, ਡੱਲ, ਢੋਲਣ, ਕਾਲੀਆਂ ਸਕੱਤਰਾਂ ਨੇ ਸੁਤੰਤਰਤਾ ਸੰਗਰਾਮੀ ਪੈਦਾ ਕੀਤੇ ਜੋ ਖੱਫਣ ਸਦਾ ਸਿਰ ਉੱਤੇ ਬੰਨੀ ਫਿਰਦੇ ਸਨ। ਕਿਤਾਬ ਕਦੀਮੀ ਤਵਾਰੀਖੀ ਸ਼ਹਿਰ ਪੱਟੀ, ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਤੁਸੀਂ ਸੁਣਦੇ ਸੀ ਪਹਿਲਾ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।